ਅੱਜ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਰਹਿਣਗੇ। ਸਿਆਸਤ ਦੇ ਵਿੱਚ ਆਣ ਕੇ ਕੀ ਗਵਾਇਆ ਜਾਂ ਕੀ ਖੱਟਿਆ ਹੈਗਾ ਉਹਦੀ ਚਰਚਾ ਕਰਾਂਗੇ। ਜਿਹੜਾ 10ਵੀਂ ਦਾ ਸਰਟੀਫਿਕੇਟ ਹੈ ਉਹਦੇ 'ਚ ਜੋ ਮੇਰਾ ਨਾਮ ਹੈ ਉਹ ਧਰਮਵੀਰ ਬੁੱਲਾ ਹੈਗਾ। ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿੱਥੇ ਅੰਨ ਪਕਾਈ ਦਾ, ਠਾਕਰ ਨਾਲੋਂ ਠੀਕਰ ਚੰਗਾ ਭੁੰਨ ਭੁੰਨ ਦਾਣਾ ਖਾਈ ਦਾ, ਮੱਕੇ ਨਾਲੋਂ ਮੁੱਕਾ ਚੰਗਾ ਮਾਰ ਕੇ ਹੋਸ਼ ਭੁਲਾਈ ਦਾ, ਪੋਥੀ ਨਾਲੋਂ ਖੋਤੀ ਚੰਗੀ ਜਿਸ ਤੇ ਰਿਜ਼ਕ ਕਮਾਈ ਦਾ, ਬੁੱਲੇ ਸ਼ਾਹ ਨੂੰ ਮੁਰਸ਼ਿਦ ਮਿਲਿਆ ਦਰਸ਼ਨ ਹੋ ਗਿਆ। ਇਹ ਬੁੱਲੇ ਸ਼ਾਹ ਮਤਲਬ ਉਹ ਕਵੀ। ਮੇਰੇ ਛੋਟੇ ਭਰਾ ਦਾ ਹੈਗਾ ਯਸ਼ਵੀਰ ਕਬੀਰ, ਸਭ ਤੋਂ ਛੋਟੇ ਨਾਂ ਹੈਗਾ ਹਰਬੀਰ ਨਾਨਕ। ਸੋ ਬੁੱਲਾ ਕਬੀਰ ਨਾਨਕ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਕਿ ਸਾਡੇ ਪਿਤਾ ਨੇ ਸਾਡੇ ਨਾਂ ਦੇ ਪਿੱਛੇ ਗੋਤ ਨਹੀਂ ਲਾਇਆ। ਜਦੋਂ ਤੁਹਾਡਾ ਜਨਮ ਹੋਇਆ 1951 ਦੇ ਵਿੱਚ, ਤੇ ਉਹ ਇੱਕ ਹਿਸਾਬ ਨਾਲ ਇੱਕ ਪੂਰਾ ਚੇਂਜ ਓਵਰ ਸੀਗਾ ਆਜ਼ਾਦੀ ਤੋਂ ਬਾਅਦ। ਐਗਜ਼ੈਕਟਲੀ ਉਹ ਨਾ ਆਦਰਸ਼ਵਾਦ ਦਾ ਸਮਾਂ ਸੀਗਾ। ਮੇਰੀ ਸਿਆਸਤ 'ਚ ਰੁਚੀ ਮੇਰੇ ਮੈਡੀਕਲ ਕੋਲ ਜਾਣ ਸਾਰ 70-72 ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਦੀ ਵਿਦਿਆਰਥੀ ਲਹਿਰ ਸੀਗੀ ਉਸ ਵੇਲੇ ਸ਼ੁਰੂ ਹੋ ਗਈ ਸੀ। ਧਰਨੇ ਕਰਦੇ ਰਹੇ ਹੋ ਤੁਸੀਂ ਕਾਲਜ ਦੇ ਦੌਰਾਨ? ਮਜ਼ਾਰੇ ਕਰਦੇ ਰਹੇ ਆ। ਐਮਰਜੈਂਸੀ ਦਾ ਵਿਰੋਧ ਕੀਤਾ। ਮੈਨੂੰ ਜੇਲ੍ਹ ਜਾਣਾ ਪਿਆ। ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ 75 'ਚ। ਸਾਰਾ ਹੋਸਟਲ ਘੇਰ ਕੇ ਮੈਨੂੰ ਗ੍ਰਿਫਤਾਰ ਕੀਤਾ ਹੈਗਾ। ਇੱਕ ਦਿਨ ਮੈਨੂੰ ਪੂਰਾ ਸ਼ਹਿਰ 'ਚ ਘੁਮਾਇਆ, ਪਿੰਡਾਂ 'ਚ ਘੁਮਾਇਆ, ਫਿਰ ਦੂਜੇ ਦਿਨ ਮੈਨੂੰ ਥਾਣੇ ਜੱਜ ਦੇ ਪੇਸ਼ ਕੀਤਾ ਹੈਗਾ ਤੇ ਮੈਨੂੰ ਜੇਲ੍ਹ ਸੁੱਟ ਦਿੱਤਾ ਹੈਗਾ। ਕੋਈ ਮੋਰੀ ਬਣਿਆ, ਕੋਈ ਰਾਹ ਦਸੇਰਾ ਬਣਿਆ ਤੁਹਾਨੂੰ ਪੋਲਿਟਿਕਸ ਵਾਲੇ ਪਾਸੇ? ਜਾਂ ਫਿਰ ਆਪਣੇ ਤੌਰ ਤੇ ਨਾ ਉਹਦੇ 'ਚ ਇੱਕ ਤਾਂ ਗੁਰਸ਼ਰਨ ਭਾਜੀ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਤੇ ਉਹਨਾਂ ਦੇ ਜਿੰਨੀ ਉਹ ਸਟੱਡੀ ਕੀਤੀ ਸੀ, ਜੋ ਉਹਨਾਂ ਦੇ ਮਟੀਰੀਅਲ ਸੀਗਾ ਪੜ੍ਹਨ ਨੂੰ, ਉਹਨਾਂ ਬਾਰੇ ਮਿਲਿਆ। ਕਾਰਲ ਮਾਰਕਸ, ਦੂਜਾ ਲੈਨਨ, ਜੋ ਉਹਦੀ ਇੰਟੈਲੀਜੈਂਸ ਸੀਗੀ, ਜਿਵੇਂ ਉਹਨੇ ਦੁਨੀਆ ਨੂੰ ਇੰਟਰਪ੍ਰੇਟ ਕੀਤਾ, ਦੁਨੀਆ ਦਾ ਵਿਸ਼ਲੇਸ਼ਣ ਕੀਤਾ, ਸਰਮਾਇਆਦਾਰੀ ਦਾ ਵਿਸ਼ਲੇਸ਼ਣ ਕੀਤਾ ਹੈਗਾ। ਮੈਂ ਆਮ ਆਦਮੀ ਪਾਰਟੀ 'ਚ ਗਿਆ ਕਿ ਕੋਈ ਚੰਗਾ ਕਰਾਂਗੇ, ਨਹੀਂ ਬਣੀ ਗੱਲ, ਛੱਡ ਕੇ ਆ ਗਿਆ ਹੈਗਾ। ਦੇਖੋ ਜਿਸ ਬੰਦੇ ਅੰਦਰ ਕੁਝ ਮੱਚਦਾ ਹੋਵੇ ਨਾ, ਅੱਗ ਲੱਗੀ ਹੋਵੇ, ਉਹਨੂੰ ਐਂ ਲੱਗਦਾ ਕਿ ਕੁਝ ਹੋਣਾ ਚਾਹੀਦਾ ਹੈਗਾ। ਸੋ ਜਿਹੜੀ ਸਨ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਹੈ 11-12 'ਚ, ਉਦੋਂ ਇਕੱਲੀ ਹਿੰਦੁਸਤਾਨ 'ਚ ਨਹੀਂ ਚੱਲੀ, ਉਦੋਂ ਆਕੂਪਾਈ ਵਾਲ ਸਟਰੀਟ ਚੱਲੀ ਹੈਗੀ, ਉਸ ਤੋਂ ਪਹਿਲਾਂ ਤਹਿਰੀਰ ਸਕੁਅਰ ਚੱਲੀ ਹੈਗੀ। ਤਾਂ ਮੈਨੂੰ ਇਸ ਮੂਵਮੈਂਟ ਦੇ ਸਾਈਡ ਖੜ ਕੇ ਦੇਖਣਾ ਨਹੀਂ ਚਾਹੀਦਾ, ਮੈਨੂੰ ਹਿੱਸਾ ਬਣਨਾ ਚਾਹੀਦਾ। ਲੈਟ ਮੀ ਬੀ ਪਾਰਟ ਆਫ ਇਟ। ਨਾਲ ਮੈਨੂੰ ਬੰਦੇ ਦਿਖਦੇ ਸੀਗੇ, ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ, ਬਟ ਰੈਟਰੋਸਪੈਕਟਿਵਲੀ ਪਿੱਛੇ ਜਾ ਕੇ ਜਦੋਂ ਮੈਂ ਦੇਖਦਾ ਹੈਗਾ ਤਾਂ ਇਹ ਮੇਰੀ ਇੱਕ ਭੁੱਲ ਹੀ ਸੀਗੀ। ਇਹ ਸਪੌਂਟੇਨੀਅਸ ਨਹੀਂ ਸੀ, ਆਮਹਾਰੀ ਨਹੀਂ ਸੀ। ਇਹ ਆਰਐਸਐਸ ਸਪਾਂਸਰਡ ਇੱਕ ਮੂਵਮੈਂਟ ਸੀ ਜਿਹਦਾ ਪਰਪਸ ਸੀਗਾ ਕਿ ਕਾਂਗਰਸ ਨੂੰ ਇਸ ਹੱਦ ਤੱਕ ਬਦਨਾਮ ਕਰਨਾ ਹੈਗਾ ਹੈ, ਜਿਸ 'ਚੋਂ ਮਤਲਬ ਬੀਜੇਪੀ ਦੇ ਆਉਣ ਵਾਸਤੇ ਔਰ ਮੋਦੀ ਨੂੰ ਪੋਲੀਟੀਕਲ ਆਰਬਿਟ 'ਚ ਜਿਹੜਾ ਪੋਲੀਟੀਕਲ ਆਰਬਿਟ ਹੈਗਾ ਉਹ ਸਥਾਪਿਤ ਕਰਨ ਵਾਸਤੇ ਇੱਕ ਮੌਕਾ ਪੈਦਾ ਕਰਨਾ ਹੈ। ਜੀਓ ਪੋਲਿਟਿਕਸ ਲੈਵਲ ਦੀਆਂ ਗੱਲਾਂ ਨਿਕਲਦੀਆਂ ਨੇ ਵਿੱਚੋਂ, ਬਿਲਕੁਲ ਠੀਕ ਹੈ। ਇੱਕ ਬੜੇ ਪਲਾਨ ਤਰੀਕੇ ਨਾਲ ਲਿਆਂਦਾ। ਜਿਹੜੀਆਂ ਇਹਨਾਂ ਦੀਆਂ ਫੋਟੋਆਂ ਜਾਂ ਬਾਹਰ ਵਾਇਰਲ ਹੋ ਰਹੀਆਂ ਜਾਂ ਬਾਹਰ ਆਈਆਂ ਹੈਗੀਆਂ ਕਿ ਉੱਥੇ ਮੁਰਲੀ ਮਨੋਹਰ ਜੋਸ਼ੀ ਹੈਗਾ ਹੈ, ਉੱਥੇ ਜਸਵੰਤ ਸਿੰਘ ਹੈ, ਉੱਥੇ ਅਡਵਾਨੀ ਹੈ, ਉੱਥੇ ਅਜੀਤ ਦੋਵਾਲ ਹੈਗਾ, ਉੱਥੇ ਕੇਜਰੀਵਾਲ, ਉੱਥੇ ਕਿਰਨ ਬੇਦੀ ਹੈਗੀ। ਇਹ ਬਹੁਤ ਚਿਰ ਪਹਿਲਾਂ ਇਹ ਪਲਾਨਾਂ ਚੱਲਦੀਆਂ ਪਈਆਂ ਸੀਗੀਆਂ ਕਿਵੇਂ ਇੱਕ ਬੰਦੇ ਨੂੰ ਪ੍ਰੋਜੈਕਟ ਕਰਨਾ ਹੈ। ਦਿਲ ਦੇ ਰੋਗਾਂ ਨੂੰ ਸਮਝ ਲਿਆ, ਆਮ ਲੋਕਾਂ ਦੇ ਦਿਲ ਸਮਝਣ ਦੇ ਵਿੱਚ ਲੱਗਿਆ ਕਿਤੇ ਨਾ ਕਿਤੇ ਗਲਤੀ ਹੋਈ ਹੈ? ਨਹੀਂ ਹੋਈ। ਲੋਕੀ ਬਹੁਤ ਚੰਗੇ ਨੇ, ਪੀਪਲ ਆਰ ਗੁੱਡ ਐਟ ਹਾਰਟ, ਮੈਜੋਰਟੀ ਲੋਕੀ ਚੰਗੇ। ਮੈਂ ਆਮ ਲੋਕਾਂ ਦਾ ਤਾਂ ਸ਼ਬਦ ਆਮ ਤਾਂ ਵਰਤਿਆ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਦੇ ਕਰਕੇ ਤੁਸੀਂ ਪਾਰਟੀ ਜੁਆਇਨ ਕੀਤੀ ਸੀ। ਹਾਂ ਨਹੀਂ, ਦੇਖੋ ਜਿਹਨਾਂ ਕਰਕੇ ਜੁਆਇਨ ਕੀਤੀ ਸੀ ਮੈਂ ਉਹਨਾਂ ਨਾਲ ਹੁਣ ਵੀ ਖੜਾ, ਮੇਰੇ ਨਾਲ ਖੜੇ ਹੈਗੇ। ਇੱਥੇ ਪਟਿਆਲੇ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਇੱਕ ਰਾਜਾ ਪਰਿਵਾਰ ਦਾ ਪੂਰਾ ਹੋਲਡ ਸੀ, ਤਾਂ ਉਸ ਹਾਲਾਤਾਂ ਦੇ ਵਿੱਚ ਉਹ ਜਿਹੜੀ ਚੋਣ ਦੀ ਪੂਰੀ ਪ੍ਰਕਿਰਿਆ ਕਿਸ ਤਰੀਕੇ ਨਾਲ ਲੰਘੀ ਤੇ ਉਸ ਤੋਂ ਬਾਅਦ ਜਦੋਂ ਜਿੱਤੇ ਲੱਗਿਆ ਕਿ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਸੀ ਕਰ ਸਕੇ ਉਹ? ਹਾਂ ਬਿਲਕੁਲ ਕਰ। ਮੋਹਾਲੀ ਰਾਜਪੁਰਾ ਲੈਨ ਮੈਂ ਮਨਜ਼ੂਰ ਕਰਾ ਲਈ 283 ਕਰੋੜ ਦੀ। ਉਹਦਾ 78 ਕਰੋੜ ਦੀ ਜ਼ਮੀਨ ਲੈਣੀ ਸੀਗੀ, ਨਾ ਬਾਦਲ ਸਾਹਿਬ ਨੇ ਲੈ ਕੇ ਦਿੱਤੀ, ਨਾ ਕੈਪਟਨ ਸਾਹਿਬ ਨੇ ਲੈ ਕੇ ਦਿੱਤੀ। ਇੰਨੇ ਸਾਲ ਰਾਜ ਦੇ ਸ਼ਹਿਰ ਦੇ ਵਿੱਚ ਬੱਚੇ ਟਾਟਾ ਤੇ ਬਹਿੰਦੇ ਰਹੇ। ਇਹ ਹਕੀਕਤ ਹੈਗੀ ਹੈ, ਕੋਈ ਰੌਲਾ ਹੀ ਨਹੀਂ। ਕੋਈ ਸਿਆਸਤ ਦੇ ਵਿੱਚ ਕਦੇ ਆਣ ਕੇ ਇਹ ਲੱਗਾ ਕਿ ਗਲਤ ਕੀਤਾ? ਮੇਰਾ ਆਊਟਲੁੱਕ ਸਾਇੰਟੀਫਿਕ ਹੈਗਾ, ਵਿਗਿਆਨਕ ਨਜ਼ਰੀਆ ਹੈਗਾ। ਹੁਣ ਮੈਨੂੰ ਗੁੱਗਾਂਵਾੜੀ ਜਾਣਾ ਪਵੇ, ਮੈਨੂੰ ਗਣੇਸ਼ ਦੇ 25 ਫੰਕਸ਼ਨ ਅਟੈਂਡ ਕਰਨੇ ਪੈਣ, ਮੈਨੂੰ ਵਿਆਹਾਂ ਭੋਗਾਂ ਤੇ ਕੋਈ ਘੜੀਸੀ ਫਿਰੇ, ਮੈਨੂੰ ਲੱਗਾ ਇਹ ਮੇਰਾ ਜੌਬ ਨਹੀਂ ਸੀਗਾ। ਲੱਗਾ ਕਿ ਜਿਨ੍ਹਾਂ ਤੇ ਇਤਵਾਰ ਕੀਤਾ ਉਹਨਾਂ ਨੇ ਧੋਖਾ ਵੀ ਕੀਤਾ ਇੱਥੇ। ਹਾਂ, ਉਹ ਅਕਸਰ ਕੀਤਾ ਹੈ। ਭਗਵੰਤ ਮਾਨ ਤੋਂ ਜਿਹੜੀਆਂ ਇੱਛਾਵਾਂ ਸੀਗੀਆਂ, ਉਹ ਇੱਛਾਵਾਂ ਲੱਗੀਆਂ ਤੁਹਾਨੂੰ ਪੂਰੀਆਂ ਹੋ ਰਹੀਆਂ? ਨਹੀਂ ਹੋ ਰਹੀਆਂ। ਭਗਵੰਤ ਮਾਨ ਨਿਸ਼ਾਵਾਂ ਪੂਰਾ ਕਰੇ ਨਹੀਂ ਸਕਦਾ। ਉਹ ਨਾ ਉਹਦੀ ਨਾ ਜੋ ਉਹਦਾ ਹੈ ਨਾ, ਉਹਦਾ ਸਟਾਈਲ ਹੈ ਨਾ, ਉਹ ਅਸਰਟਿਵ ਨਹੀਂ ਹੈਗਾ। ਕੇਜਰੀਵਾਲ ਦੇ ਬਹੁਤ ਪੂਰੀ ਤਰ੍ਹਾਂ ਮਗਰ ਲੱਗਿਆ ਹੋਇਆ ਹੈਗਾ। ਭਵਿੱਖ ਦੇ ਵਿੱਚ ਹੁਣ ਕੀ ਕਦਮ ਚੁੱਕਣ ਦੀ ਕੋਸ਼ਿਸ਼ ਹੈ? ਦੇਖੋ ਮੈਂ ਆਈ ਐਮ ਲੜਨੀ, ਚੋਣ ਲੜਨੀ ਹੈ ਨਾ? ਮੈਂ ਚੋਣ ਬਿਲਕੁਲ ਨਹੀਂ ਲੜਨੀ। ਮੈਂ ਵੈਰੀ ਕਲੀਅਰ, ਨਾ ਸਿਰਫ ਚੋਣ ਨਹੀਂ ਲੜਨੀ ਬਲਕਿ ਮੈਂ ਰਾਜ ਸਭਾ ਮੈਂਬਰ ਵੀ ਮੈਨੂੰ ਬਣਾਵੇ ਤਾਂ ਵੀ ਨਹੀਂ ਬਣਨਾ ਮੈਂ।
ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਫ਼ਰ ਜ਼ਿੰਦਗੀ ਲੈ ਕੇ ਹਾਜ਼ਰ ਹਾਂ। ਦੋਸਤੋ, ਬਹੁਤ ਸਾਰੇ ਲੋਕ ਸਿਆਸਤ ਦੇ ਵਿੱਚ ਇਸ ਕਰਕੇ ਆਉਂਦੇ ਨੇ ਕਿ ਅਸੀਂ ਸੇਵਾ ਕਰਨੀ ਹੈ, ਪਰ ਕੁਝ ਲੋਕ ਸੱਚੀ ਇਸੇ ਮਾਦੇ ਦੇ ਨਾਲ ਆਉਂਦੇ ਨੇ ਕਿ ਸੇਵਾ ਵੀ ਕਰਨੀ ਹੈ ਤੇ ਨਾਲ ਦੀ ਨਾਲ ਲੋਕਾਂ ਦੇ ਮਸਲੇ ਵੀ ਚੱਕਣੇ ਨੇ। ਅੱਜ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਰਹਿਣਗੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਦੇ ਸੋਚਿਆ ਸੀ ਸਿਆਸਤ ਦੇ ਵਿੱਚ ਵੀ ਆਉਣਾ, ਜਾਂ ਸਿਆਸਤ ਦੇ ਵਿੱਚ ਆਣ ਕੇ ਕੀ ਗਵਾਇਆ ਜਾਂ ਕੀ ਖੱਟਿਆ ਹੈਗਾ, ਉਹਦੀ ਚਰਚਾ ਕਰਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਡਾਕਟਰ ਸਾਹਿਬ, ਜ਼ਿੰਦਗੀ ਦੇ ਬਹੁਤ ਖੱਟੇ ਮਿੱਠੇ ਤਜਰਬੇ ਹੁੰਦੇ ਨੇ। ਪਹਿਲਾਂ ਆਪਾਂ ਹੁਣ ਤੱਕ ਦੇ ਇਸ ਤਜਰਬੇ ਦੀ ਗੱਲ ਕਰ ਲਈਏ। ਇਹ ਸਿਆਸਤ ਦੇ ਜਿਹੜੇ ਕਹਿੰਦੇ ਕਿ ਪਲ ਹੁੰਦੇ ਆ, ਇਹਨਾਂ ਦੇ ਵਿੱਚ ਸੁੱਖ ਵੀ ਹੁੰਦਾ ਪਰ ਖਿੱਚੋਤਾਣ ਵੀ ਬੜੀ ਰਹਿੰਦੀ ਹੈ। ਕਿਹੋ ਜਿਹਾ ਰਿਹਾ ਤੁਹਾਡਾ ਸਫ਼ਰ ਹੁਣ ਤੱਕ ਦਾ? ਦੇਖੋ, ਸਿਆਸਤ ਨਾ ਤੁਸੀਂ ਜ਼ਿੰਦਗੀ 'ਚ ਸਿਆਸਤ ਤੁਹਾਡੀ ਜ਼ਿੰਦਗੀ ਦਾ ਹਿੱਸਾ ਹਰ ਇੱਕ ਬੰਦੇ ਦਾ। ਜਿਹੜਾ ਬੰਦਾ ਇਹ ਕਹਿੰਦਾ ਕਿ ਮੇਰਾ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ, ਉਹ ਵੀ ਅਚੇਤ ਸਚੇਤ ਰੂਪ ਵਿੱਚ ਇੱਕ ਜਾਂ ਦੂਜੀ ਸਿਆਸਤ ਦਾ ਪੱਖ ਪੂਰ ਰਿਹਾ ਹੁੰਦਾ। ਮਤਲਬ ਹੀ ਨਹੀਂ ਤੁਸੀਂ ਜਿੱਥੇ ਹਰ ਚੀਜ਼ ਤੁਹਾਡੀ ਜ਼ਿੰਦਗੀ ਦੀ ਜੰਮਣ ਤੋਂ ਲੈ ਕੇ ਮਰਨ ਤੱਕ, ਵਿੱਦਿਆ, ਸਿਹਤ, ਰੁਜ਼ਗਾਰ, ਵਾਤਾਵਰਨ, ਪੌਣ, ਪਾਣੀ, ਖੁਰਾਕ, ਤੁਹਾਡੀ ਜ਼ਿੰਦਗੀ ਦਾ ਹਰ ਪਹਿਲੂ 'ਤੇ ਸਿਆਸਤ ਅਸਰਅੰਦਾਜ਼ ਹੁੰਦੀ ਹੋਵੇ। ਉਹ ਤੋਂ ਕੋਈ ਬੰਦਾ ਇਹ ਹੋਵੇ ਕਿ ਮੈਂ ਸਿਆਸਤ ਨਹੀਂ ਕਰਦਾ ਜਾਂ ਮੇਰਾ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ, ਲਾਗਾ ਤਾਂ ਰੋਜ਼ ਪੈਂਦਾ, ਉਹਨੂੰ ਪਤਾ ਨਹੀਂ ਲੱਗਦਾ ਹੈਗਾ। ਸੋ ਸਿਆਸਤ 'ਚ ਮੈਂ ਵੀ ਮਤਲਬ ਇੱਕ ਬਚਪਨ ਤੋਂ ਹੀ ਮਤਲਬ ਘਰ ਦਾ, ਪਿਤਾ ਜੀ ਮੇਰੇ ਅਧਿਆਪਕ ਸੀਗੇ, ਪੇਂਡੂ ਬੈਕਗਰਾਊਂਡ ਸੀਗੀ, ਪਿਤਾ ਜੀ ਪ੍ਰਾਇਮਰੀ ਸਕੂਲ ਟੀਚਰ ਸੀਗੇ। ਪੰਜਾਬ ਦਾ ਸਭ ਤੋਂ ਬੈਕਵਰਡ ਏਰੀਆ ਅਨੰਦਪੁਰ ਸਾਹਿਬ ਤਹਿਸੀਲ ਹੁੰਦੀ ਸੀ ਕਿਸੇ ਵੇਲੇ, ਅੱਜ ਕੱਲ੍ਹ ਉਹ ਕਾਫੀ ਮਤਲਬ ਡਿਵੈਲਪ ਹੋ ਗਈ ਹੈਗੀ ਹੈ। ਅਤੇ ਉੱਥੋਂ ਦਾ ਮੈਂ ਜੰਮਪਲ ਹੈਗਾ ਅਤੇ ਘਰ ਦਾ ਮਾਹੌਲ ਕਾਫੀ ਵਧੀਆ ਸੀਗਾ। ਪਿਤਾ ਜੀ ਕਾਫੀ ਸੁਘੜ ਸ਼ਖਸ ਸੀਗੇ ਅਤੇ ਉਹਨਾਂ ਨੇ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਜੋ ਮੇਰੀ ਅੱਜ ਦੇ ਵਿਚਾਰ ਨੇ ਦੇਸ਼ ਬਾਰੇ, ਸਮਾਜ ਬਾਰੇ, ਕਿ ਅਸੀਂ 3 ਭਰਾ ਹੈਗੇ ਆ, 2 ਭੈਣਾਂ ਸੀਗੀਆਂ ਵੱਡੀਆਂ, 3 ਅਸੀਂ ਛੋਟੇ ਭਰਾ ਹੈਗੇ ਆ। ਜਿਹੜਾ 10ਵੀਂ ਦਾ ਸਰਟੀਫਿਕੇਟ ਹੈ ਉਹਦੇ 'ਚ ਜੋ ਮੇਰਾ ਨਾਂ ਹੈ ਉਹ ਧਰਮਵੀਰ ਬੁੱਲਾ ਹੈਗਾ। ਅੱਛਾ ਜੀ। ਬੁੱਲਾ, ਬੁੱਲੇ ਸ਼ਾਹ। ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿੱਥੇ ਅੰਨ ਪਕਾਈ ਦਾ, ਠਾਕਰ ਨਾਲੋਂ ਠੀਕਰ ਚੰਗਾ ਭੁੰਨ ਭੁੰਨ ਦਾਣਾ ਖਾਈ ਦਾ, ਮੱਕੇ ਨਾਲੋਂ ਮੁੱਕਾ ਚੰਗਾ ਮਾਰ ਕੇ ਹੋਸ਼ ਭੁਲਾਈ ਦਾ, ਪੋਥੀ ਨਾਲੋਂ ਖੋਤੀ ਚੰਗੀ ਜਿਸ ਤੇ ਰਿਜ਼ਕ ਕਮਾਈ ਦਾ, ਬੁੱਲੇ ਸ਼ਾਹ ਨੂੰ ਮੁਰਸ਼ਿਦ ਮਿਲਿਆ ਦਰਸ਼ਨ ਹੋ ਗਿਆ। ਇਹ ਬੁੱਲੇ ਸ਼ਾਹ ਮਤਲਬ ਉਹ ਕਵੀ ਸੀਗੇ। ਬੁੱਲਿਆ ਜਿਹੜਾ ਮਿਲਦਾ ਮੰਦਰ ਮਸੀਤੀ ਤਾਂ ਮਿਲਦਾ ਚਾਮ ਚਿੜਕੀਆਂ, ਜਿਹੜਾ ਮਿਲਦਿਆਂ ਨਹਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ, ਜਿਹੜਾ ਮਿਲਦਾ ਜੰਗਲੀ ਬਿੱਲੀ ਤਾਂ ਮਿਲਦਾ ਗਊਆਂ ਬੱਚੀਆਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਹਨਾਂ ਦੀਆਂ ਸੱਚੀਆਂ। ਮਤਲਬ ਬੁੱਲੇ ਸ਼ਾਹ ਦੇ ਮਤਲਬ ਮੇਰੇ ਪਿਤਾ ਜੀ ਭਗਤੀ ਯੁੱਗ ਦੇ ਜਿੰਨੇ ਵੀ ਮਹਾਨ ਸ਼ਖਸੀਅਤਾਂ ਹੋਈਆਂ ਨੇ, ਬਾਬੇ ਨਾਨਕ ਤੋਂ ਲੈ ਕੇ, ਬੁੱਲੇ ਸ਼ਾਹ ਤੋਂ ਲੈ ਕੇ, ਕਬੀਰ ਤੋਂ ਲੈ ਕੇ, ਫਰੀਦ ਤੋਂ ਲੈ ਕੇ, ਉਹਦੇ ਮਤਲਬ ਉਹਨਾਂ ਦੇ ਆਸ਼ਕ ਸੀਗੇ ਉਹ। ਤਾਂ ਮੇਰਾ ਨਾਂ ਹੈਗਾ ਧਰਮਵੀਰ ਬੁੱਲਾ ਸਰਟੀਫਿਕੇਟ 'ਚ। ਬਾਅਦ ਗਾਂਧੀ ਦਾ ਮੈਨੂੰ ਮੈਡੀਕਲ ਜਾ ਕੇ ਕੋਈ ਸਮਾਜਿਕ ਕੰਮ ਕਰਨੇ, ਕੁਛ ਸਿਆਸੀ ਗੱਲਾਂ ਕਰਨ ਕਰਕੇ ਗਾਂਧੀ ਲੋਕੀ ਕਹਿਣ ਲੱਗ ਪਏ। ਮੇਰੇ ਛੋਟੇ ਭਰਾ ਨਾਂ ਹੈਗਾ ਯਸ਼ਵੀਰ ਕਬੀਰ, ਸਭ ਤੋਂ ਛੋਟੇ ਨਾਂ ਹੈਗਾ ਹਰਬੀਰ ਨਾਨਕ। ਸੋ ਬੁੱਲਾ, ਕਬੀਰ, ਨਾਨਕ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਕਿ ਸਾਡੇ ਪਿਤਾ ਨੇ ਸਾਡੇ ਨਾਂ ਦੇ ਪਿੱਛੇ ਗੋਤ ਨਹੀਂ ਲਾਇਆ ਕਿ ਸਾਡਾ ਗੋਤ ਕੀ ਹੈ, ਸਾਡੀ ਜਾਤ ਕੀ ਹੈ, ਉਹ ਮੈਂਸ਼ਨ ਨਹੀਂ ਕੀਤਾ ਕਿਤੇ। ਬੁੱਲਾ, ਕਬੀਰ ਤੇ ਨਾਨਕ। ਸੋ ਭਗਤੀ ਯੁੱਗ ਦਾ ਸਾਡੇ ਘਰ 'ਚ ਇੰਨਾ ਪ੍ਰਭਾਵ ਸੀਗਾ, ਆਦਰਸ਼ਵਾਦ ਇੰਨਾ ਭਾਰੂ ਸੀਗਾ ਕਿ ਜਿਹੜੀਆਂ ਅੱਜ ਦੀਆਂ ਤੁਸੀਂ ਸਮਾਜ ਨਿਗਾਰ ਦੇਖਦੇ ਹੋ, ਸਾਡੇ ਤੱਕ ਪਰਿਵਾਰਾਂ 'ਚ ਹੋ ਜਾਂ ਸਾਡੇ ਇਲਾਕੇ 'ਚ, ਉਸ ਵੇਲੇ ਸਾਰੇ ਪੰਜਾਬੀ ਸਮਾਜ, ਹਿੰਦੁਸਤਾਨੀ ਸਮਾਜ, ਉਹ ਨੇੜੇ ਤੇੜੇ ਨਹੀਂ ਸੀਗਾ। ਇੱਕ ਤਾਂ ਉਹ ਜਿਹੜਾ ਸਮਾਂ ਸੀਗਾ ਸਾਡੇ ਬਚਪਨ ਵਾਲਾ, ਉਹ ਇੱਕ ਹੁੰਦੀ ਟਰਮ ਕਿ ਪੋਸਟ ਇੰਡੀਪੈਂਡੈਂਸ ਆਈਡਲਿਜ਼ਮ। ਬਿਲਕੁਲ ਉਹ ਮੈਂ ਕਹਿੰਦਾ ਸੀਗਾ, ਜਦੋਂ ਤੁਹਾਡਾ ਜਨਮ ਹੋਇਆ 1951 ਦੇ ਵਿੱਚ, ਤੇ ਉਹ ਇੱਕ ਹਿਸਾਬ ਨਾਲ ਇੱਕ ਪੂਰਾ ਚੇਂਜ ਓਵਰ ਸੀਗਾ ਆਜ਼ਾਦੀ ਤੋਂ ਬਾਅਦ। ਐਗਜ਼ੈਕਟਲੀ। ਉਹ ਨਾ ਆਦਰਸ਼ਵਾਦ ਦਾ ਸਮਾਂ ਸੀਗਾ, ਆਦਰਸ਼ਵਾਦ ਦਾ। ਅਧਿਆਪਕ ਵੀ ਆਦਰਸ਼ਵਾਦੀ, ਡਾਕਟਰ ਵੀ ਆਦਰਸ਼ਵਾਦੀ, ਲੀਡਰ ਵੀ ਆਦਰਸ਼ਵਾਦੀ। ਅਤੇ ਉਹਨਾਂ ਲੀਡਰਾਂ ਨੇ ਅੱਜ ਦੇ ਲੀਡਰਾਂ ਕੋਈ ਮੁਕਾਬਲਾ ਨਹੀਂ ਕਰ ਸਕਦੇ। ਅਜੇ ਵੀ ਲਿਖਿਆ ਹੋਇਆ ਬੱਸਾਂ ਦੇ ਵਿੱਚ 1 2 3 ਸੀਟ MLA ਲਈ। ਸਾਡੀਆਂ ਬੱਸਾਂ ਚੜ੍ਹਦੇ ਸੀ, ਸਾਡੇ ਸਕੂਲਾਂ 'ਚ ਉਹਨਾਂ ਦੇ ਬੱਚੇ ਪੜ੍ਹਦੇ ਸੀ, ਸਿਆਸਤਦਾਨਾਂ ਦੇ, ਅਫਸਰਾਂ ਦੇ, ਸਾਡੇ ਹਸਪਤਾਲਾਂ 'ਚ ਆਉਂਦੇ ਸੀਗੇ। ਅੱਜ ਤੱਕ ਜਮਾਤ ਹੀ ਵੱਖਰੀ ਹੋ ਗਈ ਨਾ। ਸੋ ਇੱਕ ਤਾਂ ਤੁਹਾਡੀ ਗੱਲ ਬਿਲਕੁਲ ਹੀ ਜਾਇਜ਼ ਗੱਲ ਫੜੀ ਹੈਗੀ ਹੈ ਕਿ ਇੱਕ ਤਾਂ ਇੱਕ ਆਜ਼ਾਦੀ ਤੋਂ ਬਾਅਦ ਦਾ ਫੌਰੀ ਦੌਰ ਸੀਗਾ, ਜਿਸ 'ਚ ਆਦਰਸ਼ਵਾਦ ਵੀ ਸੀਗਾ, ਨਵੇਂ ਆਜ਼ਾਦ ਹੋਏ ਮੁਲਕ ਦਾ ਚਾਅ ਵੀ ਸੀਗਾ ਹੈਗਾ, ਔਰ ਇੱਕ ਸੁਪਨੇ ਵੀ ਸੀਗੇ, ਤੇ ਇੱਕ ਘਰ ਦਾ ਮਾਹੌਲ ਵੀ ਮਤਲਬ ਕਾਫੀ ਰੈਸ਼ਨਲ, ਤਰਕਸੰਗਤ ਸੀਗਾ। ਉਸ ਵੇਲੇ ਇਹ ਵੀ ਸੀ ਨਾ ਲੋਕਾਂ ਦੇ ਵਿੱਚ ਕਿ ਅਸੀਂ ਦੇਸ਼ ਲਈ ਕੁਝ ਕਰਨਾ, ਤੇ ਬੱਚਿਆਂ ਨੂੰ ਪੜ੍ਹਾਉਣ ਦਾ, ਜਾਣੀ ਕਿ ਤੁਸੀਂ ਦੱਸ ਰਹੇ ਫਾਦਰ ਸਾਹਿਬ ਤੁਹਾਡੇ ਟੀਚਰ ਸੀ, ਤਾਂ ਉਹਨਾਂ ਦੇ ਵਿੱਚ ਇੱਕ ਅਲੱਗ ਇੱਛਾ ਹੋਣੀ ਹੈ ਕਿ ਅਸੀਂ ਪੜ੍ਹਾਵਾਂਗੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਪਿੰਡ 'ਚ ਮੇਰੇ ਪਿਤਾ ਜੀ ਨੇ ਅਧਿਆਪਨ ਕੀਤਾ ਹੈਗਾ ਹੈ, ਉਹ ਮਤਲਬ ਇਲਾਕੇ ਦਾ ਇੱਕ ਵੱਡਾ ਪਿੰਡ ਸੀਗਾ, ਠਾਣਾ ਪਿੰਡ ਹੈਗਾ, ਸਤਲੁਜ ਦਰਿਆ ਦੇ ਨਾਲੇ ਹੈਗਾ, ਠਾਣਾ ਪਿੰਡ ਹੈਗਾ। ਅਤੇ ਉੱਥੇ ਮੇਰੇ ਪਿਤਾ ਜੀ ਸਨ 24 'ਚ ਟੀਚਰ ਲੱਗੇ ਹੈ, ਅੱਜ ਤੋਂ 100 ਸਾਲ ਪਹਿਲਾਂ। ਅਤੇ ਸਾਰਾ ਪਿੰਡ ਕੱਚਾ ਸੀਗਾ,
ਸਿਰਫ 2 ਚੌਧਰੀਆਂ ਦੇ ਘਰ ਪੱਕੇ ਸੀਗੇ, ਚੇਤਲ ਚੌਧਰੀ ਸੀਗੇ, ਤੇ ਉਹਨਾਂ ਦੇ ਬੱਚੇ ਪੜ੍ਹਦੇ ਸੀ ਬਾਹਰ ਕਿਸੇ ਸਕੂਲਾਂ ਵਿੱਚ। ਬਾਕੀ ਸਾਰਾ ਪਿੰਡ ਅਨਪੜ੍ਹ ਸੀਗਾ, ਸਾਰਾ ਪਿੰਡ ਕੱਚਾ ਸੀਗਾ, ਮਿੱਟੀ ਨਾਲ ਮਿੱਟੀ ਹੁੰਦਾ ਸੀਗਾ, ਮਿਹਨਤੀ ਮਸ਼ੱਕਤੀ ਪਿੰਡ ਸੀਗਾ, ਚਾਹੇ ਜਾਤ ਕੋਈ ਮਰਜ਼ੀ ਹੋਵੇ। ਤੇ ਮੇਰੇ ਪਿਤਾ ਜੀ ਨੇ ਉੱਥੇ ਜਿੱਦਣ ਨੌਕਰੀ ਜੁਆਇਨ ਕੀਤੀ ਤੇ ਜਦੋਂ ਰਿਟਾਇਰ ਹੋਏ, ਇੱਕੋ ਹੀ ਪਿੰਡ 'ਚ ਨੌਕਰੀ ਜੁਆਇਨ ਕੀਤੀ, ਸਾਰੀ ਨੌਕਰੀ ਉੱਥੇ ਕਰਕੇ ਉੱਥੇ ਰਿਟਾਇਰ ਹੋਏ ਨੇ। ਤੇ ਉਹ ਪਿੰਡ 'ਚ ਅੱਜ ਅਸੀਂ ਪਿੱਛੇ ਜੇ ਅਸੀਂ 5-6 ਸਾਲ ਪਹਿਲਾਂ ਅਸੀਂ ਸਰਵੇ ਕਰਾਇਆ ਸੀਗਾ, ਅੱਜ ਉਸ ਪਿੰਡ ਦੀ ਜਿਹੜੀ 5ਵੀਂ ਪੀੜ੍ਹੀ ਹੈਗੀ ਹੈ, ਉਹਦੇ 'ਚ ਹਜ਼ਾਰਾਂ ਤਾਂ ਨੌਜਵਾਨ ਮੁਲਾਜ਼ਮ ਹੈ, ਸਾਰਾ ਪਿੰਡ ਪੱਕਾ ਹੈਗਾ ਹੈ। ਉਹ ਕੋਈ IAS ਹੈ, ਕੋਈ PCS ਹੈ, ਕੋਈ ਅਮਰੀਕਾ ਬੈਠਾ, ਕੋਈ ਸਾਇੰਟਿਸਟ ਹੈ, ਕੋਈ ਇਸਰੋ 'ਚ ਬੈਠਾ, ਕੋਈ IIT 'ਚ ਬੈਠਾ, ਉਹ 5ਵੀਂ ਪੀੜ੍ਹੀ ਤੱਕ ਆਉਂਦੇ। ਸੋ ਕਿੱਡਾ ਬੜਾ ਯੋਗਦਾਨ ਇੱਕ ਟੀਚਰ ਦਾ ਹੋ ਸਕਦਾ ਹੈਗਾ। ਜਿੰਨਾ ਅਹਿਸਾਸ ਮੈਨੂੰ ਹੈਗਾ ਤਾਂ ਇੰਨਾ ਅਹਿਸਾਸ ਕਿਸੇ ਹੋਰ ਨੂੰ ਮੈਂ ਬਿਲਕੁਲ ਇਹ ਬੜੀ ਅਹਿਮ ਚੀਜ਼ ਹੈ ਕਿ ਇੱਕ ਟੀਚਰ ਵੀ ਜੇ ਚਾਹਵੇ ਤਾਂ ਪੂਰਾ ਸਮਾਜ ਨੂੰ ਬਦਲ ਸਕਦਾ, ਸਮਾਜ ਨੂੰ ਬਦਲ ਦਿੰਦਾ। 7ਵੀਂ 5ਵੀਂ ਪੀੜ੍ਹੀ ਆਉਂਦੇ ਸਾਰਾ ਪਿੰਡ ਮੁਲਾਜ਼ਮਤ ਚਲਾ ਗਿਆ, ਸਾਰਾ ਪਿੰਡ ਪੱਕਾ ਹੈ, ਸਾਰਾ ਪਿੰਡ ਸਾਰੀ ਦੁਨੀਆ 'ਚ ਫੈਲ ਗਿਆ। ਤੁਹਾਡਾ ਜੇ ਅਸੀਂ ਪੜ੍ਹਾਈ ਦੀ ਗੱਲ ਕਰੀਏ, ਫਿਰ ਪੜ੍ਹਾਈ ਤੁਹਾਡੀ ਉੱਥੇ ਹੀ ਹੋਈ ਸਾਰੀ? ਮੇਰੇ ਪਿੰਡ 'ਚ ਹੋਈ ਹੈਗੀ। ਉਸ ਤੋਂ ਬਾਅਦ ਮੈਂ ਨਵੇਂ ਸ਼ਹਿਰ ਆਰਿਆ ਕਾਲਜ ਪੜ੍ਹਿਆ, ਫਿਰ ਮੈਂ ਮੈਡੀ ਕਾਲਜ ਅੰਮ੍ਰਿਤਸਰ, ਗਵਰਨਮੈਂਟ ਮੈਡੀ ਕਾਲਜ, ਮੈਂ ਅੰਮ੍ਰਿਤਸਰ ਆਪਣਾ ਕੋਰਸ ਪੂਰਾ ਕੀਤਾ ਜੀ। MD ਮੈਂ ਪਟਿਆਲੇ ਤੋਂ ਕੀਤੀ ਆ ਕੇ। ਸੋ ਜਦੋਂ ਅਸੀਂ ਮਤਲਬ ਛੋਟੇ ਸੀਗੇ, ਜੋ ਉੱਦਾਂ ਦੀ ਗੁੜਤੀ ਮਿਲੀ ਹੈ, ਜੋ ਮਾਹੌਲ ਮਿਲਿਆ ਹੈਗਾ, ਤਾਂ ਜਦੋਂ ਬੰਦਾ ਸਾਡੀ ਪੀੜ੍ਹੀ ਦੇ ਇਕੱਲਾ ਮੇਰੀ ਗੱਲ ਨਹੀਂ ਹੈਗੀ ਹੈ, ਜਿੰਨੇ ਵੀ ਬੱਚੇ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜਾਂ ਜਾਂ ਹਾਇਰ ਐਜੂਕੇਸ਼ਨ 'ਚ ਗਏ ਹੈਗੇ ਹੈ, ਤਾਂ ਉਹ ਇਹਨਾਂ ਕੋਰਸਾਂ 'ਚ ਜਾਣ ਦੇ ਬਾਵਜੂਦ ਉਹ ਜਿਹੜੀਆਂ ਪਿੰਡਾਂ ਦੀਆਂ ਸੰਵੇਦਨਾਵਾਂ ਸੀਗੀਆਂ, ਜ਼ਿੰਦਗੀ ਦੀਆਂ ਸੰਵੇਦਨਾਵਾਂ ਸੀਗੀਆਂ, ਵਿਤਕਰਾ ਸੀਗਾ, ਦਲਿਤਾਂ ਨਾਲ ਵਿਤਕਰੇ ਸੀਗੇ, ਗਰੀਬੀ ਸੀ, ਗੁਰਬਤ ਸੀ, ਅਨਪੜ੍ਹਤਾ ਸੀ, ਜਹਾਲਤ ਸੀਗੀ, ਵਹਿਮ ਭਰਮ ਸੀਗੇ, ਬਾਬਿਆਂ ਦੀਆਂ ਮਤਲਬ ਜੇ ਕਿਸੇ ਚੇਚਕ ਮਾਤਾ ਨਿਕਲਿਆ ਨਹੀਂ ਤਾਂ ਚੁੰਨੀਆਂ ਚਾੜਨੀਆਂ, ਮੱਥੇ ਟੇਕਣੇ, ਕੜਾਈਆਂ ਕਰਨੀਆਂ। ਮਤਲਬ ਅਸੀਂ ਅਜਿਹੇ ਬੈਕਵਰਡ ਸਮਾਜ 'ਚੋਂ ਨਿਕਲ ਕੇ ਮੈਡੀਕਲ ਪੁੱਜੇ, ਜੋ ਦਿਮਾਗ ਨੂੰ ਰੋਸ਼ਨੀ ਆਈ ਹੈਗੀ ਹੈ, ਤਾਂ ਸਾਨੂੰ ਜੇ ਸਾਡੀਆਂ ਸੰਵੇਦਨਾਵਾਂ ਸੀਗੀਆਂ ਬਚਪਨ ਦੀਆਂ, ਸਾਡੀ ਪੀੜ੍ਹੀ 'ਚੋਂ ਸਾਡੇ ਨਾਲ ਗਈਆਂ। ਹੁਣ ਉਹ ਸੰਵੇਦਨਾਵਾਂ ਹੁਣ ਦੀ ਪੀੜ੍ਹੀ 'ਚੋਂ ਹੈ ਨਹੀਂ, ਕਿਉਂਕਿ ਉਹਨਾਂ ਨੂੰ ਉਹ ਕੁਛ ਨਹੀਂ ਦੇਖਿਆ ਜੋ ਪਛੜਾਪਣ, ਜਹਾਲਤ, ਗੁਰਬਤ ਜੋ ਅਸੀਂ ਦੇਖੀ ਆ, ਅਸੀਂ ਝੱਲੀ ਵੀ ਹੈਗੀ ਹੈ। ਤੇ ਹਾਲਾਂਕਿ ਉਸ ਲੈਵਲ 'ਤੇ ਨਹੀਂ ਸੀ, ਕਿਉਂਕਿ ਟੀਚਰ ਹੋਣਾ ਉਸ ਵੇਲੇ ਚਾਹੇ ਤਨਖਾਹ 22 ਰੁਪਏ ਸੀਗੀ, ਫਿਰ ਵੀ ਇੱਕ ਰਿਸਪੈਕਟੇਬਲ ਚੀਜ਼ ਸੀਗੀ ਟੀਚਰ ਹੋਣਾ। ਜਦੋਂ ਤੁਹਾਡੀ ਗੱਲ ਕਰੀਏ, ਫਿਰ ਜਦੋਂ ਤੁਸੀਂ ਪਟਿਆਲਾ ਨੇ ਕਿ MD ਕਰ ਲਈ, ਤਾਂ ਇਸ ਤੋਂ ਬਾਅਦ ਪ੍ਰੋਫੈਸ਼ਨਲੀ ਕੰਮ ਕਦੋਂ ਸ਼ੁਰੂ ਕਰ ਰਹੇ? ਨਹੀਂ ਪ੍ਰੋਫੈਸ਼ਨਲ ਤਾਂ ਦੇਖੋ, ਮੈਂ ਦੱਸਿਆ ਕਿ ਈਵਨ ਜਿਹੜੀ ਮੇਰੀ ਸਿਆਸਤ ਪ੍ਰਤੀ ਰੁਚੀ ਹੈਗੀ ਹੈ, ਉਹ ਵੀ ਇਹ ਕੋਈ ਨਵੀਂ ਨਹੀਂ ਹੈਗੀ ਹੈ। ਮੇਰੀ ਸਿਆਸਤ 'ਚ ਰੁਚੀ ਮੇਰੇ ਮੈਡੀਕਲ ਜਾਣ ਸਾਰ 70-72 ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਦੀ ਵਿਦਿਆਰਥੀ ਲਹਿਰ ਸੀਗੀ, ਉਸ ਵੇਲੇ ਸ਼ੁਰੂ ਹੋ ਗਈ ਸੀਗੀ। ਧਰਨੇ ਕਰਦੇ ਰਹੇ ਹੋ ਤੁਸੀਂ ਕਾਲਜ ਦੇ ਦੌਰਾਨ? ਮਜ਼ਾਰੇ ਕਰਦੇ ਰਹੇ। ਐਮਰਜੈਂਸੀ ਦਾ ਵਿਰੋਧ ਕੀਤਾ, ਮੈਨੂੰ ਜੇਲ੍ਹ ਜਾਣਾ ਪਿਆ। ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ 75 'ਚ। ਸਾਰਾ ਹੋਸਟਲ ਘੇਰ ਕੇ ਮੈਨੂੰ ਗ੍ਰਿਫਤਾਰ ਕੀਤਾ ਹੈਗਾ। ਇੱਕ ਦਿਨ ਮੈਨੂੰ ਪੂਰਾ ਸ਼ਹਿਰ 'ਚ ਘੁਮਾਇਆ, ਪਿੰਡਾਂ 'ਚ ਘੁਮਾਇਆ, ਫਿਰ ਦੂਜੇ ਦਿਨ ਮੈਨੂੰ ਥਾਣੇ ਜੱਜ ਦੇ ਪੇਸ਼ ਕੀਤਾ ਹੈਗਾ ਅਤੇ ਮੈਨੂੰ ਜੇਲ੍ਹ ਸੁੱਟ ਦਿੱਤਾ ਹੈਗਾ। ਅਤੇ ਉਹ ਸੋ ਇਸ ਕਰਕੇ ਇਹ ਕਹਿਣਾ ਕਿ ਮੈਂ ਕੋਈ ਸਿਆਸਤ 'ਚ ਕੋਈ 14 ਵਿੱਚ ਹੀ ਮੈਂ MP ਬਣਨ ਦੌਰਾਨ ਆਇਆ, ਇਹ ਗੱਲ ਗਲਤ ਹੈਗੀ ਹੈ। ਉਸ ਤੋਂ ਬਾਅਦ ਮੈਂ ਇੱਕ ਪਿੰਡ 'ਚ 8-10 ਸਾਲ ਕੰਮ ਕੀਤਾ, ਉੱਥੇ ਵੀ ਮੈਂ ਸਿਆਸੀ ਤੌਰ 'ਤੇ ਸਰਗਰਮ ਰਿਹਾ, ਚਾਹੇ ਉਹ ਕਿਸੇ ਦਲਿਤ ਔਰਤ ਨਾਲ ਬਲਾਤਕਾਰ ਦਾ ਮਾਮਲਾ ਹੋਵੇ, ਚਾਹੇ ਪਿੰਡ ਦੇ ਲੋਕਾਂ ਨਾਲ ਕੋਈ ਹੋਰ ਧੱਕਾ ਹੋਵੇ, ਚਾਹੇ ਹੋਰ ਸਮਾਜ ਵਿੱਚ ਜੋ ਬੁਰਾਈਆਂ ਉਹਨਾਂ ਖਿਲਾਫ ਸੰਘਰਸ਼ ਕਰਦਾ ਰਿਹਾ ਹੈਗਾ। ਫਿਰ 3 ਸਾਲ ਵਾਸਤੇ ਮੈਂ ਸੰਨ 82 ਤੋਂ ਲੈ ਕੇ 84 ਤੱਕ ਲੁਧਿਆਣੇ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ, ਜਿਨ੍ਹਾਂ ਦੀ ਹਾਲਤ ਬਹੁਤ ਹੀ ਖਸਤਾ ਸੀ, ਨਰਕੀ ਜ਼ਿੰਦਗੀ ਸੀਗੀ, ਖੁੱਡਾਂ ਜਿਵੇਂ ਕੁੱਕੜ ਹੁੰਦੇ ਨਾ, ਇੱਦਾਂ ਦੇ ਮਾਹੌਲ 'ਚ ਰਹਿੰਦੇ ਸੀਗੇ, ਬਹੁਤ ਬਿਮਾਰੀਆਂ ਦੇ ਸ਼ਿਕਾਰ ਸੀਗੇ, ਲਾਗ ਦੀਆਂ ਬਿਮਾਰੀਆਂ, ਛੂਤ ਦੀਆਂ ਬਿਮਾਰੀਆਂ, ਕਾਫੀ ਮਤਲਬ ਉਹਦੀ ਹਾਲਤ। ਫਿਰ ਮੈਂ 3 ਸਾਲ ਉੱਥੇ ਲਾਏ ਮਜ਼ਦੂਰਾਂ ਵਿੱਚ ਹੀ ਰਹਿਣਾ, ਮਜ਼ਦੂਰਾਂ ਵਿੱਚ ਹੀ ਸੌਣਾ, ਉੱਥੇ ਹੀ ਜਾਗਣਾ, ਉੱਥੇ ਹੀ ਕੰਮ ਕਰਨਾ, ਉਹਨਾਂ ਨੂੰ ਸਿਆਸੀ ਤੌਰ 'ਤੇ ਚੇਤਨ ਕਰਨਾ ਔਰ ਕਿਸੇ ਚੰਗੀ ਤਬਦੀਲੀ ਵਾਸਤੇ ਤਿਆਰ ਕਰਨਾ ਹੈਗਾ। ਇਹ ਸਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਾਲਜ ਵਾਲੀ ਲਾਈਫ ਦਾ, ਮੈਨੂੰ ਲੱਗਦਾ ਉਹਦਾ ਥੋੜ੍ਹਾ ਜਿਹਾ ਆਪਾਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਸ ਦੇ ਵਿੱਚ ਕੋਈ ਮੋਹਰੀ ਬਣਿਆ, ਕੋਈ ਰਾਹ ਦਸੇਰਾ ਬਣਿਆ ਤੁਹਾਨੂੰ ਪੋਲੀਟਿਕਸ ਵਾਲੇ ਪਾਸੇ, ਜਾਂ ਫਿਰ ਆਪਣੇ ਤੌਰ 'ਤੇ? ਨਾ ਉਹਦੇ 'ਚ ਇੱਕ ਤਾਂ ਗੁਰਸ਼ਰਨ ਭਾਜੀ, ਜਿਹੜੇ ਕਿ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਉਸ ਵੇਲੇ ਉਹਨਾਂ ਘਰ ਸੀ, ਖਾਲਸਾ ਕਲੋਨੀ ਉੱਥੇ ਅੰਮ੍ਰਿਤਸਰ, ਅਤੇ ਖਾਲਸਾ ਨਿਵਾਸ ਖਾਲਸਾ ਕਾਲਜ ਦੇ ਕੋਲ, ਉਹ ਮੇਰੇ ਰਾਹ ਦਰਸਾਵੇ ਬਣੇ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਅਤੇ ਉਹਨਾਂ ਦੇ ਜਿੰਨੀ ਉਹ ਸਟੱਡੀ ਕੀਤੀ ਸੀ, ਜੋ ਉਹਨਾਂ ਦੇ ਮਟੀਰੀਅਲ ਸੀਗਾ ਪੜ੍ਹਨ ਨੂੰ, ਉਹਨਾਂ ਬਾਰੇ ਮਿਲਿਆ, ਕਿੰਨੇ ਉਹ ਗਿਆਨੀ ਸੀਗੇ, ਕਿੰਨੇ ਉਹ ਪੜ੍ਹੇ ਲਿਖੇ ਅਤੇ ਕਿੰਨੇ ਸੁਲਝੇ ਸ਼ਖਸ ਸੀਗੇ, ਜਾਂ ਕਿੰਨੇ ਕਮਿਟਡ ਸੀਗੇ, ਕਿੰਨੇ ਆਪਣੇ ਸਮਰਪਿਤ ਸੀਗੇ, ਉਹ ਮੇਰੇ ਵਾਸਤੇ ਬਣਿਆ। ਤੀਜਾ ਕਾਰਲ ਮਾਰਕਸ, not just ਲੈਫਟਿਸਟ, ਮਤਲਬ ਐਵੇਂ ਨਹੀਂ ਖੱਬੇ ਪੱਖੀ ਸਾਰੇ ਹੀ, ਕਾਰਲ ਮਾਰਕਸ। ਦੂਜਾ ਲੈਨਨ,
ਜੋ ਉਹਦੀ ਇੰਟੈਲੀਜੈਂਸ ਸੀਗੀ, ਜਿਵੇਂ ਉਹਨੇ ਦੁਨੀਆ ਨੂੰ ਇੰਟਰਪ੍ਰੈਟ ਕੀਤਾ, ਦੁਨੀਆ ਦਾ ਵਿਸ਼ਲੇਸ਼ਣ ਕੀਤਾ, ਸਰਮਾਇਆਦਾਰੀ ਦਾ ਵਿਸ਼ਲੇਸ਼ਣ ਕੀਤਾ ਹੈਗਾ, ਔਰ ਜੋ ਉਹਨੇ ਵਿੱਚ ਨੁਕਤੇ ਕੁੰਡੀਆਂ ਫੜੀਆਂ ਨੇ, ਕਿਵੇਂ ਸਰਮਾਇਆਦਾਰੀ, ਕਿਵੇਂ ਇਹ ਜਮਾਤ ਅਲਟੀਮੇਟਲੀ ਜਾਊਗੀ, ਮਜ਼ਦੂਰ ਜਮਾਤ ਦਾ ਰਾਜ ਆਊਗਾ, ਕਿਉਂਕਿ ਇਹਦਾ ਇੱਕ ਸਮਾਂ ਪੁੱਗ ਰਿਹਾ ਬਹੁਤ ਜਲਦੀ ਹੋਈ। ਸਰ ਮਾਰਕਸ ਦੀ ਅਸੀਂ ਗੱਲ ਕਰ ਲਈ ਜਾਂ ਲੈਨਨ ਦੀ ਗੱਲ ਕਰ ਲਈਏ ਤਾਂ ਹਮੇਸ਼ਾ ਇਹ ਜਿੱਦਾਂ ਤੁਸੀਂ ਵੀ ਜ਼ਿਕਰ ਕਰਤਾ ਆਪਣੇ ਕਹਿੰਦੇ ਕਿ ਕਹਿ ਦਿੱਤਾ ਜਾਂਦਾ ਕਿ ਲੈਫਟਿਸਟ ਹੈ ਜਾਂ ਵੱਖਰੀ ਸੋਚ ਹੈ। ਇਹ ਵੱਖਰੀ ਸੋਚ ਦੀ ਗੱਲ ਹੁੰਦੀ ਹੈ ਜਾਂ ਫਿਰ ਜਿਹੜਾ ਬੰਦਾ ਤਰਕ ਨਾਲ ਗੱਲ ਕਰਦਾ ਉਹਨੂੰ ਵੱਖਰੀ ਸੋਚ ਦਾ ਮਾਲਕ ਬਣਾ ਦਿੱਤਾ ਨਹੀਂ, ਜਾਂਦਾ? ਬਿਲਕੁਲ, ਜਿਹੜਾ ਤਰਕ ਨਾਲ ਗੱਲ ਕਰੂਗਾ ਉਹਨਾਂ ਨਤੀਜੇ ਪੁੱਜੂਗਾ ਜਿਹਨਾਂ ਨਤੀਜੇ ਤੇ ਮਾਰਕਸ ਪੁੱਜਿਆ ਹੈਗਾ। ਮਾਰਕਸ ਬਹੁਤ ਹੀ ਲਿਟਰੇਟ ਬੰਦਾ ਸੀ, ਬਹੁਤ ਹੀ ਪੜ੍ਹਿਆ ਲਿਖਿਆ, ਬੜਾ ਜ਼ਹੀਨ ਸ਼ਖਸ ਸੀਗਾ ਇਸ ਸਾਡੇ ਸਮਿਆਂ ਦਾ, ਔਰ ਅੱਜ ਤੱਕ ਮੈਂ ਮਾਰਕਸ ਤੋਂ ਵੱਧ ਜ਼ਹੀਨ ਬੰਦਾ ਕੋਈ ਮਤਲਬ ਮੈਂ ਕਿਸੇ ਨੂੰ ਸਮਝਦਾ ਨਹੀਂ ਹੈਗਾ, ਜਿਹਨੇ ਮਤਲਬ ਸੋਸ਼ਲ ਸਾਇੰਸ ਦੇ ਮਾਮਲੇ 'ਚ ਉਹ ਪ੍ਰਾਪਤੀਆਂ ਕੀਤੀਆਂ, ਉਹ ਉਹਨਾਂ ਨੇ ਇੰਟਰਪ੍ਰੀਟੇਸ਼ਨ ਕੀਤੀ ਇਕਨੋਮਿਕ ਫਨੋਮਨਾਜ਼ ਦੀ ਅਤੇ ਸੋਸ਼ਲ ਫਨੋਮਨਾਜ਼ ਦੀ, ਜਿਹੜੀ ਅੱਜ ਤੱਕ ਹੋਰ ਬੰਦਾ ਨਹੀਂ ਕਰ ਸਕਿਆ ਹੈਗਾ। ਇਵੇਂ ਜਿਹੜੀਆਂ ਅਮਰੀਕਾ ਦੀਆਂ, ਕੈਨੇਡਾ ਦੀਆਂ ਜਾਂ ਮਤਲਬ ਯੂਰਪ ਦੀਆਂ ਯੂਨੀਵਰਸਿਟੀਆਂ ਹੈਗੀਆਂ, ਉਹਨਾਂ ਦਾ ਜਿਹੜੀ ਮਾਰਕਸ ਚੇਅਰ ਹੈਗੀ, ਉਹ ਅਜੇ ਵੀ ਸਰਚ ਕਰ ਰਹੇ ਕਿ ਮਾਰਕਸ ਕੀ ਕਹਿ ਗਿਆ ਔਰ ਇਹਦਾ ਮਤਲਬ ਕੀ ਹੈਗਾ। ਸੋ ਇੰਨਾ ਹੀ ਵਾਜ਼ ਜੀਨੀਅਸ ਪਰਸਨ। ਕਿਹੜੀ ਗੱਲ ਹੈ ਤੁਹਾਨੂੰ ਜਿਹੜੀ ਸਭ ਤੋਂ ਜ਼ਿਆਦਾ ਡੂੰਘੀ ਅਸਰ ਕਰਕੇ ਗਈ ਉਹਨਾਂ ਦੀ ਇਹੀ ਡੂੰਘੀ ਅਸਰ ਕਰਦੀ ਕਿ ਕੋਈ ਚੀਜ਼ ਸਿਸਟਮ ਕੋਈ ਸਟੇਬਲ ਨਹੀਂ ਹੈਗਾ। ਇਸ ਧਰਤੀ 'ਤੇ ਇੱਕ ਸਮਾਂ ਸੀਗਾ ਕਿ ਪ੍ਰੀਸਟ ਔਰ ਕਮਿਊਨ ਸੀਗੇ ਕਿ ਜੰਗਲੀ ਲੋਕੀ ਜਦੋਂ ਬੰਦਰ ਤੋਂ ਮਨੁੱਖ ਬਣਿਆ ਹੈਗਾ, ਲੋਕੀ ਜੰਗਲਾਂ ਰਹਿੰਦੇ ਸੀਗੇ, ਕੱਪੜੇ ਥਾਂ 'ਤੇ ਦਰਖਤਾਂ ਦੇ ਪੱਤੇ ਪਹਿਨਦੇ ਸੀਗੇ ਅਤੇ ਜੜੀਆਂ ਬੂਟੀਆਂ ਖਾਂਦੇ ਸੀਗੇ। ਕੋਈ ਸੈਟਲਮੈਂਟਾਂ ਨਹੀਂ ਸੀਗੀਆਂ, ਕੋਈ ਖੇਤੀਬਾੜੀ ਨਹੀਂ ਸੀਗੀ, ਜੰਗਲੀ ਮਤਲਬ ਕਬੀਲਾ ਟਾਈਪ ਸੀਗਾ। ਕਬੀਲੇ ਨੇ ਦੂਜਾ ਮਾਰਤਾ, ਉਹ ਅੰਦਰ ਆਪਣੇ ਅੰਡਰ ਕਰ ਲਿਆ, ਦੂਜਾ ਮਾਰਤਾ, ਉਹਦੀ ਮਤਲਬ ਔਰਤਾਂ ਸਰਵਾਈਵਲ ਲੜਾਈ ਲੜਦੇ ਜਿਹੜੇ ਜਾਨਵਰ। ਫਿਰ ਉਸ ਤੋਂ ਬਾਅਦ ਜਦੋਂ ਸੈਟਲਮੈਂਟ ਹੋ ਗਈ, ਜਦੋਂ ਮਤਲਬ ਸੈਟਲਮੈਂਟ ਬਣ ਗਿਆ, ਖੇਤੀਬਾੜੀ ਹੋਣ ਲੱਗ ਪਈ, ਲੋਕਾਂ ਨੇ ਦੇਖਿਆ ਕਿ ਬੀਜ ਡਿੱਗੇ ਤੇ ਉੱਗ ਪਿਆ, ਚੀਜ਼ਾਂ ਉਗਾਉਣੀਆਂ ਸ਼ੁਰੂ ਕੀਤੀਆਂ। ਜਿੱਥੇ ਦੇਖਿਆ ਪੋਲੀ ਜ਼ਮੀਨ ਹੈ ਉੱਥੇ ਵਧੀਆ ਬੂਟਾ ਉੱਗਿਆ, ਜਿਹਦੇ ਸਖਤ ਜ਼ਮੀਨ ਉੱਥੇ ਉੱਗਿਆ ਹੀ ਨਹੀਂ। ਸੋ ਹਲ ਵਾਹਣ ਦਾ ਕਨਸੈਪਟ, ਜ਼ਮੀਨ ਨੂੰ ਪੋਲਾ ਕਰਨ ਦਾ ਕਨਸੈਪਟ ਆ ਗਿਆ ਹੈਗਾ। ਪਈਆ ਰੁੜਦਾ ਦੇਖਿਆ ਕਿ ਲੌਗ ਆਫ ਵੁੱਡ ਉੱਥੇ ਰੁੜਦਾ ਜਾ ਰਿਹਾ, ਪਈਏ ਦਾ ਕਨਸੈਪਟ ਆ ਗਿਆ। ਹੌਲੀ ਹੌਲੀ ਹਾਲ ਪੰਜਾਲੀਆਂ ਸਾਰਾ ਕੁਛ ਕਰਕੇ ਅਤੇ ਉਹਨਾਂ ਨੇ ਕਿਹਾ ਕਿ ਫਿਰ ਸਮਾਂ ਇੱਦਾਂ ਦਾ ਆਇਆ ਕਿ ਸਾਰੀ ਦੁਨੀਆ 'ਤੇ ਇੱਕ ਜ਼ਮੀਨ ਦਾ ਸਿਸਟਮ ਆਇਆ, ਜਿਹਨੂੰ ਆਪਾਂ ਜਾਗੀਰਦਾਰੀ ਸਿਸਟਮ ਕਹਿੰਦੇ ਹੈਗੇ। ਨਾ ਫਿਰ ਆਇਆ ਕਿ ਜਦੋਂ ਇਹ ਮਤਲਬ ਜ਼ਮੀਨ ਵਿਕਸਿਤ ਹੋਣ ਲੱਗੀ ਹੈਗੀ ਹੈ ਅਤੇ ਉਹਦੇ 'ਚ ਫਿਰ ਜਿਹੜੇ ਤਕੜੇ ਸੀਗੇ ਉਹਨੇ ਮਾੜਿਆਂ ਨੂੰ ਹਰਾ ਕੇ ਆਪਣੇ ਅੰਡਰ ਕਰ ਲਿਆ, ਗੁਲਾਮ ਬਣਾ ਲਏ ਹੈਗੇ। ਸਾਰੀ ਦੁਨੀਆ 'ਚ ਗੁਲਾਮਬਾਰੀ ਪ੍ਰਬੰਧ ਆਇਆ ਹੈਗਾ। ਪਹਿਲਾਂ ਮਤਲਬ ਜੰਗਲੀ ਪ੍ਰਬੰਧ ਸੀਗਾ, ਜਿਹੜਾ ਕਿ ਤਬਦੀਲੀ ਉਹਨਾਂ ਨੇ ਦੱਸੀ ਹੈ ਕਿਸ ਤਰੀਕੇ ਨਾਲ। ਫਿਰ ਉਸ ਤੋਂ ਬਾਅਦ ਮੈਂ ਕਿਹਾ ਕਿ ਫਿਰ ਜਦੋਂ ਐਗਰੀਕਲਚਰ ਆਇਆ, ਇਹਦੇ ਨਾਲ ਖੱਡੀਆਂ ਆ ਗਈਆਂ, ਲੋਹਾਰਾ ਆ ਗਿਆ, ਤਖਾਣਾ ਆ ਗਿਆ, ਇਹ ਕਿੱਤੇ ਆ ਗਏ, ਤਾਂ ਫਿਰ ਟੈਕਨੋਲੋਜੀ ਦਾ ਬੇਸ ਬਣਨ ਲੱਗ ਪਿਆ। ਫਿਰ ਉਦੋਂ ਫਿਰ ਕੈਪੀਟਲ ਆਈ ਹੈਗੀ, ਜਦੋਂ ਖੱਡੀਆਂ ਤੋਂ ਵੱਡੀਆਂ ਮਿੱਲਾਂ ਬਣਨ ਲੱਗੀਆਂ, ਕੱਪੜਾ ਵੱਡੀ ਪੱਧਰ 'ਤੇ ਬੁਣਿਆ ਜਾਣ ਲੱਗਿਆ, ਚੀਜ਼ਾਂ ਵੱਡੀ ਪੱਧਰ 'ਤੇ ਬਣਨ ਲੱਗੀਆਂ। ਫਿਰ ਜਿਹੜੀ ਹੈ ਜਿਹਨੂੰ ਆਪਾਂ ਕਹਿੰਦੇ ਹੈਗੇ ਕਿ ਮੈਨੂਫੈਕਚਰੀਜ਼, ਇਹ ਆ ਗਈਆਂ ਹੈਗੀਆਂ, ਉਹਦੇ ਨਾਲ ਸਰਮਾਏਦਾਰੀ ਆ ਗਈ। ਕਹਿੰਦੇ ਵੀ ਖੜਨਾ ਇੱਥੇ ਵੀ ਨਹੀਂ ਗੱਲ ਹੈਗੀ। ਜਿਹੜੀਆਂ ਕੰਟਰਾਡਿਕਸ਼ਨ, ਵਿਰੋਧ ਪ੍ਰੀਸਟ ਔਰ ਕਮਿਊਨ ਸੀਗੇ, ਉਹ ਵਿਰੋਧ ਗੁਲਾਮਦਾਰੀ ਸੀਗੇ, ਉਹ ਵਿਰੋਧ ਉਹਨਾਂ ਵਿਰੋਧਾਂ ਕਰਕੇ ਪਹਿਲਾਂ ਪ੍ਰੀਸਟ ਔਰ ਕਮਿਊਨ ਖਤਮ ਹੋਏ, ਫਿਰ ਗੁਲਾਮਦਾਰੀ ਖਤਮ ਹੋਈ, ਫਿਰ ਜਾਗੀਰਦਾਰੀ ਦੁਨੀਆ ਭਰ 'ਚ ਖਤਮ ਹੋਈ। ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ ਤਾਂ ਰਾਜੇ ਮਹਾਰਾਜੇ ਸੀਗੇ, ਅੱਜ ਕੋਈ ਨਹੀਂ ਰਿਹਾ। ਨੇਪਾਲ ਵਰਗੇ ਵੀ ਸਾਰੇ ਦੁਨੀਆ 'ਚ ਤਕਰੀਬਨ ਖਤਮ ਹੈ, ਮਤਲਬ ਜਿਹੜੇ ਫਿਊਡਲ ਲਾਰਡਸ ਹੈਗੇ ਆ ਜਾਂ ਜਿਹੜੀਆਂ ਸਮਾਂਤੀ ਰਾਜੇ ਹੈਗੇ, ਉਹਨਾਂ ਦਾ ਸਮਾਂ ਖਤਮ ਹੋ ਚੁੱਕਿਆ। ਅੱਜ ਦੁਨੀਆ ਸਰਮਾਏਦਾਰੀ ਹੈ। ਕਹਿੰਦੇ ਇਹ ਸਟੇਬਲ ਕਿਵੇਂ ਰਹਿ ਜਾਊਗੀ? ਇਹਨਾਂ ਦਾ ਵੀ ਅੰਤ ਇਹਦਾ ਅੰਤ ਹੋਊਗਾ। ਔਰ ਹਿਸਟਰੀ ਦਾ ਲਾ ਹੈਗਾ ਹੈ ਕਿ ਚੇਂਜ ਇਜ਼ ਦਾ ਓਨਲੀ ਲਾ ਆਫ ਨੇਚਰ, ਜਿਹੜਾ ਸੱਚਾ ਹੈਗਾ। ਤਬਦੀਲੀ ਸੱਚੀ ਹੈ, ਬਾਕੀ ਸਭ ਝੂਠਾ ਹੈਗਾ। ਜੋ ਦਿਖ ਰਿਹਾ ਇਹ ਰਹਿਣਾ ਨਹੀਂ ਇਸ ਤਰ੍ਹਾਂ, ਇਹ ਰਹਿਣਾ ਨਹੀਂ ਇਸ ਤਰ੍ਹਾਂ, ਨਾ ਕਦੀ ਰਿਹਾ ਇਸ ਤਰ੍ਹਾਂ। ਔਰ ਦੁਨੀਆ, ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਪਿੱਛੇ ਨੂੰ ਨਹੀਂ ਜਾਣਾ, ਕਿ ਹੁਣ ਜਿਹਨੇ ਇੱਕ ਵਾਰ ਲਾਟੂ ਜਗਾ ਲਿਆ, ਉਹ ਹੁਣ ਤੇਲ ਦਾ ਦੀਵਾ ਨਹੀਂ ਜਗਾਊਗਾ, ਮੋਮਬੱਤੀ ਨਹੀਂ ਜਗਾਊਗਾ। ਹੁਣ ਜਿਹਨੇ ਹਲਟ ਸੁੱਟ ਕੇ ਪਰਾਂ ਮੋਟਰ ਲਾ ਲਈ ਬਿਜਲੀ ਦੀ ਪਾਣੀ ਕੱਢਣ ਵਾਸਤੇ, ਉਹ ਮੁੜ ਕੇ ਹਲਟ 'ਤੇ ਨਹੀਂ ਜਾਊਗਾ। ਉਹ ਕਹਿੰਦਾ ਕਿ ਦੁਨੀਆ ਮੂਵ ਕਰਦੀ ਹੈ ਸਪੈਰਲੀ, ਐ ਮੂਵ ਕਰਦੀ ਹੈ, ਐਂਡ ਵਨ ਸਟੈਪ ਹਾਇਰ ਐਂਡ ਵਨ ਸਟੈਪ ਕੰਪਲੈਕਸ, ਸਿੰਪਲ ਤੋਂ ਕੰਪਲੈਕਸ ਅਤੇ ਲੋਅਰ ਤੋਂ ਹਾਇਰ। ਐਂ ਦੁਨੀਆ ਮੂਵ ਕਰਦੀ ਹੈ। ਦੁਨੀਆ ਸਰਕਲ 'ਚ ਮੂਵ ਨਹੀਂ ਕਰਦੀ ਕਿ ਉੱਥੇ ਗੇੜਾ ਮਾਰੀ ਜਾਊਗੀ। ਦੁਨੀਆ ਨੇ ਐਂ ਕਰਕੇ ਨਾਲੇ ਹਾਇਰ ਜਾਈ ਜਾਣਾ, ਨਾਲੇ ਸਪਾਇਰਲ ਚੱਲਦੀ ਹੈ, ਨਾਲੇ ਉੱਪਰ ਜਾਈ ਜਾਣਾ, ਨਾਲੇ ਕੰਪਲੈਕਸ, ਸਿੰਪਲ ਤੋਂ ਕੰਪਲੈਕਸ ਹੋਈ ਜਾਣਾ। ਜਿਹੜਾ ਸਭ ਤੋਂ ਪਹਿਲਾਂ ਬੈਕਟੀਰੀਆ ਸੀਗਾ, ਜਿਹੜਾ ਆਰਗੈਨਿਜ਼ਮ ਸੀਗਾ, ਅਮੀਬਾ ਸੀਗਾ। ਕੋਈ ਪਿਸ਼ਾਬ ਦਾ ਥਾਂ ਨਹੀਂ, ਕੋਈ ਪ੍ਰੋਡਕਸ਼ਨ ਕਿਵੇਂ ਹੋਣੀ ਆ, ਟੁੱਟ ਕੇ 2 ਬਣ ਜਾਣੇ, 2 ਤੇ 4 ਬਣ ਜਾਣੇ। ਜਿਹੜਾ ਅੱਜ ਸਾਡੇ 'ਚ ਹੈਗਾ ਸਿਸਟਮ, ਡਾਈਜੈਸਟਿਵ ਸਿਸਟਮ, ਰੈਸਪੀਰੇਟਰੀ ਸਿਸਟਮ, ਬ੍ਰੇਨ ਦਾ ਸਿਸਟਮ, ਹਾਰਟ ਦਾ ਸਿਸਟਮ, ਕਿੰਨੇ ਇਵੋਲਵਡ ਸਿਸਟਮ ਹੈਗੇ ਆ। ਇਹ ਸਾਰੇ ਸਮੇਂ ਦੇ ਨਾਲ ਸਿੰਪਲ ਟੂ ਕੰਪਲੈਕਸ ਹੋਏ ਨੇ, ਲੋਅਰ ਟੂ ਹਾਇਰ ਗਏ ਨੇ।
ਸੋ ਇਹ ਮੈਨੂੰ ਜਿਹੜੀ ਸਾਇੰਟਿਫਿਕ ਐਕਸਪਲੇਨੇਸ਼ਨ ਸੀਗੀ ਫਿਨੋਮਨਾਸ ਦੀ, ਇਹ ਮੈਨੂੰ ਪਸੰਦ ਆਈ। ਐਜ਼ ਇੱਕ ਮੇਰਾ ਵਿਸ਼ਾ ਸਾਇੰਸ ਸੀਗਾ, ਇੱਕ ਮੈਨੂੰ ਸੋਬਤ ਮਿਲ ਗਈ ਗੁਰਸ਼ਰਨ ਭਾਜੀ ਹੋਰਾਂ ਦੀ, ਸ਼ਹੀਦ ਭਗਤ ਸਿੰਘ ਹੋਰਾਂ ਦੀ ਸਰਪ੍ਰਸਤੀ ਮਿਲ ਗਈ, ਆਸ਼ੀਰਵਾਦ ਮਿਲ ਗਿਆ, ਜਾਂ ਉਹਨਾਂ ਦੇ ਵਿਚਾਰਧਾਰਾ ਨਾਲ ਮੇਰਾ ਵਾਹ ਪੈ ਗਿਆ ਹੈਗਾ। ਇੱਕ ਫਿਰ ਕਾਰਲ ਮਾਰਕਸ ਨੂੰ ਪੜ੍ਹਨ ਦਾ ਮੌਕਾ ਮਿਲਿਆ। ਇਹ ਸਾਰੇ ਨੇ ਮੈਨੂੰ ਇੱਕ ਅਜਿਹਾ ਮਨੁੱਖ ਬਣਾ ਦਿੱਤਾ ਜਿਹੜਾ ਕਿ ਮੈਨੂੰ ਹੁਣ ਤੱਕ ਮੇਰੀ ਜ਼ਿੰਦਗੀ ਦਾ ਤਰਜ਼ ਜ਼ਿੰਦਗੀ ਦਾ ਹਿੱਸਾ ਹੈਗਾ ਹੈ। ਮਾਰਕਸਿਜ਼ਮ ਤੇ ਮਤਲਬ ਜਸਟਿਸ, ਇਕੁਐਲਿਟੀ, ਫਰਟਰਨਿਟੀ, ਇਹ ਸਾਰੇ ਮੇਰੀ ਜ਼ਿੰਦਗੀ ਦਾ ਹਿੱਸਾ ਹੈਗੇ ਆ। ਉਹ 'ਚ ਮੈਂ ਲੈਫਟ ਮੂਵਮੈਂਟ ਰਹਾਂ, ਮੈਂ ਆਮ ਆਦਮੀ ਪਾਰਟੀ 'ਚ ਗਿਆ ਕਿ ਕੋਈ ਚੰਗਾ ਕਰਾਂਗੇ, ਨਹੀਂ ਬਣੀ ਗੱਲ, ਛੱਡ ਕੇ ਆ ਗਿਆ ਹੈਗਾ। ਅੱਜ ਮੈਨੂੰ ਲੱਗਦਾ ਕਿ ਜਿੱਥੇ ਮੁਲਕ ਫਸ ਗਿਆ ਜਾ ਕੇ, ਹਿੰਦੂ ਰਾਸ਼ਟਰ ਜਿਹੜਾ ਇੱਕ ਖਤਰਨਾਕ ਇੱਕ ਰਸਤਾ ਜੋ ਇਖਤਿਆਰ ਕਰ ਰਿਹਾ ਹੈਗਾ, ਜਿੱਥੇ ਸਾਰੀ ਘੱਟ ਗਿਣਤੀਆਂ ਵਾਸਤੇ, ਔਰਤਾਂ ਵਾਸਤੇ, ਦਲਿਤਾਂ ਵਾਸਤੇ, ਆਦੀਵਾਸੀਆਂ ਵਾਸਤੇ ਬੜਾ ਖਤਰਾ ਖੜਾ ਹੋ ਗਿਆ ਹੈਗਾ, ਔਰ ਮੁਲਕ 'ਚ ਇੱਕ ਬੜਾ ਫਿਰਕੂ ਮਾਹੌਲ ਬਣ ਗਿਆ ਹੈਗਾ। ਅੱਜ ਕਾਂਗਰਸ ਦੀ ਮਤਲਬ ਮਦਦ ਕਰਨੀ ਚਾਹੀਦੀ, ਕਿਉਂਕਿ ਇੱਕੋ ਜਿਹੀ ਪਾਰਟੀ ਜਿਹੜੀ ਮੈਨੂੰ ਲੱਗਦਾ ਕਿ ਅੱਜ ਮਤਲਬ ਦੇਸ਼ ਨੂੰ ਇਸ ਪਾਸੇ ਕੱਢ ਸਕਦੀ ਹੈ। ਡਾਕਟਰ ਸਾਹਿਬ, ਕਿਉਂਕਿ ਤੁਹਾਡਾ ਤਜਰਬਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਕਾਲਜ ਲਾਈਫ ਦੇ ਵਿੱਚੋਂ ਹੀ ਇੱਕ ਹਿਸਾਬ ਨਾਲ ਪੋਲਿਟਿਕਸ ਵਾਲੇ ਪਾਸੇ ਨੂੰ ਆਪਾਂ ਕਹਿ ਸਕਦੇ ਰਾਹ ਨਿਕਲਣਾ ਸ਼ੁਰੂ ਹੋ ਗਿਆ ਸੀਗਾ, ਤੇ ਕੁਝ ਅਰਾਧ ਸਿਰਾ ਲੋਕ ਬਣੇ। ਤੇ ਐਗਜ਼ੈਕਟਲੀ ਜਦੋਂ ਅਸੀਂ ਹੁਣ ਪੋਲਿਟਿਕਸ ਦੀ ਗੱਲ ਕਰੀਏ, ਫਿਰ ਇਹ ਕਦੋਂ ਡਿਸੀਜਨ ਲਿਆ? ਕਿਉਂਕਿ ਤੁਸੀਂ ਤਾਂ ਆਰਾਮ ਨਾਲ ਆਪਣੀ ਪ੍ਰੈਕਟਿਸ ਕਰਨ ਲੱਗ ਪਏ ਸੀ। ਬਿਲਕੁਲ, ਮੈਂ ਥੋੜਾ ਸਹਿਮਤ ਹਾਂ। ਮੈਂ ਐਮਡੀ ਕੀਤੀ, ਫਿਰ ਮੈਂ ਕਾਰਡੀਓਲੋਜੀ ਡਿਪਾਰਟਮੈਂਟ 10 ਸਾਲ ਲਾਏ ਰਜਿੰਦਰਾ ਹਸਪਤਾਲ ਵਿੱਚ, ਦਿਲ ਦੇ ਰੋਗਾਂ ਦੇ ਵਿਭਾਗ ਵਿੱਚ, ਤੇ ਫਿਰ ਮੈਂ ਆਪਣੀ ਪ੍ਰੈਕਟਿਸ ਆਪਣੀ ਸ਼ੁਰੂ ਕਰ ਲਈ ਸੀਗੀ, ਕਿਉਂਕਿ ਉੱਥੇ ਮੇਰਾ ਸੂਤ ਨਹੀਂ ਸੀ ਆ ਰਿਹਾ ਉੱਥੇ। ਤੇ ਫਿਰ ਦੇਖੋ, ਜਿਸ ਬੰਦੇ ਅੰਦਰ ਕੁਝ ਮੱਚਦਾ ਹੋਵੇ ਨਾ, ਅੱਗ ਲੱਗੀ ਹੋਵੇ, ਉਹਨੂੰ ਐਂ ਲੱਗਦਾ ਕਿ ਕੁਛ ਹੋਣਾ ਚਾਹੀਦਾ ਹੈਗਾ। ਸੋ ਜਿਹੜੀ ਸਨ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਹੈ 11-12 'ਚ, ਉਦੋਂ ਇਕੱਲੀ ਹਿੰਦੁਸਤਾਨ 'ਚ ਨਹੀਂ ਚੱਲੀ, ਉਦੋਂ ਆਕੂਪਾਈ ਵਾਲ ਸਟਰੀਟ ਚੱਲੀ ਹੈਗੀ। ਉਸ ਤੋਂ ਪਹਿਲਾਂ ਤਹਿਰੀਰ ਸਕੁਆਇਰ ਚੱਲੀ ਹੈਗੀ, ਤਹਿਰੀਰ ਸਕੁਆਇਰ ਤੁਹਾਨੂੰ ਯਾਦ ਹੋਊਗਾ, ਮਿਡਲ ਈਸਟ ਵਿੱਚ ਉਹਨਾਂ ਨੇ ਬਹੁਤ ਕਮਾਲ ਦਾ ਸਾਰਾ ਕੁਝ ਕੀਤਾ ਹੈਗਾ। ਫਿਰ ਆਕੂਪਾਈ ਵਾਲ ਸਟਰੀਟ ਚੱਲੀ ਹੈਗੀ ਹੈ ਅਮਰੀਕਾ ਵਿੱਚ, ਹਿੰਦੁਸਤਾਨ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਹੈਗੀ ਹੈ। ਅਤੇ ਮੈਨੂੰ ਉਸ ਵੇਲੇ ਇਉਂ ਲੱਗਿਆ, ਔਰ ਸੱਚ ਜੈਨੂਇਨਲੀ ਲੱਗਿਆ ਕਿ ਜੇ ਮੁਲਕ 'ਚ ਇੱਕ ਲੱਖਾਂ ਲੋਕੀ ਸੜਕਾਂ 'ਤੇ ਆਏ ਹੈਗੇ ਹੈ, ਰਿਕਸ਼ੇ ਵਾਲੇ ਤੋਂ ਲੈ ਕੇ ਕਾਰਾਂ ਵਾਲਿਆਂ ਤੱਕ, ਜਹਾਜ਼ਾਂ ਵਾਲੇ ਤੋਂ ਲੈ ਕੇ ਗੱਡੀਆਂ ਵਾਲਿਆਂ ਤੱਕ, ਦਲਿਤਾਂ ਤੋਂ ਲੈ ਕੇ ਗੈਰ ਦਲਿਤਾਂ ਤੱਕ, ਔਰਤਾਂ ਤੋਂ ਲੈ ਕੇ ਬੰਦਿਆਂ ਤੱਕ, ਆਦੀਵਾਸੀਆਂ ਤੋਂ ਲੈ ਕੇ ਦੂਜੇ ਵੱਡੇ ਸਮਾਜਾਂ ਤੱਕ, ਦੇਸ਼ਾਂ ਤੋਂ ਲੈ ਕੇ ਵਿਦੇਸ਼ੀਆਂ ਤੱਕ ਤਾਂ ਮੈਨੂੰ ਇਸ ਮੂਵਮੈਂਟ ਦੇ ਸਾਈਡ ਖੜ੍ਹ ਕੇ ਦੇਖਣਾ ਨਹੀਂ ਚਾਹੀਦਾ, ਮੈਨੂੰ ਹਿੱਸਾ ਬਣਨਾ ਚਾਹੀਦਾ। ਲੈਟ ਮੀ ਬੀ ਪਾਰਟ ਆਫ ਇਟ। ਨਾਲ ਮੈਨੂੰ ਬੰਦੇ ਦਿਖਦੇ ਸੀਗੇ, ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ, ਜਸਟਿਸ ਸੀਗੇ ਉੱਥੇ ਦੇ, ਕਰਨਾਟਕਾ ਦੇ ਜਸਟਿਸ ਸੀਗੇ, ਫਿਰ ਐਡਮਿਰਲ ਰਾਮਦਾਸ ਸੀਗੇ, ਫਿਰ ਡਾਕਟਰ ਦਲਜੀਤ, ਬੜੇ ਨਾਮਵਰ ਲੋਕ, ਬਹੁਤ ਨਾਮਵਰ ਲੋਕ ਸਮਾਜ ਲਈ ਕੁਛ ਕਰਨਾ ਚਾਹੁੰਦੇ ਔਰ ਕਰਦੇ ਰਹੇ ਸੀਗੇ। ਤੇ ਉਹਨਾਂ 'ਚ ਅਰਵਿੰਦ ਕੇਜਰੀਵਾਲ ਵੀ ਸੀਗਾ, ਤੇ ਨੈਚੁਰਲੀ ਹੀ ਵਾਜ਼ ਏ ਮੋਰ ਵੋਕਲ ਪਰਸਨ, ਫੇਸ ਸੀਗਾ ਇਹ। ਤੇ ਪਰ ਫੇਸ ਹੋਣੀ ਦੂਜੇ ਵੀ ਸੀਗੇ, ਜੋਗਿੰਦਰ ਯਾਦਵ ਵੀ ਫੇਸ ਸੀਗਾ, ਸਗੋਂ ਉਹਨੂੰ ਚਣਕੇ ਕਹਿੰਦੇ ਸੀਗੇ ਕਿ ਚਣਕੇ ਹੈਗਾ ਇਹ ਆਮ ਆਦਮੀ ਪਾਰਟੀ ਦਾ। ਸੋ ਮੈਂ ਵੀ ਇਹਦਾ ਹਿੱਸਾ ਬਣਿਆ ਹੈਗਾ। ਬਟ ਰੈਟਰੋਸਪੈਕਟਿਵਲੀ ਪਿੱਛੇ ਜਾ ਕੇ ਜਦੋਂ ਮੈਂ ਦੇਖਦਾ ਹੈਗਾ, ਤਾਂ ਇਹ ਮੇਰੀ ਇੱਕ ਭੁੱਲ ਹੀ ਸੀਗੀ ਇਹ, ਕਿਉਂਕਿ ਮੈਂ ਇਹਦੇ ਕਰੈਕਟਰ ਨੂੰ ਬਹੁਤ ਡੀਪਲੀ ਐਨਾਲਾਈਜ਼ ਨਹੀਂ ਕੀਤਾ। ਅਸਲ 'ਚ ਇਹ ਮੂਵਮੈਂਟ RSS ਸਪੋਂਸਰਡ, ਇਹ ਸਪੌਂਟੇਨੀਅਸ ਨਹੀਂ ਸੀ, ਆਮ ਹਾਰੀ ਨਹੀਂ ਸੀ। ਇਹ RSS ਸਪੋਂਸਰਡ ਇੱਕ ਮੂਵਮੈਂਟ ਸੀ, ਜਿਹਦਾ ਪਰਪਸ ਸੀਗਾ ਕਿ ਕਾਂਗਰਸ ਨੂੰ ਇਸ ਹੱਦ ਤੱਕ ਬਦਨਾਮ ਕਰਨਾ ਹੈਗਾ ਹੈ, ਜਿਸ 'ਚੋਂ ਮਤਲਬ BJP ਦੇ ਆਉਣ ਵਾਸਤੇ ਔਰ ਮੋਦੀ ਨੂੰ ਪੋਲੀਟੀਕਲ ਔਰਬਿਟ 'ਚ, ਜਿਹੜਾ ਪੋਲੀਟੀਕਲ ਔਰਬਿਟ ਹੈਗਾ, ਉਹ ਸਥਾਪਿਤ ਕਰਨ ਵਾਸਤੇ ਇੱਕ ਮੌਕਾ ਪੈਦਾ ਕਰਨਾ ਹੈ। ਇਹ ਤੁਸੀਂ ਹੁਣ ਜੇ ਇੰਨਾ ਕੁਝ ਦੇਖਿਆ, ਉਸ ਤੋਂ ਬਾਅਦ ਇੱਕ ਸੋਚ ਇਹ ਵੀ ਕਹਿੰਦੇ ਕਿ ਬੜੇ ਪਲਾਨਡ ਤਰੀਕੇ ਨਾਲ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੀ ਜੌਬ ਕਰਦੇ ਹੁੰਦੇ, ਉੱਥੇ ਉਹਨਾਂ ਨੂੰ ਕੁਝ ਸਮੇਂ ਲਈ ਛੁੱਟੀ 'ਤੇ ਭੇਜ ਦਿੱਤਾ ਜਾਂਦਾ, ਅਮਰੀਕਾ ਜਾਂਦੇ ਨੇ, ਜੀਓ ਪੋਲਿਟਿਕਸ ਲੈਵਲ ਦੀਆਂ ਗੱਲਾਂ ਨਿਕਲਦੀਆਂ ਨੇ ਵਿੱਚੋਂ, ਬਿਲਕੁਲ ਠੀਕ ਹੈ, ਇੱਕ ਬੜੇ ਪਲਾਨਡ ਤਰੀਕੇ ਨਾਲ ਲਿਆਂਦਾ। ਜਿਹੜੀਆਂ ਇਹਨਾਂ ਦੀਆਂ ਫੋਟੋਆਂ ਜਾਂ ਬਾਹਰ ਵਾਇਰਲ ਹੋ ਰਹੀਆਂ ਜਾਂ ਬਾਹਰ ਆਈਆਂ ਹੈਗੀਆਂ, ਕਿ ਉੱਥੇ ਮੁਰਲੀ ਮਨੋਹਰ ਜੋਸ਼ੀ ਹੈਗਾ ਹੈ, ਉੱਥੇ ਜਸਵੰਤ ਸਿੰਘ ਹੈ, ਉੱਥੇ ਅਡਵਾਨੀ ਹੈ, ਉੱਥੇ ਅਜੀਤ ਦੋਵਾਲ ਹੈਗਾ, ਉੱਥੇ ਕੇਜਰੀਵਾਲ, ਉੱਥੇ ਕਿਰਨ ਬੇਦੀ ਹੈਗੀ। ਬਹੁਤ ਚਿਰ ਪਹਿਲਾਂ ਇਹ ਪਲਾਨਾਂ ਚੱਲਦੀਆਂ ਪਈਆਂ ਸੀਗੀਆਂ, ਕਿਵੇਂ ਇੱਕ ਬੰਦੇ ਨੂੰ ਪ੍ਰੋਜੈਕਟ ਕਰਨਾ ਹੈ, ਕਿਵੇਂ ਉਸ ਕਾਂਗਰਸ ਨੂੰ ਬਦਨਾਮ ਕਰਕੇ ਇੱਕ ਜਿਹੀ ਸੱਤਾ ਸਥਾਪਤੀ ਸਿਰ ਦੇ ਲੋਕਾਂ ਦੇ ਸਿਰ 'ਤੇ ਲੱਦਣੀ ਲਿਆ ਕੇ, ਜਿਹੜੀ ਮਤਲਬ ਹਿੰਦੂ ਤੇ ਵੀ ਸਿਆਸਤ ਦੀ ਮਤਲਬ ਧਾਰਨੀ ਹੋਵੇ, ਔਰ ਜਿਹਦਾ ਮਤਲਬ ਜਿਹਦੇ ਵਾਸਤੇ ਇੱਕ ਆਧਾਰ ਬਣਾਉਣ ਵਾਸਤੇ ਇੱਕ ਕਾਂਗਰਸ ਨੂੰ, ਦੇਖੋ ਜੇ 2G ਸਪੈਕਟਰਮ, ਕੋਲ ਸਕੈਮ, ਮਨਮੋਹਨ ਸਿੰਘ ਹੋਰਾਂ ਦੇ, ਡਾਕਟਰ ਮਨਮੋਹਨ ਸਿੰਘ ਦੇ ਉੱਪਰ ਇਲਜ਼ਾਮ ਸੀਗੇ, ਸਾਰਾ ਕੋਈ ਫਰਾਡ ਸੀਗਾ, ਉਹ ਪ੍ਰਜ਼ਿਊਮਡ ਲਾਸਸ ਸੀਗੇ, ਵੀ ਜੇ ਸਰਕਾਰ ਇੰਜ ਕਰਦੀ ਤਾਂ ਨਿਲਾਮ ਕਰਦੇ ਇੰਨੇ ਵੱਟੇ ਜਾਣੇ ਸੀਗੇ। ਉਹ ਬਾਅਦ 'ਚ ਕੋਈ ਟਿਕੇ ਸੀ ਨਹੀਂ, ਸਾਰੇ ਬਰੀ ਹੋ ਗਏ। ਪਰ ਉਹ ਮਾਹੌਲ ਅਜਿਹਾ ਬਣਾਤਾ, ਅਸੀਂ ਵੀ ਅੱਕੇ ਪਏ ਸੀ। ਆਈ ਵਾਜ਼ ਐਂਟੀ ਕਾਂਗਰਸ ਆਲ ਅਲੋਂਗ। ਮੈਂ ਹੁਣ ਵੀ ਐਂਟੀ ਕਾਂਗਰਸ ਹੈ, ਮੈਂ ਉਹ ਕਹਿੰਦੀ ਕਾਂਗਰਸ ਦਾ ਹਿੱਸਾ ਬਣ ਗਿਆ, ਮੈਂ ਕੋਈ ਕਾਂਗਰਸ ਮੈਂ ਪਾਰਟੀ ਜੁਆਇਨ ਕਰ ਲੂੰਗਾ, ਨਾਟ ਐਟ ਆਲ। ਆਈ ਐਮ ਵਿਦ ਕਾਂਗਰਸ ਬਿਕੋਜ਼ ਇੰਡੀਆ ਨੀਡਸ ਕਾਂਗਰਸ। ਜੇ ਮੋਦੀ ਇਹ ਕਹਿ ਰਿਹਾ ਕਿ ਭਾਰਤ ਕਾਂਗਰਸ ਮੁਕਤ ਭਾਰਤ ਹੈ, ਉਹਦਾ ਮਤਲਬ ਹੈਗਾ ਕਿ ਕਾਂਗਰਸ ਪੋਟੈਂਸ਼ੀਅਲ ਹੈਗਾ ਕਿ ਮੁੜ ਕੇ ਸਾਰੇ ਹਿੰਦੂ ਤੋਂ ਏਜੰਡੇ ਨੂੰ ਸ਼ਿਕਸਤ ਦੇਣ ਦਾ ਕੈਪੇਬਿਲਿਟੀ ਹੈ ਕਾਂਗਰਸ, ਹੋਰ ਕਿਸੇ ਖੇਤਰੀ ਪਾਰਟੀ 'ਚ ਨਹੀਂ ਕੋਈ। ਇੱਕ ਬੜੀ ਅਹਿਮ ਚੀਜ਼ ਰਹੀ ਹੈ ਇਹਦੇ ਵਿੱਚ ਵੀ, ਕਹਿੰਦੇ ਕਿ
ਜੇ ਇਸ ਵੇਲੇ ਭਾਜਪਾ ਖੁੱਲੇ ਤੌਰ ਤੇ ਹਿੰਦੂਤਵ ਦਾ ਏਜੰਡਾ ਚਲਾ ਰਹੀ ਹੈ ਤਾਂ ਕਾਂਗਰਸ ਲੁਕੇ ਛੁਪੇ ਤੌਰ ਤੇ ਚਲਾਉਂਦੀ ਰਹੀ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਨੂੰ ਸਹਿਮਤ ਹੈਗਾ। ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਾਂਗਰਸ ਬਾਰੇ, ਹਿਡਨ ਨੇ ਨਾਟ ਸੋ ਹਿਡਨ ਕਮਿਊਨਿਸਟ ਰਹੇ ਹੈ, ਕੁਝ ਜਾਰਾ ਸੀ ਕੁਝ ਲੁਕਵੇਂ ਸੀਗੇ, ਔਰ ਜੰਗੇ ਆਜ਼ਾਦੀ ਦੌਰਾਨ ਰਹੇ ਹੈ। RSS ਹਰ ਥਾਂ ਹੈਗੀ ਹੈ, ਤੁਹਾਡੇ ਘਰਾਂ ਤੱਕ RSS ਹੈਗੀ ਹੈ, ਹਰ ਥਾਂ RSS ਹੈ, ਉਹਦੀ ਆਈਡੀਓਲੋਜੀ ਹਰ ਥਾਂ ਹੈਗੀ ਹੈ। ਫਾਰ ਐਗਜ਼ਾਮਪਲ ਜੇਕਰ ਪੰਜਾਬ 'ਚ ਇੰਨੀ ਅਮੀਰ ਪਰੰਪਰਾ ਸਿੱਖ ਧਰਮ ਦੀ ਹੋਣ ਦੇ ਬਾਵਜੂਦ ਜਾਤ ਪਾਤ ਹੈਗੀ ਹੈ, ਔਰ ਦਲਿਤਾਂ ਨਾਲ ਸਾਡਾ ਵਿਵਹਾਰ ਹੈ ਉਹ ਮਤਲਬ ਈਵਨ ਪੜ੍ਹੇ ਲਿਖੇ ਲੋਕਾਂ ਵਿੱਚ ਵੀ ਉਹ ਮਤਲਬ ਉਹ ਬਰਾਬਰੀ ਵਾਲਾ ਨਹੀਂ ਹੈਗਾ, ਉਹ ਮਨੂਵਾਦ ਦੇ ਖਿਲਾਫ ਨਹੀਂ ਹੈਗਾ। ਉਹ ਕਿਤੇ ਨਾ ਕਿਤੇ ਜਿਹੜੀ ਜਾਤੀ ਪ੍ਰਥਾ ਹੈ ਉਹ ਪੰਜਾਬ 'ਚ ਆਪਣੀ ਜੜ੍ਹਾਂ ਜਮਾਈ ਬੈਠੀ ਹੈ, ਇਹ RSS ਹੈਗਾ। ਬਿਲਕੁਲ, ਇੱਕ ਬੜੇ ਸੀਨੀਅਰ IAS ਅਫਸਰ ਨਾਲ ਮੈਂ ਬੈਠਾ ਸੀ, ਉਹ ਐਸੀ ਪਰਿਵਾਰ ਨੂੰ ਸੰਬੰਧ ਰੱਖਦੇ ਸੀ। ਉਹਨਾਂ ਨੇ ਇਸ ਸਾਫ਼ ਇਹ ਗੱਲ ਕਹੀ ਸੀ ਕਿ ਬੇਸ਼ੱਕ ਮੈਂ IAS ਬਣ ਗਿਆ ਪਰ ਵਿਤਕਰਾ ਹੱਲੇ ਵੀ ਹੁੰਦਾ, ਵਿਤਕਰਾ ਹੁਣ ਵੀ ਹੁੰਦਾ ਹੈਗਾ, ਕਿਉਂਕਿ ਸੰਸਕਾਰਾਂ ਦੇ ਲੈਵਲ ਜਿਹੜੀ ਜਕੜ ਹੈ ਨਾ ਉਹ ਇੰਨੀ ਪੀਡੀ ਹੈਗੀ ਹੈ, ਇੰਨੀ ਤਕੜੀ ਹੈਗੀ ਹੈ ਕਿ ਤੁਸੀਂ ਉਹ ਤੋਂ ਨਿਜਾਤ ਪਾ ਹੀ ਨਹੀਂ ਸਕਦੇ। ਮੈਂ ਐਲਾਨੀਆਂ ਕਹਿੰਦਾ ਕਿ ਓਨਲੀ ਏ ਦਲਿਤ ਨੋਜ਼ ਕਿ ਵਾਟ ਡਜ਼ ਇਟ ਮੀਨ ਟੂ ਬੀ ਦਲਿਤ। ਦਲਿਤ ਹੋਣ ਦਾ ਮਤਲਬ ਕੀ ਹੈ, ਸਿਰਫ ਦਲਿਤ ਬਗੈਰ ਕੋਈ ਨਹੀਂ ਜਾਣ ਸਕਦਾ। ਜਿਹੜਾ IAS ਦਾ ਚਪੜਾਸੀ ਹੈ ਨਾ ਪੰਡਤ, ਉਹ ਸਲੂਟ ਵੀ ਮਾਰੂਗਾ, ਗੋਡੀ ਹੱਥ ਵੀ ਲਾਊਗਾ, ਪਰ ਜਦੋਂ ਮਾੜਾ ਪਿੱਛੇ ਨੂੰ ਹਟੂਗਾ ਝੜਮ ਕਹਿ ਕੇ ਗਾਲ ਕੱਢੂਗਾ, ਇੱਜ਼ਤ ਨਹੀਂ ਹੋਊਗੀ। ਉਹ ਜਿਹੜੀ ਸੋਸ਼ਲ ਸਟੈਂਡਿੰਗ ਹੈਗੀ ਹੈ ਉਹਦੀ ਇੰਨੀ ਥੱਲੇ ਕਰ ਦਿੱਤੀ ਗਈ ਹੈਗੀ, ਜਿਹੜੀ ਲੋਕਾਂ ਦੀ ਪਰਸੈਪਸ਼ਨ ਹੈਗੀ ਹੈ ਸੰਸਕਾਰਾਂ ਦੇ ਲੈਵਲ ਤੇ ਉਹ ਬਹੁਤ ਖਤਰਨਾਕ ਹੈ। ਡਾਕਟਰ ਸਾਹਿਬ, ਇੱਥੇ ਫਿਰ ਹੁਣ ਜਦੋਂ ਤੁਸੀਂ ਆਪਣਾ ਪੇਸ਼ਾ ਵੀ ਨਾਲ ਦੀ ਨਾਲ ਚਲਾ ਰਹੇ ਹੋ ਤਾਂ ਇੱਥੇ ਫਿਰ ਕੀ ਟਾਈਮਿੰਗ ਰਹਿੰਦੀ ਆ, ਕਿੱਦਾਂ ਮਰੀਜ਼ਾਂ ਨਾਲ ਡੀਲ ਕਰਦੇ ਹੋ ਤੁਸੀਂ? ਦੇਖੋ, ਪੇਸ਼ਾ ਤਾਂ ਮੇਰਾ ਮੁੱਖ ਹੈਗਾ ਹੈ, ਕਿਉਂਕਿ ਮੈਂ ਕੋਈ ਹੋਲ ਟਾਈਮ ਸਿਆਸਤਦਾਨ ਨਹੀਂ ਸੀਗਾ। ਮੈਂ ਇੱਕ ਪਹਿਲਾਂ ਮੈਂ ਵਿਦਿਆਰਥੀ ਜੀਵਨ 'ਚ ਉਹ ਵੀ ਇੱਕ ਉਭਾਰ ਆਇਆ ਸੀਗਾ, ਉਹਦਾ ਮੈਂ ਹਿੱਸਾ ਬਣਿਆ ਹੈਗਾ, ਔਰ ਲੰਮਾ ਸਮਾਂ ਨਾਲ ਜੁੜਿਆ ਰਿਹਾ ਹੈਗਾ। ਨੌਕਰੀ ਛੱਡਣ ਤੱਕ ਗਿਆ, 3 ਸਾਲ ਵਾਸਤੇ ਬਗੈਰ ਤਨਖਾਹ ਤੋਂ ਮਜ਼ਦੂਰਾਂ ਤੱਕ ਗਿਆ ਹੈਗਾ, ਅਤੇ ਗ੍ਰਿਫਤਾਰੀਆਂ ਦੇਣ ਤੱਕ ਗਿਆ। ਉਦੋਂ ਐਮਰਜੈਂਸੀ ਵੇਲੇ ਕਿਹੜਾ ਪਤਾ ਸੀ ਕਿ 20 ਸਾਲ ਹੀ ਨਿਕਲਣਾ ਜਾਂ 10 ਸਾਲ ਨਿਕਲਣਾ, ਕਿਹੜਾ ਗਏ ਤਾਂ ਗਏ, ਲੋਕਾਂ ਨੂੰ ਅਸੀਂ ਬਾਬੇ ਬਣ ਕੇ ਨਿਕਲੋਗੇ ਇੱਥੋਂ। ਸੋ ਉਦੋਂ ਤਾਂ ਉਹ ਉਦੋਂ ਕੀਤਾ। ਫਿਰ ਜਦੋਂ 11-12 'ਚ ਆਈ ਹੈ, ਉਦੋਂ ਕਿਹੜਾ ਪਤਾ ਸੀ ਕਿ ਇੱਥੇ ਇੱਥੋਂ ਪਾਰਟੀ ਨਿਕਲੂਗੀ। ਸਾਨੂੰ ਤਾਂ ਬਿਲਕੁਲ ਨਹੀਂ ਸੀ ਪਤਾ ਕਿ ਕੋਈ ਆਮ ਆਦਮੀ ਪਾਰਟੀ ਬਣੂਗੀ, ਉਹਦਾ ਮੈਨੂੰ ਟਿਕਟ ਮਿਲੂਗੀ, ਮੈਂ ਇਲੈਕਸ਼ਨ ਲੜੂੰ, MP ਬਣੂ। ਇਹ ਤਾਂ ਉਹਦੀਆਂ ਉਹਦੇ ਅੱਗੇ ਗੱਲ ਲੌਜਿਕ ਤੁਰਿਆ ਗਿਆ ਹੈ। ਸੋ ਜਦੋਂ ਵੀ ਮਤਲਬ ਇਹ ਜਿਹੜੀ ਸਿਆਸਤ ਹੈਗੀ ਹੈ, ਇਹ ਮੈਂ ਜਿਸ ਲੈਵਲ 'ਤੇ ਵੀ ਸੀਗਾ, ਉਸ ਤੋਂ ਵਿਚਕਾਰ ਮੈਂ 5-7 ਸਾਲ ਸਾਇੰਸ ਸੋਸਾਇਟੀ ਐਂਡ ਸਾਇੰਟੀਫਿਕ ਟੈਂਪਰੀ ਅਤੇ ਹਜ਼ਾਰਾਂ ਲੈਕਚਰ ਕੀਤੇ ਯੂਨੀਵਰਸਿਟੀਆਂ, ਕਾਲਜਾਂ 'ਚ, ਪਿੰਡਾਂ ਵਿੱਚ, ਸਭਾਵਾਂ ਵਿੱਚ ਜਾ ਕੇ। ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਰਗਰਮੀ ਜਾਰੀ ਰੱਖੀ ਹੈਗੀ, ਵਿਗਿਆਨ ਪ੍ਰਤੀ, ਸਮਾਜ ਪ੍ਰਤੀ, ਸਿਆਸਤ ਪ੍ਰਤੀ ਵੀ। ਅਤੇ ਜੋ ਮੈਨੂੰ ਠੀਕ ਲੱਗਦਾ ਸੀ ਮੈਂ ਲਗਾਤਾਰ ਕਹਿੰਦਾ ਰਿਹਾ ਹੈਗਾ। ਅਤੇ ਜਿਹੜੀ ਡਾਕਟਰੀ ਹੈਗੀ ਹੈ ਇਹ ਮੈਂ ਕਦੀ ਛੱਡੀ ਨਹੀਂ। ਇਹ ਪ੍ਰਾਇਮਰੀ ਪੇਸ਼ਾ ਰਿਹਾ? ਇਹ ਮੇਰਾ ਪ੍ਰਾਇਮਰੀ ਪੇਸ਼ਾ ਹੈਗਾ, ਕਿਉਂਕਿ ਮੇਰਾ ਖਾਨਦਾਨੀ ਪੇਸ਼ਾ ਨਹੀਂ। ਮੇਰੇ ਪਿਤਾ ਜੀ ਟੀਚਰ ਸੀਗੇ, ਮੈਂ ਡਾਕਟਰ ਹਾਂ, ਮੇਰੇ ਬੱਚੇ ਡਾਕਟਰ ਹੈਗੇ। ਅਸੀਂ ਸਿਆਸਤ ਕਰਨੀ ਹੋਈ ਨਹੀਂ। ਅੱਜ ਤਾਂ ਸਿਆਸਤ 'ਚ ਕੋਈ ਚੰਗਾ ਕਰਨ ਦੀ ਨੀਤ ਨਾਲ ਆਏ ਸੀਗੇ। ਲੈਫਟ ਸਿਆਸਤ ਵੀ ਤਾਂ ਹੀ ਆਏ ਸੀਗੇ ਕਿ ਸੰਵੇਦਨਾਵਾਂ ਸੀਗੀਆਂ, ਪਿੰਡੋਂ ਲੈ ਕੇ ਆਏ ਸੀ ਨਾਲ ਕਿ ਸਮਾਜ ਸੁਨੱਖਾ ਚਾਹੀਦਾ, ਜੀਵਨ ਯੋਗਾ ਚਾਹੀਦਾ, ਜਿੰਨੇ ਵਿਤਕਰੇ ਖਤਮ ਹੋਣੇ ਚਾਹੀਦੇ, ਔਰਤਾਂ ਦਾ ਵਿਤਕਰਾ। ਕਿਉਂਕਿ ਮੈਨੂੰ ਕਹਿਣ 'ਚ ਕੋਈ ਚਾਹੜ ਨਹੀਂ। ਮੇਰੇ ਫਾਦਰ ਸੀਗੇ ਟੀਚਰ ਸੀਗੇ, ਬਹੁਤ ਚੰਗੇ ਸੀਗੇ, ਪਰ ਔਰਤਾਂ ਬਾਰੇ ਉਹਦਾ ਐਟੀਟਿਊਡ ਬਹੁਤ ਗਲਤ ਸੀਗਾ। ਉਹਨੇ ਮੇਰੀ ਦੋਨੋਂ ਭੈਣਾਂ ਨਹੀਂ ਪੜ੍ਹਾਈਆਂ ਸੰਨ 24-25 'ਚ, ਜਦੋਂ ਉਸ ਵੇਲੇ ਸੋਚ ਹੀ ਅੱਜ ਉਹ ਹੈਡਮਾਸਟਰ ਰਿਟਾਇਰ ਹੁੰਦੀਆਂ ਹੈਗੀਆਂ। ਫਿਰ ਜੇ ਪੜ੍ਹਾਈਆਂ ਨਹੀਂ ਤਾਂ ਉੱਦਾਂ ਦੇ ਸਾਨੂੰ ਜੀਜੇ ਮਿਲੇ ਹੈਗੇ। ਸੋ ਇਸ ਕਰਕੇ ਉਹਨਾਂ ਦੀ ਇਹ ਮੈਂ ਆਪਣੇ ਘਰ 'ਚ ਦੇਖਿਆ ਸੀਗਾ। ਮੇਰੀ ਇੱਕ ਸਿਸਟਰ 18 ਸਾਲ ਦੀ ਵਿਡੋ ਹੋ ਗਈ ਅਤੇ 6 ਮਹੀਨੇ ਬਾਅਦ ਮੇਰੇ ਫਾਦਰ ਨੇ ਦੁਬਾਰਾ ਵਿਆਹ ਨਹੀਂ ਕੀਤਾ। ਹੁਣ ਮੇਰੀ ਸਿਸਟਰ 82 ਸਾਲ ਦੀ ਹੈਗੀ ਹੈ, ਵੱਡੀ ਸਿਸਟਰ ਸੀ, ਮੇਰੇ ਤੋਂ ਕਾਫੀ ਵੱਡੀ ਸੀਗੀ। ਸੋ ਇਹ ਜਿਹੜੇ ਦੇਖਿਆ ਸੀਗਾ, ਸਭ ਕੁਝ ਐਂ ਸੀਗਾ ਵੀ ਬਹੁਤ ਜ਼ੁਲਮ ਹੈਗਾ, ਔਰਤਾਂ ਨਾਲ ਵੀ ਜ਼ੁਲਮ ਹੈ, ਦਲਿਤਾਂ ਨਾਲ ਵੀ ਜ਼ੁਲਮ ਹੈ। ਉਹ ਸੋਚ ਕਿਤਨਾ ਕਿ ਤੁਸੀਂ ਲੋਕਾਂ ਸੀਗੀ ਉਹ। ਅਤੇ ਉਹਦੇ 'ਚੋਂ ਮਤਲਬ ਜਿਹੜੀਆਂ ਮਤਲਬ ਕਿੱਤੇ ਪ੍ਰਤੀ ਵੀ ਦਿਆਨਤਦਾਰੀ, ਸਮਾਜ ਪ੍ਰਤੀ ਵੀ ਦਿਆਨਤਦਾਰੀ ਅਤੇ ਸਿਆਸਤ ਪ੍ਰਤੀ ਵੀ ਦਿਆਨਤਦਾਰੀ, ਉਹ ਮੇਰੀ ਜ਼ਿੰਦਗੀ ਦਾ ਹਿੱਸਾ ਰਹੀ ਹੈ। ਤੁਸੀਂ ਮੇਰੇ 'ਤੇ ਇੱਕ ਇਲਜ਼ਾਮ ਨਹੀਂ ਲਾ ਸਕਦੇ। ਗਾਂਧੀ ਨੇ ਆਪਣੇ ਨਿੱਜੀ ਕੰਮਾਂ ਵਾਸਤੇ, ਸਾਡੇ ਜਿਹੜੇ MLA MP ਬਣਦੇ ਹੈਗੇ ਆ, 2-2 4-4 ਪੈਟਰੋਲ ਪੰਪ ਤਾਂ ਮਿਲ ਜਾਂਦੇ ਹੈਗੇ। ਵੈਸੇ ਮਦਦ ਵੀ ਕਰਦੇ ਰਹੇ ਬਹੁਤ ਲੋਕਾਂ ਦੀ। ਹਾਂ ਬਿਲਕੁਲ, ਅਸੀਂ ਇੱਥੇ ਕਲੀਨਿਕ 'ਤੇ ਮਦਦ ਕਰਦੇ ਜੀ, ਨਹੀਂ ਪੈਸੇ ਨਾ ਸੀ, ਪੱਲੋਂ ਵੀ ਦਵਾਈ ਦਿੰਦੇ ਆ, ਫੀਸ ਵੀ ਛੱਡਦੇ ਆ। ਔਰ ਸਾਡਾ ਪ੍ਰੋਜੈਕਟ ਮਾਰਕੀਟ ਤੋਂ ਵੀ 30 ਹਿੱਸੇ ਰੇਟ 'ਤੇ ਵੀ ਸਾਡੇ ਟੈਸਟ ਹੁੰਦੇ, 3 ਹਿੱਸੇ 'ਤੇ ਵੀ। ਜਦ ਕਿ ਸਕਿੱਲ ਸਾਡੇ ਕੋਲ ਬਰਾਬਰ ਦੀ, ਲੋਕਾਂ ਦੇ ਬਰਾਬਰ ਦੀ ਸਕਿੱਲ ਹੈਗੀ ਹੈ, ਹਾਰਟ ਦੀ ਹੋਵੇ ਚਾਹੇ ਦੂਜੀ ਇੰਟਰਨਲ ਮੈਡੀਸਨ ਦੀ ਹੋਵੇ। ਸੋ ਕਦੀ ਇਹ ਜ਼ਿੰਦਗੀ 'ਚ ਸੋਚਿਆ ਨਹੀਂ ਕਿ ਵੀ ਆਹ ਪੈਸਾ ਕੋਈ ਲਾਹਾ ਲੈਣਾ ਹੈਗਾ। ਤਾਂ ਮੈਂ ਤਾਂ ਦੱਸ ਰਿਹਾ ਸੀ ਕਿ MP ਜਾਂਦੇ ਹੈਗੇ ਆ, ਗੈਸ ਦੇ ਕਨੈਕਸ਼ਨ ਅਤੇ ਪੈਟਰੋਲ ਪੰਪ ਦੇ ਆਵੇਂ 2-2 ਦਿਨ ਸਾਰੇ ਮੋਢੇ ਨਾਲ ਮੋਢਾ ਵੱਜਦਾ ਮਿਨਿਸਟਰਾਂ ਨਾਲ, ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਹੁਣ ਸਾਰਿਆਂ ਦਾ ਇਸ ਵੇਲੇ ਉਹ ਦੇਖ ਰਹੇ ਆ ਕਿ ਅਸਾਸਿਆਂ ਤੋਂ ਵੱਧ ਜਾਇਦਾਦ ਨੈਚੁਰਲੀ ਛਾਪੇ ਪੈ ਰਹੇ ਆ। ਬਿਲਕੁਲ। ਸੋ ਉੱਥੇ ਦਾ ਮਿਨਿਸਟਰ ਨਾਲ ਖੜਾ ਹੁੰਦਾ, ਝੱਟ ਜਦੋਂ ਮੈਂ ਸਾਈਨ ਕਰਾ ਲਓ ਪੈਟਰੋਲ ਪੰਪ ਤੋਂ,
ਯਾਰਾਂ ਦੋਸਤਾਂ ਵੀ ਕਰਾ ਦੇ। ਮੈਨੂੰ ਕਈ ਬੰਦੇ ਕਹਿੰਦੇ ਯਾਰ ਤੂੰ ਆਪ ਨਹੀਂ ਸੀ ਲੈਣਾ, ਸਾਨੂੰ ਥੋੜ੍ਹਾ ਦਵਾਉਂਦਾ ਅਤੇ ਤੂੰ ਹੁਣ ਇਸ ਉਮਰ 'ਚ ਕੰਮ ਕਰਦਾ, ਤੈਨੂੰ ਵਿੱਚ ਹਿੱਸਾ ਦੇਈ ਜਾਂਦੇ। ਉਹ ਲੋਕਾਂ ਦੀ ਵੀ ਦੱਸ ਰਿਹਾ ਮੈਂ। ਸੋ ਇਸ ਕਰਕੇ ਸੋਚਿਆ ਹੀ ਨਹੀਂ ਇਸ ਮਾਮਲੇ 'ਚ ਕੋਈ, ਚਾਹੇ ਤੂੰ ਡਾਕਟਰੀ ਕਿੱਤੇ, ਚਾਹੇ ਉਹ ਵੀ ਆਪਣੇ ਕਿੱਤੇ ਦੀਆਂ ਜੋ ਸੁੱਚਤਾ ਸ਼ੁੱਧਤਾ ਹੈਗੀ ਕਾਇਮ ਰੱਖੀ ਹੈਗੀ, ਚਾਹੇ ਸਮਾਜਿਕ ਜੀਵਨ ਹੈ। ਤੁਸੀਂ ਇਲਜ਼ਾਮ ਨਹੀਂ ਲਾ ਸਕਦੇ ਗਾਂਧੀ ਨੇ ਇੱਥੇ ਕੋਈ ਸਮਾਜਿਕ ਤੌਰ 'ਤੇ ਗੜਬੜ ਕੀਤੀ ਹੈਗੀ ਹੈ। ਸਾਹਿਬ ਤੁਸੀਂ ਕਿਉਂਕਿ ਦਿਲ ਦਾ ਇੱਕ ਮੈਨੂੰ ਲੱਗਦਾ ਬੜਾ ਸੀਰੀਅਸ ਕੰਸੈਪਟ ਹੁੰਦਾ ਮੈਡੀਕਲ ਖਿੱਤੇ ਦੀ ਵੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਇਹੀ ਮੇਨ ਪਾਰਟ ਆ ਜਿਹਨੇ ਸਾਰੀ ਬਾਡੀ ਨੂੰ ਚਲਾਉਣਾ ਹੈਗਾ। ਪੰਪ ਇਨ ਬਲੱਡ ਕਰੂਗਾ ਤਾਂ ਹੀ ਦਿਲ ਦੇ ਰੋਗਾਂ ਨੂੰ ਸਮਝ ਲਿਆ। ਆਮ ਲੋਕਾਂ ਦੇ ਦਿਲ ਸਮਝਣ ਦੇ ਵਿੱਚ ਲੱਗਿਆ ਕਿਤੇ ਨਾ ਕਿਤੇ ਗਲਤੀ ਹੋਈ ਹੈ? ਨਹੀਂ ਹੋਈ ਹੈ। ਲੋਕੀ ਬਹੁਤ ਚੰਗੇ ਨੇ, ਪੀਪਲ ਆਰ ਗੁੱਡ ਐਟ ਹਾਰਟ, ਮੈਜੋਰਟੀ ਲੋਕੀ ਚੰਗੇ। ਮੈਂ ਆਮ ਲੋਕਾਂ ਦਾ ਤਾਂ ਸ਼ਬਦ ਆਮ ਤਾਂ ਵਰਤਿਆ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਦੇ ਕਰਕੇ ਤੁਸੀਂ ਪਾਰਟੀ ਜੁਆਇਨ ਕੀਤੀ ਸੀ। ਹਾਂ ਨਹੀਂ, ਦੇਖੋ ਜਿਹਨਾਂ ਕਰਕੇ ਜੁਆਇਨ ਕੀਤੀ ਸੀ ਮੈਂ ਉਹਨਾਂ ਨਾਲ ਹੁਣ ਵੀ ਖੜਾ, ਮੇਰੇ ਨਾਲ ਖੜੇ ਹੈਗੇ। ਉਹ ਹੈਗੇ ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ ਅਤੇ ਐਡਮਿਰਲ ਰਾਮਦਾਸ, ਜਸਟਿਸ ਹੈਗੜੇ, ਹਾਂਜੀ, ਅਤੇ ਜਾਂ ਹੋਰ ਬਹੁਤ ਸਾਰੇ ਬੰਦੇ ਪੰਜਾਬ 'ਚ, ਡਾਕਟਰ ਦਲਜੀਤ ਸਿੰਘ ਸੀਗੇ, ਹੋਰ ਬਹੁਤ ਬੰਦੇ ਪੰਜਾਬ 'ਚ ਹੈਗੇ ਆ ਜਿਹੜੇ ਮੇਰੇ ਸੰਗੀ ਸਾਥੀ ਰਹੇ ਹੈਗੇ ਆ। ਪ੍ਰੋਫੈਸਰ ਮਨਜੀਤ ਸਿੰਘ ਸੀਗੇ ਪੰਜਾਬ ਯੂਨੀਵਰਸਿਟੀ 'ਚੋਂ, ਅਤੇ ਹੋਰ ਬਹੁਤ ਸਾਰੇ ਬੰਦੇ ਉਹ ਤਾਂ ਹੁਣ ਵੀ ਨਾਲ ਹੈਗੇ ਆ। ਪਰ ਜਿਨ੍ਹਾਂ ਬੰਦਿਆਂ ਦਾ ਇੱਕ ਸਿਆਸੀ ਮੌਕਾ ਪ੍ਰਸਤੀ ਸੀਗੀ, ਜਾਂ ਇੱਧਰ ਲੰਬਾ ਪੋਲੀਟੀਕਲ ਕੈਰੀਅਰ ਲੰਬਾ ਹੋਣ ਕਰਕੇ, ਅਕਾਲੀਆਂ ਚਾਹੋਗੇ 5 ਸਾਲ ਘਸਾਈ ਹੋ ਗਈ, ਫਿਰ ਪੈਸੇ ਦਿਓਗੇ, ਕਾਂਗਰਸ ਚਾਹੋਗੇ, ਇਹ ਤੰਗ ਸੀਗੇ। ਸ਼ਾਰਟਕੱਟ ਜਿਹਨਾਂ ਨੂੰ ਲੱਭਣਾ ਸੀਗਾ, ਨਵੇਂ ਨਿਊ ਰਿਚ, ਨਵੇਂ ਅਮੀਰ ਹੋਏ ਸੀਗੇ, ਸਿਆਸੀ ਗਲਿਆਰਿਆਂ 'ਚ ਘੁੰਮਣ ਦਾ ਚਾਅ ਸੀਗਾ, ਫਿਰ ਪੈਸੇ ਵਾਲੇ ਕੀ ਕਰਨੇ ਸੀ। ਜੇ ਸਾਲਾ ਇੱਕ ਪੁਲਿਸ ਵਾਲਾ ਤੁਹਾਨੂੰ ਰੋਕ ਕੇ ਕਹਿੰਦਾ ਬਾਹੂ ਗੱਡੀ ਬੰਦ ਕਰ, ਇੱਥੇ ਸਰਾਜ ਜੀ ਬਾਹਰ ਨਿਕਲੋ, ਮਾੜਾ ਦਿਖਾਓ ਕਾਗਜ਼ ਦਿਖਾਓ, ਅਗਰ ਕਹਿੰਦਾ ਮੇਰੀ ਬੁੱਕਤ ਕੀ ਸਾਰੀ, ਮੇਰੇ ਨਾਲ 2 ਗਨਮੈਨ, ਉਹਨਾਂ ਕੀ ਜ਼ਰੂਰਤ ਪੈਂਦੀ ਕਿਸੇ ਦੀ। ਸੋ ਜਿਨ੍ਹਾਂ ਕੋਲ ਨਵਾਂ ਪੈਸਾ ਆਇਆ ਸੀਗਾ, ਸਿਆਸੀ ਗਲਿਆਰਿਆਂ 'ਚ ਘੁੰਮਣ ਦਾ ਸ਼ੌਕ ਸੀਗਾ, ਉਹਨਾਂ ਵਾਸਤੇ 5-7 ਕਰੋੜ ਰੁਪਏ ਚੀਜ਼ ਹੀ ਕੋਈ ਨਹੀਂ ਸੀਗੀ, ਪੈਸਾ ਵੀ ਕੋਈ ਚੀਜ਼ ਨਹੀਂ ਸੀਗਾ। ਪਰ ਇੱਧਰ ਰੁਤਬਾ ਬਣਦਾ ਹੈਗਾ, ਉਹ ਮੰਨਣਾ ਚਾਹੁੰਦੇ ਸੀਗੇ। ਸੋ ਇੱਦਾਂ ਦੇ ਲੋਕੀ ਬਹੁਤ ਆਏ ਨੇ, ਉਹਨਾਂ ਨਾਲ ਮੇਰਾ ਕੋਈ ਬਹੁਤਾ ਲਾਗਾ ਦੇਗਾ ਨਹੀਂ ਹੈਗਾ। ਜਿਹੜਾ ਤੁਹਾਡਾ ਜੇਲ੍ਹ ਦਾ ਸਫ਼ਰ ਰਿਹਾ, ਕਹਿੰਦੇ ਕਿ ਜੇਲ੍ਹ ਦੇ ਵਿੱਚ ਜਾਂ ਤਾਂ ਵਿਅਕਤੀ ਪੂਰੀ ਤਰ੍ਹਾਂ ਵਿਗੜ ਕੇ ਨਿਕਲਦਾ ਜਾਂ ਬਿਲਕੁਲ ਸੁਧਰ ਕੇ ਨਿਕਲਦਾ। ਤੁਸੀਂ ਇੱਕ ਵੱਖਰੀ ਸੋਚ ਲੈ ਕੇ ਨਿਕਲੇ, ਕੀ ਉਹ ਸਮੇਂ ਨੇ ਕੀ ਤੁਹਾਡੇ ਮਨ 'ਤੇ ਅਸਰ ਪਾਇਆ? ਨਹੀਂ, ਉਹ ਤਾਂ ਮੇਰੇ 'ਤੇ ਕੋਈ ਅਸਰ ਨਹੀਂ ਸੀ। ਇਹਦਾ ਕਾਰਨ ਹੈ ਮੈਂ ਸਿਆਸੀ ਕੈਦੀ ਦੇ ਤੌਰ 'ਤੇ ਗਿਆ ਸੀਗਾ। ਪਹਿਲੇ ਦਿਨ ਮੈਨੂੰ ਰੱਖਿਆ 2 ਦਿਨ ਰੱਖਿਆ ਕ੍ਰਿਮੀਨਲਾਂ 'ਚ। ਫਿਰ ਉੱਥੇ ਸੀਗੇ ਜੀਵਨ ਸਿੰਘ ਉਮਰਾ ਨੰਗਲ ਜੀ ਸੀਗੇ, ਮਜੀਠੀਆ ਸਾਹਿਬ ਸੀਗੇ, ਅਤੇ ਇੱਕ ਉੱਥੇ ਮਾਝੇ ਦੇ ਹੋਰ ਵੱਡੇ ਲੀਡਰ ਸੀਗੇ। ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਪਾੜਾ ਫਾਈਨਲ ਈਅਰ MBBS ਦਾ ਮੁੰਡਾ ਮੈਡੀਕਲ ਕਾਲਜ ਤੋਂ ਕੱਲ੍ਹ ਲਿਆਂਦਾ ਇਹਨਾਂ ਨੇ, ਔਰ ਲਿਆਂਦਾ ਸਿਆਸੀਆਂ 'ਚ ਹੈਗਾ। ਉਹਨੇ ਫਿਰ ਮੁਜ਼ਾਹਰਾ ਕੀਤਾ ਅਤੇ ਉਹ ਗਏ ਇਕੱਠੇ ਹੋ ਕੇ ਜੇਲ੍ਹ ਸੁਪਰਡੈਂਟ ਕੋਲ ਕਿ ਜਿਹੜਾ ਡਾਕਟਰ ਤੁਸੀਂ ਲਿਆਂਦਾ ਫੜ ਕੇ, ਇਹਨੂੰ ਸਾਡੇ ਵੱਲ ਭੇਜੋ। ਅਤੇ ਉੱਥੇ ਮੈਨੂੰ ਫਿਰ ਉੱਥੋਂ ਉਹ ਪ੍ਰੈਸ਼ਰ 'ਚ ਆ ਗਿਆ। ਉਹਨੇ ਮੈਨੂੰ ਝੱਟ ਉਸ ਵੇਲੇ ਸ਼ਿਫਟ, ਕਹਿੰਦੇ 1 ਘੰਟੇ ਸ਼ਿਫਟ ਕਰ ਦਾਂਗੇ। ਮੈਂ ਕਾਲੀਆ ਚਲਾ ਗਿਆ, ਉੱਥੇ ਕਾਲੀਆਂ ਵਾਲੇ ਬੈਰਕ ਚਲਾ ਗਿਆ। ਉੱਥੇ ਦਰਬਾਰ ਸਾਹਿਬ ਤੋਂ ਰੋਜ਼ ਕੜਾਹ ਵੀ ਆਉਂਦਾ ਸੀਗਾ, ਲੰਗਰ ਵੀ ਆਉਂਦਾ ਸੀਗਾ, ਮੂੰਗੀ ਦੀ ਦਾਲਾਂ, ਮਤਲਬ ਉੱਥੇ ਫਿਰ ਪੂਰੀ ਯਾਸ਼ੀ ਸੀ ਇੱਕ ਕਿਸਮ ਦੀ, ਪੂਰਾ ਮਤਲਬ ਨਾਲੇ ਮਾਹੌਲ ਸਿਆਸੀ ਸੀਗਾ। ਕਦੀ ਉਪਰਾ ਨੰਗਲ ਸਾਹਿਬ ਦੀ ਉਹਨਾਂ ਨੂੰ ਕੋਠੀ ਮਿਲੀ ਹੋਈ ਸੀਗੀ, ਕਦੀ ਉਹਨਾਂ ਕੋਲ ਜਾ ਬੈਠਣਾ, ਕਦੀ ਹੋਰ ਲੋਕਾਂ ਕੋਲ ਜਾ ਬੈਠਣਾ। ਫਿਰ ਉੱਥੇ ਮੈਨੂੰ 2 ਮਹੀਨੇ ਮੇਰੀ ਸਿਆਸੀ ਪਰਪੱਕਤਾ ਵਧੀ ਹੈਗੀ ਹੈ, ਘਟਣ ਦੀ ਬਜਾਏ। ਜਿਹੜੀ ਸਿਆਸੀ ਕਨਵਿਕਸ਼ਨ ਹੈਗੀ ਹੈ ਕਿ ਅਸੀਂ ਦਰੁਸਤ, ਅਸੀਂ ਠੀਕ ਹੈ, ਇਹ ਨਿਜ਼ਾਮ ਗਲਤ ਹੈ, ਕਾਂਗਰਸ ਦਾ ਐਮਰਜੈਂਸੀ ਗਲਤ ਹੈ, ਜਮਹੂਰੀ ਦੇ ਖਿਲਾਫ ਬਹੁਤ ਵੱਡਾ ਹਮਲਾ ਭਾਰਤੀ ਲੋਕਾਂ ਦੇ ਹੱਕਾਂ ਦੇ ਉੱਤੇ, ਪੰਜਾਬ ਦੇ ਹੱਕਾਂ ਦੇ ਉੱਤੇ, ਉਹ ਮੈਨੂੰ ਕੋਈ ਨਿਰਾਸ਼ਾ ਨਹੀਂ ਹੋਈ, ਸਗੋਂ ਮੇਰੀ ਸਿਆਸੀ ਪਰਪੱਕਤਾ ਵਧੀ ਹੈ ਜੇਲ੍ਹ ਦੇ ਪੀਰੀਅਡ ਦੌਰਾਨ। ਇਹ ਤੁਸੀਂ ਕਿਉਂਕਿ ਜਿਸ ਮਕਸਦ ਦੇ ਨਾਲ ਜੇਲ੍ਹ ਗਏ ਜਾਂ ਜਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੇਲ੍ਹ ਗਏ, ਤਾਂ ਲੱਗਾ ਕਿ ਅੱਜ ਵੀ ਉਹੀ ਲੜਾਈ ਲੜੀ ਜਾ ਰਹੀ ਹੈ ਦੁਬਾਰਾ, ਕਿ ਉਹਨਾਂ ਹਾਲਾਤਾਂ ਦੇ ਵਿੱਚ ਦੁਬਾਰਾ, ਕਿਉਂਕਿ ਐਮਰਜੈਂਸੀ ਕਹਿੰਦੇ ਕਿ ਹੁਣ ਜੇ ਉਦੋਂ ਡਾਇਰੈਕਟ ਐਮਰਜੈਂਸੀ ਲੱਗੀ ਸੀ, ਹੁਣ ਇੰਡਾਇਰੈਕਟ ਬਿਲਕੁਲ ਕੋਈ ਸ਼ੱਕ ਨਹੀਂ। ਹੁਣ ਸਗੋਂ ਲੜਾਈ ਹੋਰ ਮੁਸ਼ਕਲ ਹੈਗੀ ਹੈ। ਉਦੋਂ ਤਾਂ ਤੁਹਾਡੇ ਹੱਕ 'ਚ ਬਹੁਤ ਆਵਾਜ਼ਾਂ ਬੁਲੰਦ ਹੁੰਦੀਆਂ ਸੀਗੀਆਂ, ਹੁਣ ਤਾਂ ਜਿਹੜੇ ਆਵਾਜ਼ਾਂ ਬੁਲੰਦ ਕਰਨ ਵਾਲੇ ਪੱਤਰਕਾਰ ਹੈ, ਉਹਨਾਂ 'ਤੇ ਵੀ ਸਾੜ ਸਤੀ ਆਈ ਹੋਈ ਹੈ, ਉਹਨਾਂ 'ਤੇ ਵੀ ਬਹੁਤ ਬੰਦਿਸ਼ਾਂ ਲੱਗ ਰਹੀਆਂ। ਉਹਨਾਂ 'ਚ ਬਹੁਤ ਸਾਰੇ ਜੇਲ੍ਹ 'ਚ ਹੈਗੇ ਹੈ, ਬਹੁਤ ਸਾਰੇ ਪੱਤਰਕਾਰ ਜਿਹੜੇ ਅਗਾਂਹਵਧੂ ਜਿਹੜੇ ਲੋਕਾਂ ਦੇ ਹੱਕ ਦੇ ਪੱਤਰਕਾਰ ਸੀਗੇ, ਉਹਨਾਂ 'ਤੇ ਬਹੁਤ ਸ਼ਿਕੰਜਾ ਖਿੱਚਿਆ ਹੋਇਆ ਹੈਗਾ ਮੋਦੀ ਸਰਕਾਰ ਨੇ ਵੀ, ਅਤੇ ਪੰਜਾਬ 'ਚ ਆਪ ਸਰਕਾਰ ਨੇ ਵੀ। ਸੋ ਉਹਨਾਂ ਵਾਸਤੇ ਕੋਈ ਕੰਮ ਕਰਨਾ ਮਾਹੌਲ ਆਸਾਨ ਨਹੀਂ ਹੈਗਾ। ਅਤੇ ਇਸ ਤਰ੍ਹਾਂ ਜਿਹੜੀ ਅੱਜ ਦੀ ਜੇਲ੍ਹ ਹੈਗੀ ਹੈ, ਇਹ ਪਿਛਲੀ ਜੇਲ੍ਹ ਨਾਲੋਂ ਕਿਤੇ ਵੱਧ ਮਤਲਬ ਸਖਤ ਹੈਗੀ ਹੈ ਔਰ ਮੁਸ਼ਕਲ ਹੈਗੀ ਹੈ, ਮੁਸ਼ਕਲ ਭਰਿਆ ਕਾਰਜ ਹੈ। ਕਿਉਂਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਨਾ, ਉਹਨੂੰ ਹੌਸਲਾ ਕੀ ਹੁੰਦਾ ਕਿ ਮੇਰੇ ਨਾਲ ਬਾਹਰ ਲੋਕੀ ਮੇਰੇ ਬਾਰੇ ਖੜ੍ਹੇ ਹੈਗੇ ਆ। ਜਦੋਂ ਮੈਂ ਜੇਲ੍ਹ ਗਿਆ ਤਾਂ 5 ਦਿਨ ਮੈਡੀਕਲ 'ਚ ਬਿਲਕੁਲ ਬੰਦ ਰਿਹਾ, ਮਤਲਬ ਰੋਜ਼ ਮੁਜ਼ਾਹਰਾ, ਉੱਤੋਂ ਐਮਰਜੈਂਸੀ ਲੱਗੀ, ਉੱਧਰ ਮੁਜ਼ਾਹਰੇ ਹੋ ਰਹੇ ਸੀਗੇ। ਨਾ ਤਾਂ ਡਾਕਟਰਾਂ ਨੂੰ ਲਾਠੀਆਂ ਮਾਰ ਸਕਣ, ਡਾਕਟਰਾਂ ਨੂੰ, ਡਾਕਟਰੀ ਪੜ੍ਹਨ ਵਾਲੇ ਮੁੰਡਿਆਂ ਨੂੰ, ਕਿਉਂਕਿ ਸਾਰੇ ਪੰਜਾਬ ਖਬਰ ਬੰਦੀ ਸੀਗੀ। ਪਰ ਮੈਨੂੰ ਅੰਦਰ ਬੈਠੇ ਨੂੰ ਫਿਰ ਨਸ਼ਾ ਹੀ ਹੁੰਦਾ ਕਿ ਮੇਰੇ ਬਾਹਰ ਜੇ ਬਾਹਰ ਕੋਈ ਖੰਡ ਵਾਲਾ ਬੰਦਾ ਕੋਈ ਨਹੀਂ ਹੈ, ਇੰਨੇ ਡਰਾਤਾ ਗਿਆ ਸਮਾਜ, ਫਿਰ ਜੇਲ੍ਹ ਵੀ ਮੁਸ਼ਕਲ ਨਿਕਲਦੀ ਹੈ। ਫਿਰ ਜੇਲ੍ਹ ਵੀ ਕੱਟਣੀ ਆਸਾਨ ਨਹੀਂ ਹੈਗੀ, ਜੇਲ੍ਹ ਵੀ ਬਾਹਰ ਦੇ ਹੌਸਲੇ ਨਾਲ ਜੇਲ੍ਹ ਨਿਕਲਦੀ ਹੈ।
ਜੇ ਤੁਹਾਡੀ ਵਾਈਫ ਹੌਸਟਲ ਤੁਹਾਨੂੰ ਮਿਲਣ ਆਉਂਦੀ ਹੈ, ਤੁਹਾਡਾ ਫਾਦਰ ਹੌਸਟਲ ਮਿਲਣ ਆਉਂਦਾ, ਤਾਂ ਤੁਸੀਂ ਅੰਦਰ ਹੌਸਟਲ ਮੁੜ ਕੇ ਵਾਪਸ ਜਾਂਦੇ ਬੈਰਕ ਵਿੱਚ। ਜੇ ਤੁਹਾਡਾ ਬਾਪ ਆਉਂਦਾ ਰੋਣ ਲੱਗ ਪੈਂਦਾ ਭੁੱਬਾ ਮਾਰ ਕੇ, ਤਾਂ ਤੁਸੀਂ ਬੈਰਕ 'ਚ ਵੀ ਤੁਸੀਂ ਫਿਰ ਰੋਂਦੇ ਜਾਂਦੇ ਹੈਗੇ। ਸੋ ਜੇਲ੍ਹ ਬਾਹਰ ਦੇ ਸਿਰ ਤੇ ਕੱਟੀ ਜਾਂਦੀ, ਜੇਲ੍ਹ ਦੇ ਸਿਰ ਤੇ ਨਹੀਂ ਕੱਟੀ ਜਾਂਦੀ। ਜੀ ਜੇ ਡਾਕਟਰ ਸਾਹਿਬ ਅਸੀਂ ਸਮਝਣਾ ਹੋਵੇ, ਜਦੋਂ ਪੋਲਿਟਿਕਸ ਦੇ ਵਿੱਚ ਐਕਚੁਅਲ ਤੌਰ ਤੇ ਆ ਗਿਆ, ਇੱਕ ਹੁੰਦਾ ਨਾ ਕਿ ਪਾਵਰ ਨਹੀਂ ਹੁੰਦੀ, ਉਦੋਂ ਬੰਦਾ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਚਾਹੁੰਦਾ ਪਰ ਨਹੀਂ ਹੁੰਦੀਆਂ। ਜਦੋਂ ਐਮਪੀ ਦੀ ਪਾਵਰ ਆ ਗਈ, ਕਿਉਂਕਿ ਐਮਪੀ ਦੀ ਚੋਣ ਜਿੱਤਣਾ ਆਪਣੇ ਆਪ ਦੇ ਵਿੱਚ ਵੱਡੀ ਚੁਣੌਤੀ ਸੀ ਤੁਹਾਡੇ ਲਈ, ਕਿਉਂਕਿ ਇੱਥੇ ਪਟਿਆਲੇ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਇੱਕ ਰਾਜਾ ਪਰਿਵਾਰ ਦਾ ਪੂਰਾ ਹੋਲਡ ਸੀ। ਤਾਂ ਉਸ ਹਾਲਾਤਾਂ ਦੇ ਵਿੱਚ ਉਹ ਜਿਹੜੀ ਚੋਣ ਦੀ ਪੂਰੀ ਪ੍ਰਕਿਰਿਆ ਕਿਸ ਤਰੀਕੇ ਨਾਲ ਲੰਘੀ, ਤੇ ਉਸ ਤੋਂ ਬਾਅਦ ਜਦੋਂ ਜਿੱਤੇ ਲੱਗਿਆ ਕਿ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਸੀ ਕਰ ਸਕੇ ਉਹ? ਹਾਂ, ਬਿਲਕੁਲ ਕਰ ਸਕਿਆ ਮੈਂ। ਦੇਖੋ, ਮੇਰੇ 2 ਡ੍ਰੀਮ ਪ੍ਰੋਜੈਕਟ ਸੀਗੇ। ਇੱਕ ਤਾਂ ਜਦੋਂ ਵੀ ਗੱਲ ਕਰਨੀ ਨਾ, ਮੈਂ ਦਿੱਲੀ ਜਾ ਕੇ ਜਾਂ ਉਸ ਤੋਂ ਪਹਿਲਾਂ ਲੀਡਰਾਂ ਨਾਲ ਕਿ ਯਾਰ ਇਹ ਜਿਹੜੀ ਇੱਥੇ ਸਾਡੀ ਗੱਡੀਆਂ ਬੜੀਆਂ ਘੱਟ ਹੈ ਪਟਿਆਲਿਓਂ, ਸਸਤਾ ਸਫ਼ਰ ਹੈ, ਆਸਾਨ ਸਫ਼ਰ ਹੈ, ਪੋਲਿਊਸ਼ਨ ਫਰੀ ਸਫ਼ਰ ਹੈਗਾ, ਖੁੱਲ੍ਹਾ ਡੁੱਲਾ ਸਫ਼ਰ ਹੈਗਾ, ਵੀ ਗੱਡੀਆਂ ਇੱਕ ਕੱਢੀ ਜਾਂਦੀ ਦਿੱਲੀ ਇੰਟਰਸਿਟੀ। ਤੇ ਇਹ ਨਹੀਂ ਕਹਿਣਾ ਜੀ ਇੱਕ ਲੈਨ ਸਿੰਗਲ ਹੈਗੀ ਹੈ, ਨਾ ਇਲੈਕਟਰੀਫਾਈਡ ਹੈ, ਰਾਜਪੁਰੇ ਤੱਕ ਗੱਡੀਆਂ ਇਲੈਕਟ੍ਰਿਕ ਤੇ ਆਉਣੀਆਂ, ਫਿਰ ਇੱਧਰ ਨੂੰ ਕਾਣਾ ਹੋਵੇ ਫਿਰ ਡੀਜ਼ਲ ਤੇ ਪਾਉਣਾ ਪੈਂਦਾ। ਹਾਂਜੀ, ਇਹ ਬੜਾ ਮੁਸ਼ਕਲ ਕੰਮ ਹੈ। ਮੈਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਮੈਂ 17 ਵਾਰ ਰੇਲ ਮਿਨਿਸਟਰ ਨੂੰ ਮਿਲਿਆ, 2 ਵਾਰ ਮੋਦੀ ਨੂੰ ਮਿਲਿਆ। ਸਾਰੀ ਅਖਬਾਰਾਂ ਫੋਟੋਆਂ ਲੱਗੀਆਂ ਹੈਗੀਆਂ ਮੇਰੀਆਂ, ਮੈਂ ਚਾਰਟ ਬਣਾ ਕੇ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਕੇ ਲੈ ਗਏ ਮੋਦੀ ਸਾਹਿਬ ਵਾਸਤੇ ਕਿ ਆਹ ਸਾਡਾ ਮਾਲਵਾ ਹੈ, ਤਾਂ ਆਹ ਬਠਿੰਡੇ ਤੋਂ ਲੈ ਕੇ ਤਪਾ, ਰਾਮਪੁਰਾ ਫੂਲ, ਫਿਰ ਬਰਨਾਲਾ, ਫਿਰ ਧੂਰੀ, ਫਿਰ ਨਾਭਾ, ਫਿਰ ਪਟਿਆਲਾ, ਆਹ ਇੱਕ ਰੂਟ ਹੈਗਾ ਥੋੜ੍ਹਾ ਜਿਹਾ, ਇਹ ਡਬਲ ਹੋ ਰਿਹਾ ਨਾ ਲੱਗੇ। ਉੱਥੇ ਮੈਂ ਆਰਡਰ ਕਰਾਇਆ ਕਿ ਇਹ ਰੂਟ ਡਬਲ ਕਰੋ, ਇਲੈਕਟ੍ਰੀਫਾਈ ਕਰੋ। ਅੱਜ ਉਹ ਰੂਟ ਮੇਰਾ ਖਿਆਲ 6 ਮਹੀਨੇ ਤੱਕ ਉਹ ਚੱਲ ਪੈਣਾ ਹੈਗਾ, ਇਲੈਕਟ੍ਰੀਫਾਈ ਹੋ ਗਿਆ ਸਾਰਾ ਡਬਲ। ਇਹਦੇ ਬੜਾ ਅੜਿੱਕਾ ਰਿਹਾ ਰਾਜਪੁਰਾ ਰੂਟ ਦਾ, ਇਹ ਬਿਲਕੁਲ ਇੱਕ ਵਾਰੀ ਕਨੈਕਟੀਵਿਟੀ ਬਣ ਜਾਵੇ ਬਹੁਤ ਸਾਰੇ ਲੋਕਾਂ ਨੂੰ ਆਸਰਾ ਬਹੁਤ ਨਾ, ਗੱਡੀਆਂ ਘੱਟੋ ਘੱਟ 10 ਗੱਡੀਆਂ ਹੋਰ ਚੱਲਣਗੀਆਂ, ਜਿਹੜੀਆਂ ਅੱਧੀਆਂ ਗੱਡੀਆਂ ਜਿਹੜੀਆਂ ਬਾਇਆ ਖੰਨਾ ਗੋਬਿੰਦਗੜ੍ਹ ਜਾਂਦੀਆਂ ਅੰਬਾਲੇ, ਉਹ ਬਾਇਆ ਧੂਰੀ ਨਾਭਾ ਹੋ ਕੇ ਜਾਇਆ ਕਰਨਗੀਆਂ। ਸੱਚਖੰਡ ਐਕਸਪ੍ਰੈਸ, ਚੇਨਈ ਐਕਸਪ੍ਰੈਸ, ਮੇਰੇ ਨਾਲ ਵਾਅਦਾ ਕੀਤਾ ਸੀ ਮਿਨਿਸਟਰ ਨੇ ਕਿ ਇਸ ਘੱਟੋ ਘੱਟ 7 ਗੱਡੀਆਂ ਵਧਾਵਾਂਗੇ ਇਸ ਪਾਸੇ ਜਦੋਂ ਲਾਈਨ ਪੂਰੀ ਹੋ ਗਈ। ਫਿਰ ਦੂਜਾ ਮੇਰਾ ਸੀਗਾ ਕਿ ਪੰਜਾਬ ਦਾ ਅੱਧੇ ਪੰਜਾਬ ਦਾ ਆਪਣੀ ਰਾਜਧਾਨੀ ਰੇਲਵੇ ਰਾਹੀਂ ਕਨੈਕਟੇ ਕੋਈ ਨਹੀਂ ਹੈ, ਅਤੇ ਮੋਹਾਲੀ ਰਾਜਪੁਰਾ ਲਾਈਨ ਮੈਂ ਮਨਜ਼ੂਰ ਕਰਾ ਲਈ 283 ਕਰੋੜ ਦੀ। ਉਹਦਾ 78 ਕਰੋੜ ਦੀ ਜ਼ਮੀਨ ਲੈਣੀ ਸੀਗੀ, ਨਾ ਬਾਦਲ ਸਾਹਿਬ ਨੇ ਲੈ ਕੇ ਦਿੱਤੀ, ਨਾ ਕੈਪਟਨ ਸਾਹਿਬ ਨੇ ਲੈ ਕੇ ਦਿੱਤੀ। ਹੁਣ ਉਹ ਪ੍ਰੋਜੈਕਟ 5 ਸਾਲ ਬਾਅਦ ਅਗਲੇ ਸਾਲ ਉਹ ਖਤਮ ਹੋ ਜਾਊਗਾ, ਕਿਉਂਕਿ ਪਾਰਲੀਮੈਂਟ ਦੀ ਪ੍ਰੋਪਰਟੀ ਹੈ। 5 ਸਾਲ 'ਚ ਪੈਸੇ ਪਾਈ ਗਏ। ਉਹ ਪਹਿਲਾਂ 5-10 ਲੱਖ ਤੋਂ ਸ਼ੁਰੂ ਕੀਤਾ ਸੀ, ਅਖੀਰ ਨੂੰ 100 ਰੁਪਏ ਪਾਉਣ ਲੱਗ ਪਏ ਸੀਗੇ, ਕਿਉਂਕਿ ਪ੍ਰੋਜੈਕਟ ਜਿਉਂਦਾ ਰੱਖਣਾ ਹੁੰਦਾ, ਉਹਨਾਂ ਦਾ ਪ੍ਰੋਸੈਸ ਹੈਗਾ। ਹੁਣ ਐਤਕੀ ਨਹੀਂ ਪੈਸੇ ਪਾਣੇ, ਸ਼ਾਇਦ ਐਤਕੀ ਪਾ ਕੇ ਬਾਣੇ ਅਗਲੇ ਬੰਦ ਕਰ ਦੇਣਗੇ। ਜੇ ਹੁਣ ਵੀ ਪੰਜਾਬ ਸਰਕਾਰ ਅਪਰੋਚ ਕਰਕੇ ਆਪਣਾ ਜ਼ਮੀਨ 78 ਕਰੋੜ ਦੀ ਜ਼ਮੀਨ ਹੈਗੀ, 43 ਏਕੜ ਮੋਹਾਲੀ, ਫਤਿਹਗੜ੍ਹ ਸਾਹਿਬ ਤੇ ਰਾਜਪੁਰਾ ਤਹਿਸੀਲ, 3 ਤਹਿਸੀਲਾਂ 'ਚ ਪੈਂਦੀ ਹੈਗੀ, ਉਹ ਲੈ ਕੇ ਦੇ ਦੇਵੇ, ਉਹਨੂੰ ਰੇਲਵੇ ਲਾਈਨ ਪਿਸ ਜਾਣੀ ਹੈਗੀ। ਅਤੇ ਜਿੰਨੀਆਂ 5 ਟੋਲ ਪਲਾਜ਼ੇ ਹੈ, ਬਠਿੰਡਾ ਦੇ ਚੰਡੀਗੜ੍ਹ ਵਿਚਕਾਰ ਚੱਲੂਗੀ ਤੁਹਾਡੇ ਇਹ ਸ਼ਟਲ ਚੱਲੂਗਾ ਹਰ 2 ਘੰਟੇ ਬਾਅਦ, 1000 ਬੰਦਾ ਚੱਲ ਉੱਧਰੋਂ ਚੱਲੂਗਾ, ਡਬਲ ਲਾਈਨ ਹੋਣੀ ਹੈ। ਆਹ ਹੋਏਗੀ ਰਾਜਪੁਰੇ ਤੱਕ, ਉਹ ਵੀ ਅਗਲੀ ਵੀ ਡਬਲ ਹੋਣੀ ਹੈ। ਬਹੁਤੇ ਲੋਕਾਂ ਨੂੰ ਆਰਾਮ ਹੋ ਜਾਣਾ। ਅਤੇ ਕਿਰਾਇਆ ਸਿਰਫ 95 ਰੁਪਏ। ਪਰ ਪਬਲਿਕ ਜਿਹੜੀ ਪ੍ਰਾਈਵੇਟ ਟਰਾਂਸਪੋਰਟ ਹੈ ਇਹਦਾ ਪੱਠਾ ਬੈਠੂਗਾ, ਜਿਹੜੇ ਸੜਕਾਂ ਬੱਸਾਂ ਚਲਾਉਂਦੇ ਬੱਸਾਂ ਦੇ ਪਲੱਸ ਜਿਹੜੇ ਸੜਕ ਦੇ ਟੋਲ ਟੈਕਸ ਇਹਨਾਂ ਦਾ ਪੱਠਾ ਬੈਠੂਗਾ। ਉਹਨਾਂ ਦੇ ਪ੍ਰੈਸ਼ਰ ਥੱਲੇ ਇਹਨਾਂ ਨੇ ਸਿਰਫ 78.4 ਕਰੋੜ 40 ਲੱਖ ਰੁਪਇਆ ਜਮ੍ਹਾਂ ਨਹੀਂ ਕਰਾਇਆ, ਨਾ ਬਾਦਲ ਸਾਹਿਬ ਨੇ ਕਰਾਇਆ, ਨਾ ਕੈਪਟਨ ਨੇ ਕਰਾਇਆ। ਤੁਸੀਂ ਹੁਣ ਕੋਸ਼ਿਸ਼ ਕੀਤੀ, ਹੁਣ ਤਾਂ ਤੁਹਾਡੇ ਮੈਂ ਬਹੁਤ ਨਹੀਂ, ਕੈਪਟਨ ਤੇ ਬਾਦਲ ਸਾਹਮਣੇ ਤਾਂ ਕਰ ਲਈ, ਹੁਣ ਜਿਹੜੀ ਤੁਹਾਡੀ ਮਨਪ੍ਰੀਤ ਬਾਦਲ ਨੇ ਮੰਨ ਕੇ ਕਿ ਸੋਮਵਾਰ ਨੂੰ ਪੈਸਾ ਰਿਲੀਜ਼ ਕਰ ਦੇਵਾਂਗੇ। ਮਨਪ੍ਰੀਤ ਬਾਦਲ ਹੋਣਾ ਨੇ ਪਹਿਲਾਂ ਮੇਰੇ ਨਾਲ ਪੂਰਾ ਡੈਪੂਟੇਸ਼ਨ ਸੀਗਾ ਗਿਆ ਪਟਿਆਲਿਓਂ, ਮੰਨ ਕੇ ਉਹ ਤੋਂ ਬਾਵਜੂਦ ਪੈਸੇ ਹਰਪਾਲ ਚੀਮੇ ਤੱਕ ਪਹੁੰਚ ਕਰ ਲੈਣੀ ਸੀ। ਨਹੀਂ ਕਰਾਂਗੇ, ਮੈਂ ਕਰ ਰਿਹਾ ਸਿੱਧਾ, ਮੇਰਾ ਕੋਈ ਬਹੁਤਾ ਹੈ ਨਹੀਂ, ਕੋਈ ਮੈਂ ਬਹੁਤਾ ਨਾ ਸੱਤਾ ਦੇ ਬਹੁਤੇ ਗਲਿਆਰੇ ਬਹੁਤਾ ਘੁੰਮਣ ਦਾ ਆਦੀ ਨਹੀਂ ਹੈਗਾ। ਆਮ ਆਦਮੀ ਪਾਰਟੀ ਕਹਿੰਦੇ ਹਾਂਜੀ ਨਹੀਂ ਕਦੇ ਕਵਾਂਗੇ ਜੀ, ਇਹਨਾਂ ਦੀ ਪ੍ਰਾਇਰਟੀਆਂ ਹੋਰ ਇਹਨਾਂ ਦੀਆਂ ਪ੍ਰਾਇਰਟੀਆਂ ਬਿਨਾਂ। ਦੇਖੋ ਬਿਜਲੀ ਹੈ ਫਰੀ ਕਰਨ ਦਾ ਮਤਲਬ ਕੀ ਹੈਗਾ? ਜਿੱਥੇ ਤੁਸੀਂ ਕਾਰ ਖੜੀ ਕਰਕੇ ਆਏ ਨਾ, ਉੱਥੇ ਪਾਰਕਿੰਗ ਹੈਗੀ ਹੈ, ਉਹਦਾ ਬਿੱਲ 6000 ਆਉਂਦਾ ਹੁੰਦਾ ਸੀਗਾ, ਅਤੇ ਮੈਂ ਦਿੰਦਾ ਸੀਗਾ, ਮੈਂ ਡਾਕਟਰੀ ਕਰਦਾ, ਮੈਨੂੰ ਜਿੰਨੇ ਪੈਸੇ ਆਉਂਦੇ ਉਹਦੇ ਮੈਂ ਗੁਜ਼ਾਰਾ ਹੁੰਦਾ ਹੈਗਾ, ਉਹਦਾ ਬਿੱਲ 0 ਆਇਆ ਐਤਕੀ। ਆਈ ਰਿਜ਼ੈਂਟ ਇਟ। ਬਈ ਜਦੋਂ ਜਿਹੜੇ ਲੱਖਾਂ ਬੰਦੇ 3-4 ਹਜ਼ਾਰ ਮਹੀਨਾ ਪੇ ਕਰ ਸਕਦੇ ਹੈਗੇ ਹੈ, ਕੈਪੇਬਲ ਹੈਗੇ ਹੈ, ਉਹਨਾਂ ਦੀ ਫਰੀ ਕਰੀ, ਆਪ ਸਿਆਸਤ ਵਾਸਤੇ ਫਰੀ ਕਰੀ ਜਾਂਦੇ ਹੋ, ਕਿ ਆਪਦਾ ਪੱਠਾ ਉਠਾਉਣ ਤੁਰੇ ਹੋਏ ਹੋ। ਮੇਰਾ ਇੱਕ ਬਿੱਲ ਫਰੀ ਆ ਗਿਆ, ਜਦਕਿ 2 ਬਿੱਲ ਮੈਂ ਪੇ ਕਰ ਰਿਹਾ, ਇਹ ਵੀ ਮੇਰੇ ਸੋਲਰ ਸਿਸਟਮ ਲੱਗੇ ਹੋਏ ਆ, ਮੇਰੀ ਬੱਚਤ ਹੈਗੀ ਹੈ, ਪਰ ਉਧਰ ਤਾਂ ਫਰੀ ਆਉਣ ਦਾ ਮਤਲਬ ਕੋਈ ਨਹੀਂ ਸੀ ਮੇਰਾ ਬਿੱਲ। ਆਈ ਕੈਨ ਪੇ ਫਾਰ ਮਾਈ ਪੰਜਾਬ, ਫਾਰ ਕ੍ਰੀਏਟਿੰਗ ਇੰਪਲੋਇਮੈਂਟ, ਫਾਰ ਕ੍ਰੀਏਟਿੰਗ ਇੰਸਟੀਟਿਊਸ਼ਨਸ, ਫਾਰ ਵੈਲਫੇਅਰ ਮਾਈ ਪੀਪਲ, ਆਈ ਕੈਨ ਪੇ। ਅਤੇ ਮੇਰੇ ਵਰਗੇ ਲੱਖਾਂ ਬੰਦੇ ਜਿਹੜੇ ਪੇ ਕਰ ਸਕਦੇ ਹੈਗੇ, ਸਭ ਦੇ ਬਿੱਲ ਕੇਜਰੀਵਾਲ ਦੀ ਫਰਾਡੂ ਸਿਆਸਤ ਨੇ ਸਭ ਦੇ ਬਿੱਲ ਮਾਫ ਕਰ ਦਿੱਤੇ ਹੈਗੇ। ਪੰਜਾਬ ਦੇ ਵਿੱਚ ਇਹ ਪੋਲਿਟਿਕਸ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੋਟਰਾਂ ਦੇ ਬਿੱਲ ਮਾਫ ਕੀਤੇ ਸੀ। ਬਿਲਕੁਲ, ਉਹ ਵੀ ਗਲਤ ਸੀਗਾ। ਉਹ ਵੀ ਕਿਸਾਨਾਂ ਨੂੰ ਪੁੱਛੋ ਤੁਸੀਂ, ਕਹਿੰਦੇ ਸਾਨੂੰ ਸਸਤੀ ਦੇ ਦਿਓ, ਸਾਨੂੰ 24 ਘੰਟੇ ਦੇ ਦਿਓ, ਸਾਨੂੰ ਨਹੀਂ, ਸਾਡੀ ਫਰੀ ਚਾਹੀਦੀ ਹੈਗੀ।
ਕਿਸਾਨ ਮੇਰੇ ਕੋਲ ਤਾਂ ਆਈ ਡੀਲ ਵਿਦ 150 ਔਰ ਰਾਤ ਨੂੰ ਪੀਪਲ, ਬਿਜਲੀ ਮੇਰੇ ਕੋਲ ਰੋਜ਼ ਦਾ 150 ਬੰਦਾ ਆਉਂਦਾ ਹੈਗਾ। ਤੁਸੀਂ ਮੇਰੇ ਕੋਲ ਇੱਕ ਦਿਨ ਆ ਕੇ ਬਹਿ ਜਾਇਓ, ਤੁਹਾਨੂੰ ਸਾਰੇ ਪੰਜਾਬ ਦੀ ਪੋਲੀਟੀਕਲ, ਸਮਾਜਿਕ, ਧਾਰਮਿਕ ਸਾਰੀ ਤੁਹਾਨੂੰ ਪਿਕਚਰ ਕਲੀਅਰ ਹੋ ਜਾਊਗੀ ਕਿ ਲੋਕੀ ਕਿੱਥੇ ਕਿੱਥੇ ਉਲਝੇ ਪਏ ਆ, ਕਿੱਥੇ ਕਿੱਥੇ ਫਸੇ ਪਏ ਆ, ਕਿਹੜੇ ਪੰਜਾਬ ਦੀਆਂ ਸੰਕਟ ਨੇ, ਕਿਹੜੇ ਪੰਜਾਬ ਦਾ ਮਤਲਬ ਕੀ ਬਣਨ ਜਾ ਰਿਹਾ। ਤੁਸੀਂ ਇੱਕ ਦਿਨ ਜ਼ਰੂਰ ਕਰੋ ਤਜਰਬੇ, ਜੇ ਤੁਹਾਨੂੰ ਵਿਹਲਾ ਹੋਇਆ ਨਾ 8 ਵਜੇ ਆ ਜਾਇਓ, 9 ਵਜੇ ਤੇ ਸ਼ਾਮ ਨੂੰ 6 ਵਜੇ ਚੱਲ ਜਾਏ ਤੁਸੀਂ, ਤੁਹਾਨੂੰ 150 ਮਰੀਜ਼ ਤੇ ਨਾਲ 150 ਨਾਲ ਦੇ, ਤੁਹਾਨੂੰ 300 ਬੰਦਾ ਇਹੋ ਜਿਹੀ ਪਿਕਚਰ ਪੇਂਟ ਕਰੂਗਾ, ਤੁਹਾਨੂੰ ਰੋਸ਼ਨ ਦਿਮਾਗ ਹੋ ਜਾਊਗਾ ਕਿ ਵੀ ਆਹ ਹੈ ਪੰਜਾਬ ਜਿਹੜਾ ਇੱਥੇ ਗਾਂਧੀ ਕੋਲ ਤੁਰਿਆ ਫਿਰਦਾ ਹੈ। ਜੀ ਡਾਕਟਰ ਸਾਹਿਬ, ਬੜੇ ਉਤਾਰ ਚੜ੍ਹਾਅ ਦੇਖੇ। ਮੈਂ ਉਹ ਜ਼ਿਕਰ ਕਰ ਰਿਹਾ ਸੀਗਾ ਕਿ ਤੁਹਾਡਾ ਉਹ ਚੋਣ ਲੜਨ ਦਾ ਤੇ ਚੋਣ ਤੋਂ ਬਾਅਦ ਜਿਹੜਾ ਸਫ਼ਰ ਰਿਹਾ ਉਹਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਸੀ ਕੀਤੀਆਂ। ਹਾਂ ਬਿਲਕੁਲ, ਦੇਖੋ ਇੱਕ ਤਾਂ ਰੇਲਵੇ ਲਾਈਨ ਦਾ ਹੋ ਗਿਆ ਹੈ ਤੇ ਦੋਹੇ ਰੇਲਵੇ ਲਾਈਨਾਂ ਹੋ ਗਈਆਂ। ਤੀਜਾ ਸੀਗਾ ਮੈਨੂੰ ਇਹ ਸੀਗਾ ਕਿ ਵੀ ਇੱਕ ਪਾਸਪੋਰਟ ਦਫ਼ਤਰ ਹੈਗਾ, ਹੁਣ ਜਿਹੜਾ ਚੰਡੀਗੜ੍ਹ ਦਾ ਪਾਸਪੋਰਟ ਦਫ਼ਤਰ ਹੈ, ਅੱਧਾ ਹਿਮਾਚਲ ਹੈ, ਅੱਧਾ ਹਰਿਆਣਾ ਹੈਗਾ, ਫਿਰ ਚੰਡੀਗੜ੍ਹ ਟਰਾਈ ਸਿਟੀ ਬਹੁਤ ਵੱਡਾ ਹੈਗਾ, ਅੱਧਾ ਪੰਜਾਬ ਹੈਗਾ ਹੈ, ਅੱਧਾ ਹਰਿਆਣਾ, ਅੱਧਾ ਹਿਮਾਚਲ, ਤੇ ਸਾਨੂੰ ਪਟਿਆਲੇ ਪਾਸਪੋਰਟ ਦਫ਼ਤਰ ਚਾਹੀਦਾ ਤਾਂ ਕਿ ਜਿਹੜੇ ਮਾਲਵੇ ਦਾ ਰਸ਼ ਹੈਗਾ ਇੱਥੇ ਨਿਬੜ ਜਾਵੇ, ਜਾਂ ਇੱਧਰ ਫਤਿਹਗੜ੍ਹ ਸਾਹਿਬ ਦਾ ਵੀ। ਹਾਂਜੀ, ਤੇ ਉਹ ਫਿਰ ਹੁਣ ਦੇਖੋ ਰੋਜ਼ ਦੇ 80-90 ਪਾਸਪੋਰਟ ਬੰਦ, ਮੈਂ ਪਾਸਪੋਰਟ ਦਫ਼ਤਰ ਲੈ ਕੇ ਆਇਆ। ਫਿਰ ਮੈਨੂੰ ਇਹ ਸੀ ਕਿ ਸਕੂਲਾਂ ਦੀ ਮਤਲਬ ਜਿਹੜੀ, ਕਿਉਂਕਿ ਮੇਰੇ ਪਿਤਾ ਸਕੂਲ ਟੀਚਰ ਸੀਗੇ, ਮੈਂ ਪ੍ਰਾਇਮਰੀ ਸਕੂਲਾਂ ਦਾ, ਆਪਣੇ ਗੌਰਮੈਂਟ ਸਕੂਲਾਂ ਦਾ ਪ੍ਰੋਡਕਟ ਸੀਗਾ, ਅਤੇ ਮੈਂ 25 ਕਰੋੜ ਰੁਪਏ ਚੋਂ 16 ਕਰੋੜ ਰੁਪਇਆ ਸਕੂਲਾਂ ਨੂੰ ਦਿੱਤਾ ਹੈ, ਜਿਸ 'ਚੋਂ 4 ਕਰੋੜ ਰੁਪਏ ਦੇ ਬੈਂਚ 1432 ਸਕੂਲਾਂ ਨੂੰ। ਪਟਿਆਲੇ ਜ਼ਿਲ੍ਹੇ ਦਾ ਇੱਕ ਵੀ ਸਕੂਲ ਨਹੀਂ ਹੈ ਜਿਹੜਾ ਜਿੱਥੇ ਬੱਚਾ ਟਾਟਾਂ ਦੇ ਬਹਿੰਦਾ ਹੋਵੇ। ਪਰ ਇਹ ਪਟਿਆਲਾ ਤਾਂ ਕਹਿੰਦੇ ਪਟਿਆਲਾ ਰਿਆਸਤ ਬੜੀ ਅਮੀਰ ਸੀਗੀ ਤੇ ਕੈਪਟਨ ਅਮਰਿੰਦਰ ਸਿੰਘ ਲੰਮਾ ਸਮਾਂ ਇੱਥੇ ਰਾਜ ਕਰਦੇ ਰਹੇ। ਕੁਛ ਨਹੀਂ ਕੀਤਾ। ਤੁਸੀਂ ਮੈਂ ਤੁਹਾਨੂੰ ਲਿਸਟ ਦੇ ਦੂੰਗਾ ਕਿ ਕਿਹਨਾਂ ਸਕੂਲਾਂ 'ਚ ਕਿੰਨੇ 1400 ਸਕੂਲਾਂ 'ਚ ਕਿੰਨੇ ਬੈਂਚ ਗਏ ਹੈਗੇ 4 ਕਰੋੜ ਦੇ। ਹਰ ਸਕੂਲ 'ਚ RO ਸਿਸਟਮ, 692 ਟਾਇਲਟ ਬਣਾਏ ਹੈਗੇ ਆ, ਔਰਤਾਂ ਵਾਸਤੇ, ਕੁੜੀਆਂ ਵਾਸਤੇ ਅਲੱਗ ਬਣਾਏ। ਮਤਲਬ ਮੈਂ ਸਕੂਲਾਂ ਦੀ ਕਾਇਆ ਕਲਪ ਕਰਨ ਦੀ ਕਸਰ ਬਾਕੀ ਨਹੀਂ ਛੱਡੀ। ਜਾਣੀ ਕਿ ਇੰਨੇ ਸਾਲ ਰਾਜ ਦੇ ਸ਼ਹਿਰ ਦੇ ਵਿੱਚ ਬੱਚੇ ਟਾਟਾਂ ਤੇ ਬਹਿੰਦੇ ਰਹੇ। ਇਹ ਹਕੀਕਤ ਹੈਗੀ ਹੈ, ਕੋਈ ਰੌਲਾ ਹੀ ਨਹੀਂ ਕੋਈ। ਫਿਰ ਤੀਜਾ ਸੀਗਾ ਕਿ ਮੇਰੇ ਦਿਮਾਗ 'ਚ ਇੱਛਾ ਸੀ ਕਿ ਪੰਜਾਬ ਵਰਗੇ ਰਾਜ 'ਚ ਜਿੱਥੇ ਸਾਡੀਆਂ ਬੜੀਆਂ ਉੱਚ ਰਵਾਇਤਾਂ ਹੈਗੀਆਂ, ਮਾਨਸਕੀ ਜਾਤ ਸਭੇ ਇੱਕੋ ਪਹਿਚਾਣ ਵੋ, ਨੀਚਾਂ ਵਿੱਚੋਂ ਨੀਚ ਜਾਤ, ਨੀਚੋਂ ਤੋਂ ਅੱਚ ਨੀਚ, ਅਤੇ ਜੇ ਬਾਬੇ ਨਾਨਕ ਦੀ ਮਤਲਬ ਫਲਸਫਾ ਹੈਗਾ, ਜਿੱਥੇ ਸੰਗਰ ਲੰਗਰ ਪੰਗਰ ਦੀ ਪ੍ਰਥਾ ਹੈਗੀ ਹੈ, ਜਿੱਥੇ ਸੱਭੇ ਸਾਂਝੀ ਵਾਰਸ ਦਾਇਣ, ਕੋਈ ਨਾ ਦਿਸਿਓ ਬਾਹਰਾ ਜੀਓ, ਕਿੰਨੀਆਂ ਸ਼ਾਨਦਾਰ ਪਰੰਪਰਾਵਾਂ ਸੀਗੀਆਂ ਮਨੂਵਾਦ ਦੇ ਖਿਲਾਫ, ਜਾਤ ਪਾਤ ਦੇ ਖਿਲਾਫ। ਵੀ ਇਸ ਪੰਜਾਬ 'ਚ ਵੀ ਮਤਲਬ ਸ਼ਮਸ਼ਾਨ ਘਾਟਾਂ ਤੱਕ ਮਤਲਬ ਅਲੱਗ ਅਲੱਗ ਹੈਗੇ। ਸੋ ਮੈਂ ਐਲਾਨ ਕਰਤਾ ਕਿ ਮੈਨੂੰ ਅਸੀਂ ਆਪਣੇ ਜਿਵੇਂ ਨਾ ਚੰਮ ਦੇ ਸਿੱਕੇ ਚਲਾਓ, ਜੋ ਦੁਬਾਰਾ ਬਣਨਾ ਖਰਾ ਨਹੀਂ ਬਣਨਾ, ਬਣੇ ਤਾਂ ਨਾ ਬਣੀਏ। ਅਤੇ ਮੈਂ ਐਲਾਨ ਕਰਤਾ ਕਿ ਵੀ ਮੈਂ ਉਸ ਪਿੰਡ ਨੂੰ ਗਰਾਂਟ ਦੇਣੀ ਜਿਹੜੀ ਪਿੰਡ 3-3 4-4 ਸ਼ਮਸ਼ਾਨ ਘਾਟਾਂ ਬੰਦ ਕਰਕੇ ਇੱਕ ਸ਼ਮਸ਼ਾਨ ਘਾਟ ਬਾਬੀ ਜਿੱਥੇ ਦਲਿਤ ਅਤੇ ਸਵਰਨ ਜਾਤਾਂ ਇਕੱਠੇ ਸੰਸਕਾਰ ਕਰਨਗੀਆਂ। ਸ਼ੁਰੂ ਬੜਾ ਵਿਰੋਧ ਹੋਇਆ। ਮੈਂ 55 ਪੰਚਾਇਤਾਂ ਸੀਗੀਆਂ, 25 ਤਾਂ ਉੱਠ ਕੇ ਚੱਲ ਗਈਆਂ ਕਿ ਤੂੰ ਕੀ ਨਵਾਂ ਪੰਗਾ ਪਾ ਲਿਆ ਹੈਗਾ, ਤੂੰ ਪੈਸੇ ਦੇਣੇ ਦੇ ਨਹੀਂ ਦੇਣ ਦੇ ਹੈਗਾ, ਅਤੇ ਮੈਂ ਨਾ ਲਓ ਪੈਸੇ। ਅਤੇ ਅਖੀਰ ਨੂੰ ਮੇਰੇ ਜਦੋਂ ਛੱਡਿਆ ਹੈਗਾ ਹੈ ਅਤੇ 154 ਪਿੰਡਾਂ 'ਚ ਲੋਕਾਂ ਨੇ ਪੰਚਾਇਤ ਦੇ ਮਤੇ ਪਾ ਕੇ ਬਾਹਰ ਬੋਰਡ ਲੱਗਿਆ ਕਿ ਇਹ ਸ਼ਮਸ਼ਾਨ ਘਾਟ ਦਲਿਤ ਸਾਰੀਆਂ ਜਾਤਾਂ ਦੀ ਸਾਂਝੀ ਸ਼ਮਸ਼ਾਨ ਘਾਟ ਹੈ। ਅਬਲੋਵਾਲ ਪਿੰਡ ਜਾ ਕੇ ਦੇਖ ਕੇ ਆਏ, ਅਬਲੋਵਾਲ ਨਾਲ ਬਿਲਕੁਲ ਪਟਿਆਲੇ ਦੇ ਨਾਲ ਪਿੰਡ ਹੈਗਾ, ਥਾਪਰ ਦੇ ਪਿਛਲੇ ਪਾਸੇ। ਸੋ ਇੱਕ ਐਗਜ਼ਾਮਪਲ ਹੈ, ਗੋਬਿੰਦਪੁਰਾ ਨਾਲ ਇਹ ਦੂਜੀ ਐਗਜ਼ਾਮਪਲ ਹੈ। ਸੋ ਮੈਂ ਇਸ ਗੱਲ 'ਚ ਕਾਮਯਾਬ ਹੋਇਆ ਕਿ ਪਿੰਡਾਂ 'ਚ ਬਹੁਤ ਸਾਰੀਆਂ ਥਾਵਾਂ 'ਤੇ ਤਾਂ ਮਤਲਬ ਕਮਾਲ ਹੀ ਹੋਇਆ। ਮਤਲਬ ਇਹ ਸ਼ਮਸ਼ਾਨ ਘਾਟਾਂ ਇਕੱਠੇ ਹੋਣ ਤੋਂ ਬਾਅਦ ਇੱਕ ਆਪਾਂ ਕਹਿੰਦੇ ਹਾਂ ਰੈਵੋਲੂਸ਼ਨ ਦੇ ਲਈ ਇੱਕ ਕਦਮ ਬਹੁਤ ਜ਼ਰੂਰੀ ਹੁੰਦਾ, ਤੇ ਉਹ ਕਦਮ ਤੁਸੀਂ ਚੱਕਣ ਦੀ ਕੋਸ਼ਿਸ਼ ਕੀਤੀ। ਡਾਕਟਰ ਸਾਹਿਬ, ਇਹ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ, ਸਿਆਸਤ ਵਿੱਚ ਕਦੇ ਆਣ ਕੇ ਇਹ ਲੱਗਾ ਕਿ ਗਲਤ ਕੀਤਾ ਮੈਂ? ਦੇਖੋ, ਸਿਆਸਤ 'ਚ ਨਾ ਇੱਕ ਦੋ ਗੱਲਾਂ ਤਾਂ ਹੈਗੀਆਂ ਸਿਆਸਤ 'ਚ, ਕਿ ਮੈਂ ਹੈਗਾ ਡਾਕਟਰ, ਵਿਗਿਆਨੀ ਹੈਗਾ, ਮੇਰਾ ਆਊਟਲੁੱਕ ਸਾਇੰਟੀਫਿਕ ਹੈਗਾ, ਵਿਗਿਆਨਕ ਨਜ਼ਰੀਆ ਹੈਗਾ। ਹੁਣ ਮੈਨੂੰ ਗੁੱਗਾਂਵਾੜੀ ਜਾਣਾ ਪਵੇ, ਮੈਨੂੰ ਗਣੇਸ਼ ਦੇ 25 ਫੰਕਸ਼ਨ ਅਟੈਂਡ ਕਰਨੇ ਪੈਣ, ਮੈਨੂੰ ਵਿਆਹਾਂ ਭੋਗਾਂ 'ਤੇ ਕੋਈ ਘੜੀਸੀ ਫਿਰੇ, ਮੈਨੂੰ ਲੱਗੇ ਇਹ ਮੇਰਾ ਜੋਬ ਨਹੀਂ ਸੀਗਾ। ਔਰ ਮੇਰੇ ਨਾਲ ਲੋਕੀ ਬਹੁਤ ਨਾਰਾਜ਼ ਵੀ ਹੋਏ ਨੇ। ਲੋਕੀ ਇੱਥੇ ਤੱਕ ਆ ਗਏ ਸੀ, ਜੀ ਪੋਤੀ ਦਾ ਜਨਮ ਦਿਨ ਹੈ ਡਾਕਟਰ ਸਾਹਿਬ, ਆ ਕਾਰਡ 'ਤੇ ਜ਼ਰੂਰ ਆਇਓ ਤੁਸੀਂ, ਜਾਂ ਜੀ ਸਾਡੀ ਮੈਰਿਜ ਐਨਵਰਸਰੀ ਹੈ। ਮੈਂ ਲੋਕਾਂ ਦੀ ਕੋਈ ਹੱਦ ਨਹੀਂ, ਲੋਕਾਂ ਦੀ ਬੈਕਵਰਡਨੈਸ। ਲੋਕੀ ਤਾਂ ਇੱਥੇ ਪਹੁੰਚ ਗਏ ਆ ਕਿ ਜੇਕਰ ਬੁੜੇ ਦਾ ਭੋਗ ਹੈ ਨਾ, ਅਤੇ ਭਾਈ ਨੂੰ ਕਹਿਣਗੇ ਜੀ ਇੱਕ ਅੱਧਾ ਰਾਗ ਹੋਰ ਲਾ ਲਓ ਤੁਸੀਂ, ਅਜੇ ਲਾਲ ਬੱਤੀ ਵਾਲੀ MLA ਸਾਹਿਬ ਆਏ ਨਹੀਂ ਅਜੇ। ਭਾਈ ਨੂੰ ਅੱਗੇ ਹੋਰ ਨੂੰ ਤੋੜ ਦਿੰਦੇ ਹੈਗੇ ਆ ਵੀ ਤਾਂ ਕਿ 2 ਗੱਡੀਆਂ ਲਾਲ ਬੱਤੀ ਖੜ੍ਹ ਜਾਣ, ਸਾਡੀ 150 ਗੱਡੀ ਖੜੀ ਤਾਂ ਸਾਡਾ ਭੋਗ ਬਜ਼ੁਰਗ ਪ੍ਰਤੀ ਜੋ ਸਨਮਾਨ ਹੈ, ਜੋ ਉਹਨਾਂ ਦੀ ਸ਼ਖਸੀਅਤ ਸੀ, ਜੋ ਉਹਦਾ ਗੁਣਗਾਨ ਕਰਨਾ, ਉਹ ਕਿਸੇ ਨੂੰ ਚੇਤੇ ਨਹੀਂ ਹੈਗਾ। ਸੋ ਲੋਕੀ ਨਾ VIP ਕਲਚਰ ਤੋਂ ਇੰਨੇ ਮੁਤੱਸਰ, ਇੰਨੇ ਉੱਤੇ ਗੁਲਾਮ ਹੋ ਚੁੱਕੇ ਹੈਗੇ ਕਿ ਮੇਰੇ ਵਰਗੇ ਬੰਦੇ ਵਾਸਤੇ ਬੜਾ ਮੁਸ਼ਕਿਲ। ਕਿ ਮਰਗ ਦੇ ਭੋਗਾਂ 'ਤੇ ਵੀ ਆਪਣੀ ਦਿਖਾਉਣੀ ਹੁੰਦੀ, ਬਿਲਕੁਲ ਟੌਰ ਦਿਖਾਣੀ ਹੁੰਦੀ। ਔਰ ਆਮ ਹੈ, ਇਹ ਆਮ ਹੈ ਵਿਆਹ 'ਚ ਵੀ। ਮੈਂ ਕਹਿੰਦਾ ਜਿਸ ਵਿਆਹ ਦਾ ਪੱਠਾ ਉਠਾਉਣਾ ਹੋਵੇ, ਉੱਥੇ ਇੱਕ VIP ਨੂੰ ਸੱਦ ਲਓ,
ਸਾਰਾ ਵਿਆਹ ਖਿੰਡ ਜਾਂਦਾ, ਸਾਰੇ ਉਹਦੇ ਆਲੇ ਦੁਆਲੇ ਨਾਲ ਦੇ 15 ਗਨਮੈਨ ਜਾ ਵੜਦੇ, ਮੁਰਗੇ ਮਰਗੇ ਭੜਕਾ ਕੇ ਅੱਧਾ ਘੰਟਾ ਖੌਰੂ ਪਾ ਕੇ ਬਾਅਦ ਨਿਕਲੇ, ਬਾਅਦ 'ਚ ਮੁੜ ਕੇ ਵਿਆਹ ਦੁਬਾਰਾ ਜੁੜਦਾ ਹੈਗਾ। ਸੋ ਇਸ ਕਰਕੇ ਇਹ ਤਾਂ ਤਰੀਕਾ ਹੀ ਗਲਤ ਹੈ। ਸੋ ਇੱਦਾਂ ਦੀ ਗੱਲਾਂ ਤਾਂ ਮੈਨੂੰ ਲੱਗਦਾ ਕਿ ਇਹ ਚੋਇਸ ਕੋਈ ਮੇਰੇ ਬਾਰੇ ਵਰਗੇ ਬੰਦਾ ਜਿਹੜਾ ਪ੍ਰੋਫੈਸ਼ਨਲ ਹੈਗਾ, ਜਿਹੜਾ ਕਿੱਤਾ ਮੁਖੀ ਪਹੁੰਚ ਹੈ, ਆਪਣੀ ਕਿੱਤੇ ਪ੍ਰਤੀ ਆਪਣੀ ਉਹਦੀ ਪ੍ਰਤੀਬੱਧਤਾ ਹੈਗੀ ਹੈ, ਉਹਦੀ ਸਮਾਜ ਪ੍ਰਤੀ ਪ੍ਰਤੀਬੱਧਤਾ, ਉਹਦੀ ਐਨਲਾਈਟਨਮੈਂਟ, ਲੋਕਾਂ ਨੂੰ ਗੱਲਾਂ ਸਮਝਾਉਣੀਆਂ, ਸਹੀ ਗੱਲਾਂ ਕੀ ਹੈ, ਗਲਤ ਗੱਲਾਂ ਕੀ ਹੈ, ਉਹਦੀ ਪ੍ਰਤੀਬੱਧਤਾ ਹੈਗੀ ਹੈ। ਅਤੇ ਇੱਕ ਅਜਿਹਾ ਸਮਾਜ ਜਿਹੜਾ ਅੱਜ ਜਗੀਰੂ ਕਦਰਾਂ ਕੀਮਤਾਂ ਜੁੜਿਆ ਪਿਆ, ਜਕੜਿਆ ਪਿਆ ਹੈਗਾ, ਜਿਹੜਾ ਮਤਲਬ ਔਰ ਚਾਹੇ ਬੱਚਿਆਂ ਬਾਰੇ ਐਟੀਟਿਊਡ ਹੈ, ਚਾਹੇ ਔਰਤਾਂ ਬਾਰੇ, ਚਾਹੇ ਦਲਿਤਾਂ ਬਾਰੇ ਹੈਗਾ, ਚਾਹੇ ਬੱਚਿਆਂ ਬਾਰੇ ਹੈਗਾ, ਚਾਹੇ ਸਮਾਜ ਬਾਰੇ, ਬੜੀ ਬੈਕਵਰਡ ਪੰਜਾਬ ਨੂੰ ਕਹਿੰਦੇ ਬਹੁਤ ਫਾਰਵਰਡ ਹੈ। ਪੰਜਾਬ ਬਹੁਤ ਮਾਮਲੇ ਬੈਕਵਰਡ ਹੈ। ਡਾਕਟਰ ਸਾਹਿਬ, ਜਦੋਂ ਅਸੀਂ ਕਿਉਂਕਿ ਸਿਆਸਤ ਦੇ ਵਿੱਚ ਆਉਂਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝ ਆਉਂਦੀਆਂ ਹੌਲੀ ਹੌਲੀ ਕਰਕੇ, ਤੁਸੀਂ ਬੜੀਆਂ ਚੀਜ਼ਾਂ ਸਿੱਖੀਆਂ ਹੋਣੀਆਂ, ਲੱਗਾ ਕਿ ਜਿਨ੍ਹਾਂ 'ਤੇ ਐਤਵਾਰ ਕੀਤਾ ਉਹਨਾਂ ਨੇ ਧੋਖਾ ਵੀ ਕੀਤਾ ਇੱਥੇ। ਹਾਂ, ਉਹ ਅਕਸਰ ਕੀਤਾ ਹੈਗਾ, ਪੋਲਿਟਿਕਸ ਕੀਤਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਸੀ ਵੀ ਗਾਂਧੀ ਹੁਣ ਬਣ ਗਿਆ MP, ਗਾਂਧੀ ਨਾਲ ਲੱਗ ਕੇ ਰਵਾਂਗੇ ਨਾ ਤਾਂ ਅਗਲੇ MLA, ਅਗਲੇ ਕੌਂਸਲਰ, ਅਗਲੀ ਜਿਹੜੀ ਚੇਨ ਹੈ ਐਡਮਿਨਿਸਟ੍ਰੇਟਿਵ ਜਾਂ ਪੋਲੀਟੀਕਲ ਚੇਨ ਹੈ, ਹੁਣ ਅਸੀਂ ਉਹਦੇ ਹੱਕਦਾਰ ਹੋ ਗਏ ਹਾਂ। ਅਸੀਂ ਗਾਂਧੀ ਨਾਲ ਨੇੜਤਾ ਮਤਲਬ ਹੈ ਕਿ ਅਸੀਂ ਉਹਦੀ ਧਰੋਹਰ ਦੇ ਅੱਗੇ ਅਸੀਂ ਸਾਂਭਣੀ ਹੈਗੀ ਹੈ, ਜਿਹੜੀ ਲੋਅਰ ਚੇਨ ਹੈਗੀ, ਕਿ ਇਹ ਤਾਂ MP ਬਣ ਗਿਆ ਹੈਗਾ। ਅਤੇ ਮੈਨੂੰ ਐ ਸੀਗਾ ਕਿ ਵੀ ਜਿਹੜੀਆਂ ਹੁਣ ਗਰਾਂਟਾਂ ਹੈਗੀਆਂ, ਜਦੋਂ ਮੈਂ ਚੁਣਿਆ ਗਿਆ, ਮੈਂ MP ਚੁਣਿਆ ਗਿਆ, ਅਤੇ ਜਦੋਂ ਮੈਂ MP ਚੁਣਿਆ ਗਿਆ ਤਾਂ ਹੁਣ ਮੈਂ ਸਭ ਦਾ ਸਾਂਝਾ ਹੈਗਾ ਹੈ। ਮੇਰੇ ਵਾਸਤੇ ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ, ਕੋਈ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਹੈਗਾ। ਜੇ ਮੈਂ ਸਾਂਝਾ ਨਹੀਂ ਸਭ ਦਾ ਹੁੰਦਾ ਤਾਂ ਮੈਂ MP ਨਹੀਂ ਹੈ, ਫਿਰ ਮੈਂ ਪਾਰਟੀ ਦਾ ਬੰਦਾ ਹੈਗਾ ਹੈ। ਸੋ ਇਸ ਕਰਕੇ ਮੈਂ ਜਦੋਂ ਗਰਾਂਟਾਂ ਦਿੱਤੀਆਂ, ਮੈਂ ਇਹ ਨਹੀਂ ਦੇਖਿਆ ਵੀ ਸਾਡੇ ਬੰਦੇ ਕਿੱਥੋਂ ਲੈ ਕੇ ਆਏ ਅਰਜੀ, ਮੈਂ ਜਿਹੜਾ ਮੇਰੇ ਕੋਲ ਆ ਗਿਆ, ਜਿਹਦਾ ਕੰਮ ਜਾਇਜ਼ ਹੈ, ਮੈਂ ਉਹਨੂੰ ਗਰਾਂਟਾਂ ਦੇ ਦਿੱਤੀਆਂ। ਔਰ 40% ਗਰਾਂਟਾਂ ਲੱਗੇ ਕਾਂਗਰਸੀ, 40-50% ਲੱਗੇ ਅਕਾਲੀ, ਅਤੇ 20-15% ਆਪਣੇ ਬੰਦੇ ਲੈ ਗਏ, ਕਿਉਂ ਆਪਣੇ ਬੰਦਿਆਂ ਦੀ ਉਸ ਤਰ੍ਹਾਂ ਸਟੈਂਡਿੰਗ ਨਹੀਂ ਸੀਗੀ, ਨਾ ਪੰਚਾਇਤਾਂ ਇਹਨਾਂ ਕੋਲ ਸੀਗੀਆਂ ਆਪਣੇ ਬੰਦਿਆਂ ਕੋਲ। MP ਜਿੱਤੇ ਸੀ ਨਾ, MP ਪੰਚਾਇਤਾਂ ਕਾਂਗਰਸ ਅਕਾਲੀਆਂ ਕੋਲ ਸੀਗੀਆਂ, ਕੈਡਰ ਤਾਂ ਉਹਨਾਂ ਦਾ ਕਾਡਰ ਬੇਸਡ ਉਹੀ ਸੀਗੇ, ਪਿੰਡਾਂ 'ਚ ਜਕੜ ਉਹਨਾਂ ਦੇ, ਸਿਆਸੀ ਪਕੜ ਉਹਨਾਂ ਦੀ ਸੀਗੀ, ਕੰਮ ਉਹਨਾਂ ਨੇ ਲੈਣੇ ਸੀਗੇ। ਫਿਰ ਮੈਂ ਸਕੂਲਾਂ ਦਾ ਕੀਤਾ ਹੈਗਾ ਹੈ। ਸੋ ਇਸ ਕਰਕੇ ਇਹਨਾਂ ਨੂੰ ਇੰਝ ਲੱਗੇ, ਆਪਣੇ ਬੰਦੇ ਨੂੰ ਇੰਝ ਲੱਗਿਆ ਕਿ ਸਾਡੀ ਤਾਂ ਪਰਵਾਹ ਹੀ ਨਹੀਂ ਕਰਦਾ। ਜਾਂ ਫਿਰ ਹੋਰ ਹੁੰਦਾ ਸੀਗਾ ਕਿ ਵੀ ਜੇ ਗਾਂਧੀ ਨਾਲ ਸਮਾਣੇ ਜਾਣਾ ਹੈਗਾ ਤਾਂ ਸਮਾਣੇ ਦੇ ਵਰਕਰਾਂ ਨੂੰ ਪਤਾ ਹੋਵੇ ਗਾਂਧੀ ਨਾਲ, ਤਾਂ ਕਿ 50 ਬੰਦੇ ਖੜੇ ਹੋ ਕੇ ਮੇਰੇ ਨਾਲ ਮਤਲਬ ਫੋਟੋ ਖਿਚਾ ਸਕਣ, ਜਾਂ ਮੇਰੇ ਨਾਲ ਜਿਸ ਥਾਂ 'ਤੇ ਜਾਣਾ ਉੱਥੇ ਉਹਨਾਂ ਦੀ ਟੌਰ ਹੋਵੇ ਔਰ ਗਾਂਧੀ ਦੇ ਬੰਦੇ ਵੱਜਣ। ਉਹ ਮੇਰੇ ਕੋਲ ਇਹ ਵੀ ਨਹੀਂ ਹੋਇਆ। ਜੇ ਮੈਂ ਜਾਣਾ ਇੱਥੋਂ ਕਾਰ ਸਟਾਰਟ ਕਰਵਾਉਣੀ, ਡਰਾਈਵਰ ਨਾਲ ਲੈ ਕੇ ਆਪਣੇ ਜਾ ਵੜਨਾ ਅਤੇ ਫੰਕਸ਼ਨ ਕਰਕੇ ਮੁੜ ਆਉਣਾ। ਜੋ ਵੀ ਮੈਨੂੰ ਬੋਲਣ ਵਾਸਤੇ ਬੁਲਾਉਂਦੇ ਸੀ ਲੋਕ, ਅਲੱਗ-ਅਲੱਗ ਸਕੂਲਾਂ ਵਾਲੇ, ਕਾਲਜਾਂ ਵਾਲੇ, ਯੂਨੀਵਰਸਿਟੀਆਂ ਵਾਲੇ, ਜੋ ਵੀ ਸੀਗਾ। ਹੁਣ ਉਹ ਵੀ ਲੱਗਿਆ ਵੀ ਯਾਰ ਕਿੱਦਾਂ ਲੀਡਰ, ਸਾਡੀ ਤਾਂ ਪੁੱਛ ਗਿੱਛ ਕੋਈ ਨਹੀਂ ਹੈਗੀ। ਮੈਨੂੰ ਲੱਗਦਾ ਕਿ ਫਾਲਤੂ ਦੀ ਗੱਲ ਹੈਗੀ ਹੈ। ਸੋ ਇੱਦਾਂ ਦੀ ਕਈ ਗੱਲਾਂ ਹੈਗੀਆਂ ਐਵੇਂ। ਹੋਰ ਹੁਣ ਜਿੱਦਣ ਗਣੇਸ਼ ਦਾ ਫੰਕਸ਼ਨ ਹੁੰਦਾ, ਹਰ ਮੁਹੱਲੇ 'ਚ ਗਣੇਸ਼ ਦੀ ਮੂਰਤੀ ਹੁੰਦੀ, ਗਣੇਸ਼ ਦੇ ਫੰਕਸ਼ਨ ਦੇ 18 ਕਾਰਡ ਹੁੰਦੇ ਆ, ਹਾਂਜੀ। ਅਤੇ ਰੋਜ਼ ਉਦੋਂ ਜੋ MP ਸੀਗਾ, ਰੋਜ਼ ਵਿਆਹ ਦੇ 2-3 ਕਾਰਡ ਆ ਜਾਣੇ, ਥੱਬਾ ਹੁੰਦਾ ਸੀ, ਮੈਂ ਚੱਕ ਕੇ ਪਾਸੇ ਕਰ ਦੇਣੇ। ਮੇਰਾ ਜੋਬ ਹੀ ਨਹੀਂ ਵਿਆਹਾਂ 'ਤੇ ਜਾਣਾ। ਮੈਂ ਮੇਰੇ ਵਾਸਤੇ ਮੈਂ ਆਪਣੇ ਮਰੀਜ਼ ਦੇਖ ਲੈਂਦਾ, ਸਿੱਧੀ ਜਿਹੀ ਗੱਲ ਹੈ। ਮੈਂ ਨਹੀਂ ਮਰੀਜ਼ ਛੱਡੇ ਦੇਖਣੇ। 100 ਬੰਦਾ ਮੁੜ ਕੇ ਜਾਂਦਾ ਹੈਗਾ ਜੇ ਮੈਂ ਵਿਆਹ 'ਤੇ ਜਾਵਾਂ। ਹੁਣ ਵੀ ਮੈਂ ਮਤਲਬ ਜਿੱਦਣ ਜਾਣਾ ਹੋਵੇ ਕਿਤੇ, 100 ਬੰਦੇ ਨੂੰ, 150 ਬੰਦੇ ਨੂੰ ਗੱਡੀਆਂ ਮੋੜ ਕੇ ਲਿਜਾਣੀਆਂ ਪੈਂਦੀਆਂ, ਖਾਲੀ ਹੱਥ ਜਾਣਾ ਪੈਂਦਾ ਹੈਗਾ। ਸੋ ਮੇਰੀ ਜੇ ਮੈਂ ਮਜਬੂਰੀ ਹੈ, ਜਦ ਕੱਲ੍ਹ ਮਜਬੂਰੀ ਨਹੀਂ, ਕੱਲ੍ਹ ਮੇਰਾ ਆਪਣਾ ਚੋਇਸ ਸੀਗੀ। ਕੱਲ੍ਹ ਸੈਮੀਨਾਰ ਸੀਗਾ ਫੈਡਰਲਿਜ਼ਮ 'ਤੇ, ਆਪਾਂ ਸ਼ਾਇਦ ਮੇਲੇ ਵੀ ਸੀਗੇ, ਅਤੇ ਮੈਂ ਗਿਆ ਉੱਥੇ, ਮੈਂ ਕੰਮ ਛੱਡ ਕੇ ਗਿਆ। ਕੱਲ੍ਹ ਮਰੀਜ਼ ਮੁੜ ਕੇ ਗਏ ਬਹੁਤ ਸਾਰੇ। ਕੋਈ ਜਿੱਥੇ ਪੰਜਾਬ ਦੀ ਗੱਲ ਹੁੰਦੀ ਹੈ, ਹਾਂ, ਜਿੱਥੇ ਪੰਜਾਬ ਦੀ ਜਾਂ ਕੋਈ ਸੀਰੀਅਸ ਗੱਲ ਹੁੰਦੀ ਹੈ ਤਾਂ ਮੈਂ ਜਾਊਂਗਾ। ਮੈਂ ਰਾਹੁਲ ਗਾਂਧੀ ਦੀ ਯਾਤਰਾ 'ਤੇ ਮੈਂ ਕੰਨਿਆ ਕੁਮਾਰੀ ਗਿਆ, ਛੱਡ ਕੇ ਗਿਆ ਸਾਰਾ ਕੁਛ। ਮੈਂ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਤੋਂ ਗੋਬਿੰਦਗੜ੍ਹ ਤੱਕ ਯਾਤਰਾ 'ਚ ਗਿਆ ਹੈਗਾ। ਮੈਂ ਕਸ਼ਮੀਰ ਪੁੱਜਾ, ਮੈਂ ਸ਼੍ਰੀਨਗਰ ਗਿਆ, ਉੱਥੇ ਸਟਕ ਹੋ ਗਿਆ, ਮੈਂ 3 ਦਿਨ ਵਾਧੂ ਲਾਣੇ ਪਏ, ਬਰਫ਼ ਪੈ ਗਈ ਉੱਥੇ। ਮੈਂ ਗਿਆ ਉੱਥੇ ਜਿੱਥੇ ਮੇਰੀ ਪੋਲੀਟੀਕਲ ਕਨੈਕਸ਼ਨ ਡਿਮਾਂਡ ਕਰਦੀ ਹੈ, ਜਿੱਥੇ ਫਾਰਮੈਲਿਟੀਆਂ ਹੈਗੀਆਂ ਜਾਂ ਇੱਕ ਸਤਹੀ ਜਿਹੀਆਂ ਗੱਲਾਂ ਹੈਗੀਆਂ, ਉਵੇਂ ਬਸ ਹਉਮੈ ਵਾਸਤੇ ਹੈ, ਉਹ ਮੇਰੇ ਕੋਲ ਨਾ ਹੋਇਆ। ਡਾਕਟਰ ਸਾਹਿਬ, ਜਾਂਦੇ ਜਾਂਦੇ ਮੈਨੂੰ ਲੱਗਦਾ ਕਿ ਸਮਾਂ ਜਿੰਨੀ ਕੁ ਆਗਿਆ ਦਿੰਦਾ, ਉਹਦੇ ਵਿੱਚ ਹੁਣ ਥੋੜ੍ਹੀਆਂ ਜਿਹੀਆਂ ਪੋਲੀਟੀਕਲ ਗੱਲਾਂ, ਕਿਉਂਕਿ ਨਵਜੋਤ ਸਿੰਘ ਸਿੱਧੂ ਬਾਹਰ ਆਏ ਨੇ, ਤਾਂ ਲੱਗਦਾ ਕਿ ਕਾਂਗਰਸ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਪੰਜਾਬ ਦੇ ਵਿੱਚ। ਪਰ ਆਪੋ ਧਾੜ ਜਿਹੜੀ ਹੈ ਹਮੇਸ਼ਾ ਕਾਂਗਰਸ ਲਈ ਵੱਡੀ ਚੁਣੌਤੀ ਰਹੀ ਹੈਗੀ ਹੈ। ਪਰ ਸਿੱਧੂ ਦਾ ਜਦੋਂ ਉਹਦੇ ਹਾਈ ਕਮਾਂਡ ਤੋਂ ਮਿਲ ਕੇ ਆਏ ਨੇ, ਅਤੇ ਉਹ ਤੋਂ ਬਾਅਦ ਉਹਦੇ ਵਤੀਰਾ ਹੈਗਾ ਬਹੁਤ ਬਦਲਿਆ ਹੈਗਾ ਹੈ। ਉਹ ਹੁਣ ਉਨੇ ਮਤਲਬ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ ਬੋਲਦੇ ਨਹੀਂ ਹੈਗੇ ਹੈ। ਉਹ ਆਪਣੇ ਆਪ ਨੂੰ ਕੰਟਰੋਲ ਕਰਦੇ ਹੈਗੇ ਹੈ, ਔਰ ਪੁਰਾਣੇ ਕਾਂਗਰਸੀਆਂ ਨੂੰ ਮਿਲਣ ਦੀ ਕੋਸ਼ਿਸ਼ ਕਰਕੇ ਉਹਨਾਂ ਨਾਲ ਜਿਹੜੇ ਪੈਚਅਪ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹੈ। ਔਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਬੱਚਤ ਇਸ ਗੱਲ 'ਚ ਹੀ ਹੈ ਕਿ ਇਹ ਇਕੱਠੇ ਰਹਿਣ ਅਤੇ ਡਟ ਕੇ ਕੰਮ ਕਰਨ।
ਜਿਹੜੀਆਂ ਮਤਲਬ ਕਾਂਗਰਸ ਦੀਆਂ ਰਵਾਇਤਾਂ ਹੈਗੀਆਂ, ਔਰ ਜਿਹੜੀ ਜਿਸ ਲੜਾਈ 'ਚ ਕਾਂਗਰਸ ਪਈ ਹੋਈ ਹੈ ਕਿ ਹਿੰਦੂ ਰਾਸ਼ਟਰਵਾਦ ਦੇ ਖਿਲਾਫ ਜੋ ਇੱਕ ਝੰਡਾ ਬੁਲੰਦ ਕੀਤਾ ਰਾਹੁਲ ਗਾਂਧੀ ਨੇ, ਔਰ ਜੋ ਆਰਐਸਐਸ ਦੇ ਖਿਲਾਫ ਜੋ ਉਹਦੀ ਆਰਐਸਸੀ ਵਿਚਾਰਧਾਰਾ ਹੈਗੀ ਹੈ ਉਹਦੇ ਖਿਲਾਫ ਝੰਡਾ ਬੁਲੰਦ ਕੀਤਾ, ਜੋ ਜਿਹੜਾ ਕਾਰਪੋਰੇਟ ਸੈੱਲ ਆਊਟ ਹੈ ਮੁਲਕ ਦਾ, ਜੋ ਸਾਰੇ ਮੁਲਕ ਨੂੰ ਇੱਕ ਅੰਬਾਨੀਆਂ ਅਡਾਨੀਆਂ 2-3 ਪਰਿਵਾਰਾਂ ਕੋਲ ਵੇਚਿਆ ਜਾ ਰਿਹਾ, ਸਾਰੇ ਜਿਹੜੇ ਸਰਕਾਰੀ ਅਸਾਸੇ ਹੈਗੇ ਹੈ ਉਹ ਅਸੈਟਸ ਹੈਗੇ ਹੈ ਉਹ ਵੇਚੇ ਜਾ ਰਹੇ ਹੈਗੇ ਹੈ, ਰਾਜਨੀਤਿਕ ਤਾਨਾਸ਼ਾਹੀ ਕਾਇਮ ਕਰਤੀ, ਜਿਹਨੂੰ ਮਰਜ਼ੀ ਚੱਕ ਕੇ ਅੰਦਰ, ਜਿਹਨੂੰ ਮਰਜ਼ੀ ਕਿੰਨੇ ਸਫੂਰਾ ਜਰਗੋ ਲੈ ਕੇ ਹੈਗਾ, ਸੁਧਾ ਭਾਰਦਵਾਜ ਬਿਲਕੁਲ ਬਹੁਤ ਸਾਰੇ ਪੱਤਰਕਾਰ, ਬਹੁਤ ਸਾਰੇ ਐਕਟਿਵਿਸਟ, ਗੌਤਮ ਨਵਲੱਖਾ, ਮੈਂ ਬੜੀ ਲੰਬੀ ਲਿਸਟ ਹੈ, ਮੈਂ ਗਿਣਾਉਣਾ ਨਹੀਂ ਚਾਹੁੰਦਾ ਹੈਗਾ, ਖਾਲਿਦ ਉਮਰ ਖਾਲਿਦ ਵਗੈਰਾ। ਤੇ ਇਸ ਕਰਕੇ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਵੱਡਾ ਹੈਗਾ। ਅਸਲ ਮੈਂ ਤੁਹਾਨੂੰ ਸਾਫ਼ ਦੱਸਾਂ, ਮੈਂ ਤੁਹਾਨੂੰ ਕੀ ਦੱਸਾਂ, ਪੰਜਾਬ ਦੀ ਸਿਆਸਤ ਕਹਿ ਲਓ, ਕਾਂਗਰਸ ਦੀ ਸਿਆਸਤ ਕਹਿ ਲਓ, ਇਹ ਨਾ ਪਾਵਰ ਸਟਰਗਲ ਰਹੀ ਹੈ, ਐਂਡ ਸਟਰਗਲ ਆਈਡੀਓਲੋਜੀਕਲ ਫੋਕਸ ਹੁਣ ਹੋਈ ਹੈ ਕਿ ਤੂੰ ਵਟ ਵਾਰ ਯੂ ਸਟੈਂਡ, ਤੇ ਖੜੇ ਕਾਹਦੇ ਵਾਸਤੇ ਹੈ, ਗੱਦੀਆਂ ਕੁਰਸੀਆਂ ਵਾਸਤੇ, ਸੀਐਮਆਸ਼ਿਪਾਂ ਵਾਸਤੇ, ਮਿਨਿਸਟਰੀਆਂ ਵਾਸਤੇ, ਐਮਐਲਏ ਵਾਸਤੇ, ਜਾਂ ਇੱਕ ਵੱਡੀ ਲੜਾਈ ਦੇਸ਼ ਦੇ ਉੱਤੇ ਆਈ ਪਈ ਹੈ, ਤੇ ਉਹਦੇ ਵਾਸਤੇ ਉੱਥੇ ਤੁਹਾਡੀ ਸਟੈਂਡਿੰਗ ਕੀ ਹੈਗੀ, ਆਧਾਰ ਕੀ ਹੈ ਤੁਹਾਡਾ। ਸੋ ਹੁਣ ਇਸ ਕਰਕੇ ਨਾ ਕੋਈ ਕਾਂਗਰਸ ਆਵੇ ਕਿ ਮੈਂ ਰਾਜਾ ਬੜਿੰਗ ਦਾ ਬੰਦਾ, ਮੈਂ ਸਿੱਧੂ ਦਾ ਬੰਦਾ, ਮੈਂ ਫਲਾਣਾ, ਇਸ ਕਰਕੇ ਆਵੇ ਕਿ ਮੈਂ ਕਾਂਗਰਸੀ ਹਾਂ, ਆ ਮੇਰਾ ਹਿਸਟੋਰਿਕ ਟਾਸਕ ਹੈ, ਮੇਰੇ ਸਿਰ ਜ਼ਿੰਮੇਵਾਰੀ ਹੈ ਦੇਸ਼ ਨੂੰ ਬਚਾਉਣ ਦੀ, ਮਨੁੱਖਤਾ ਨੂੰ ਬਚਾਉਣ ਦੀ, ਘੱਟ ਗਿਣਤੀਆਂ ਨੂੰ ਬਚਾਉਣ ਦੀ, ਦਲਿਤਾਂ ਨੂੰ ਬਚਾਉਣ ਦੀ, ਔਰਤਾਂ ਨੂੰ ਬਚਾਉਣ ਦੀ, ਦੇਸ਼ ਨੂੰ ਬਚਾਉਣ ਦੀ, ਦੇਸ਼ ਦੀ ਜਿਹੜੀ ਪਲੂਰਲਿਜ਼ਮ ਹੈ ਜੀ ਉਹਨੂੰ ਬਚਾਉਣ ਦੀ। ਵੈਸੇ ਭਗਵੰਤ ਮਾਨ ਤੋਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਇੱਛਾਵਾਂ ਲੱਗੀਆਂ ਤੁਹਾਨੂੰ ਪੂਰੀਆਂ ਹੋ ਰਹੀਆਂ? ਨਹੀਂ ਹੋ ਰਹੀਆਂ। ਭਗਵੰਤ ਮਾਨ ਨਿਸ਼ਾਵਾਂ ਪੂਰਾ ਕਰ ਨਹੀਂ ਸਕਦਾ, ਉਹ ਨਾ ਉਹਦੀ ਨਾ ਜੋ ਉਹਦਾ ਹੈ ਨਾ, ਉਹਦਾ ਸਟਾਈਲ ਹੈ ਨਾ, ਉਹ ਅਸਰਟਿਵ ਨਹੀਂ ਹੈਗਾ। ਕੇਜਰੀਵਾਲ ਦੇ ਬਹੁਤ ਪੂਰੀ ਤਰ੍ਹਾਂ ਮਗਰ ਲੱਗਿਆ ਹੋਇਆ ਹੈਗਾ। ਉਹਨਾਂ ਚਾਹੇ ਤਾਂ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਚੁਣਨੇ ਹੋਣ, ਚਾਹੇ ਪੰਜਾਬ 'ਚ ਆ ਜਿਹੜੇ ਦਿੱਲੀ ਦੇ ਫਰਾਡੂ ਮਾਡਲ ਉਹ ਲਾਗੂ ਕਰਨੇ ਹੋਣ, ਪੰਜਾਬ ਦੇ ਚੰਗੇ ਭਲੇ ਜਿਹੜਾ ਸਿਹਤ ਪ੍ਰਬੰਧ ਸੀਗਾ, ਰੂਰਲ ਡਿਸਪੈਂਸਰੀਆਂ, ਪਬਲਿਕ ਹੈਲਥ, ਪ੍ਰਾਇਮਰੀ ਹੈਲਥ ਸੈਂਟਰ, ਤਹਿਸੀਲ ਹੈੱਡਕੁਆਟਰ ਹਸਪੀਟਲ, ਡਿਸਟ੍ਰਿਕਟ ਹਸਪੀਟਲ, ਮੈਡੀਕਲ ਦਾ ਇੱਕ ਨਾ ਸਟੈਪ ਵਾਈਜ਼ ਪੈਟਰਨ ਸੀਗਾ, ਉਹ ਤਬਾਹ ਕਰਕੇ ਇੱਕ ਲੰਡਰ ਜਿਹੀਆਂ ਮਹੱਲਾ ਗਲਤਾਂ ਖੋਤੇ, ਸਿਰਫ ਸਿਰਦਰਦ ਦੀਆਂ ਗੋਲੀਆਂ ਦੀ ਟੱਟੀਆਂ ਉਲਟੀਆਂ ਦੀਆਂ ਗੋਲੀਆਂ, ਔਰ ਕੁਝ ਨਹੀਂ ਹੋ ਸਕਦਾ ਹੈ। ਤੇ ਸਾਰਾ ਸਟਾਫ ਉੱਧਰ ਲਾਤਾ, ਸਾਰੇ ਰਿਸੋਰਸ ਕਦੋਂ ਕਰਤੇ, 20 ਲੱਖ ਰੁਪਏ ਤੇ ਲਾਤਾ ਪੁਰਾਣੇ ਸੇਵਾ ਕੇਂਦਰਾਂ ਤੇ। ਸੋ ਇਹੋ ਜਿਹੇ ਬੰਦੇ ਨੂੰ ਤੁਸੀਂ ਕੀ ਕਹੋਗੇ ਕਿ ਪੰਜਾਬ ਦੀ ਸਰਕਾਰ ਲੱਗਦਾ ਕਿ ਗੋਡੇ ਟੇਕ ਗਈ ਹੈ ਇਸ ਵੇਲੇ ਕੇਂਦਰ ਦੀ ਸਰਕਾਰ ਮੋਰੇ? ਬਿਲਕੁਲ ਜਿਹੜੀ 4 ਦਿਨ ਪਹਿਲਾਂ ਖਬਰ ਸੀ ਨਾ, 10 ਦਿਨ ਪਹਿਲਾਂ, 15-20 ਦਿਨ ਪਹਿਲਾਂ, ਕਿ ਵੀ ਅਮਿਤ ਸ਼ਾਹ ਨੂੰ ਭਗਵੰਤ ਮਾਨ ਮਿਲਣ ਗਏ ਹੈਗੇ ਆ, ਭਗਵੰਤ ਮਾਨ ਨੂੰ ਅਮਿਤ ਸ਼ਾਹ ਨੇ ਬੁਲਾਇਆ ਸੀਗਾ। ਉਹ ਤੋਂ ਬਾਅਦ ਇਹ ਸਾਰਾ ਚੱਕਰ ਸ਼ੁਰੂ ਹੋਇਆ, ਅੰਮ੍ਰਿਤਪਾਲ ਦੀ ਗ੍ਰਿਫਤਾਰੀ, ਉਹਨਾਂ ਨੂੰ ਦੜਾਇਆ ਜਾਣਾ, ਤੇ ਬਾਅਦ 'ਚ ਉਹਦੇ ਹਾਹੁੱਲਾ ਖੜਾ ਕਰਨਾ ਹੈਗਾ, ਸਾਰੇ ਮੁਲਕ 'ਚ ਪੰਜਾਬ ਨੂੰ ਡੈਮੋਨਾਈਜ਼ ਕਰਨਾ, ਸਿੱਖਾਂ ਨੂੰ ਡੈਮੋਨਾਈਜ਼ ਕਰਨਾ, ਸਿੱਖਾਂ ਨੂੰ ਮਤਲਬ ਡਰਾਉਣੇ ਪੜਾ ਕੇ ਪੇਸ਼ ਕਰਨਾ, ਪੰਜਾਬ ਨੂੰ ਬਦਨਾਮ ਕਰਨਾ, ਪੰਜਾਬ ਦੇ ਖਿਲਾਫ ਬਰਤਾਂਤ ਖੜਾ ਕਰਨਾ ਕਿ ਖਾਲਿਸਤਾਨ ਹੈ, ਤਾਂ ਵੱਖਵਾਦੀ ਹੈ, ਤਾਂ ਹੁਣੇ ਟੁੱਟਿਆ ਸਮਝੋ, ਇੱਥੇ ਬੜੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਖਾਲਿਸਤਾਨ ਦੀਆਂ, ਬੰਦੂਕਾਂ ਨਾਲ ਫਲਾਨਾ, ਉਹ ਕੋਈ ਖੱਡ ਜੀ ਦਿਖਾ ਕੇ ਭਗਵੰਤ ਮਾਨ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ? ਬਿਲਕੁਲ ਵਰਤਿਆ ਜਾ ਰਿਹਾ, ਬਿਲਕੁਲ, ਔਰ ਵਰਤਿਆ ਜਾ ਰਿਹਾ, ਧੱਕੇ ਨਾਲ ਨਹੀਂ ਵਰਤਿਆ ਜਾ ਰਿਹਾ, ਸਹਿਮਤੀ ਨਾਲ ਵਰਤਿਆ ਜਾ ਰਿਹਾ, ਤਰਾਸਦੀ ਰਹੀ ਹੈ ਪੰਜਾਬ ਦੀ ਕਿ ਜਿੰਨੇ ਵੀ ਮੁੱਖ ਮੰਤਰੀ ਟੱਕਰੇ ਨੇ ਉਹ ਸਹਿਮਤੀਆਂ ਕਰਦੇ ਨੇ, ਸਮਝੌਤੇ ਕਰਦੇ ਨੇ। ਤੁਹਾਨੂੰ ਮੈਂ ਸਹਿਮਤ ਹੈਗਾ। ਦਰਬਾਰਾ ਸਿੰਘ ਇਜ਼ ਵਨ ਐਗਜ਼ਾਮਪਲ, ਬਾਕੀ ਕਾਂਗਰਸ ਦੇ ਉਹ ਵੀ ਸੀ, ਉਹਨਾਂ ਦੀ ਆਪਣੀ ਇੰਡੀਪੈਂਡੈਂਸ ਇਹ ਪੰਜਾਬ ਵਾਸਤੇ ਕਦੀ ਨਹੀਂ ਹੋਈ। ਪਾਣੀ ਦਾ ਮਾਮਲਾ ਸਭ ਤੋਂ ਵੱਡੀ ਐਗਜ਼ਾਮਪਲ ਹੈ। ਬਾਦਲ ਇਜ਼ ਅਨਦਰ ਐਗਜ਼ਾਮਪਲ, ਬਰਨਾਲਾ ਇਜ਼ ਅਨਦਰ ਐਗਜ਼ਾਮਪਲ। ਬਾਕੀ ਦਾ ਬੇਅੰਤ ਸਿੰਘ ਹੋਏ, ਗਿਆਨੀ ਜੈਲ ਸਿੰਘ ਹੋਏ, ਇਹ ਤਾਂ ਸੀਗੇ, ਪਰ ਅੱਜ ਜਿਹੜੇ ਲੱਗਦਾ ਮਾੜੇ ਮੋਟੇ ਕੋਈ ਮਤਲਬ ਅਸਾਰ ਸੀਗੇ, ਜਿਵੇਂ ਜਿਹਨਾਂ 'ਚ ਬਾਦਲ ਹੋਣਾ ਕੋਈ ਆਸ ਸੀਗੀ ਕਿ ਇਹ ਕਰਨਗੇ ਕੁਛ, ਮਤਲਬ ਵਿਰੋਧ ਕਰਨਗੇ, ਕਿਉਂਕਿ ਇਹ ਖੇਤਰੀਵਾਦ ਦਾ ਇੱਕ ਬਹੁਤ ਵੱਡੀ ਪਾਰਟੀ ਸੀਗੀ, ਉਹਨੂੰ ਉਹਦੇ ਵਾਸਤੇ ਖੜਨ ਵਾਸਤੇ। ਖੇਤਰੀ ਪਾਰਟੀਆਂ ਦਾ ਮਰ ਜਾਣਾ ਵੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਫੈਡਰਲਿਜ਼ਮ ਜਿਹੜਾ ਸਟਰਕਚਰ ਹੁੰਦਾ ਉਹਦੇ ਉੱਤੇ ਇੱਕ ਵੱਡਾ ਨਹੀਂ, ਬਿਲਕੁਲ ਖੇਤਰੀ ਪਾਰਟੀਆਂ ਐਵੇਂ ਨਹੀਂ ਮਰੀਆਂ। ਖੇਤਰੀ ਪਾਰਟੀਆਂ ਮਰੀਆਂ ਕਿ ਜਿਹੜੀ ਖੇਤਰੀ ਪਾਰਟੀਆਂ 'ਚ ਜਦੋਂ ਹੋਂਦ 'ਚ ਆਈਆਂ ਤਾਂ ਇਹ ਦੋ ਵਿਗਾੜਾਂ ਨਾਲ ਭਰਪੂਰ ਸੀਗੀਆਂ। ਦੋ ਵਿਗਾੜ ਸੀਗੇ, ਇੱਕ ਸੀਗੀ ਫਿਊਡਲ ਗ੍ਰੈਂਡਿਓਰ ਕਿ ਜਗੀਰੂ ਸ਼ਾਨ ਸ਼ੌਕਤ, ਚਾਹੇ ਉਹ ਬਾਲਾਸਰ ਫਾਰਮ ਹਾਊਸ ਹੋਵੇ, ਚਾਹੇ ਚੌਰਾਲਿਆਂ ਦੇ ਹੋਵੇ, ਚਾਹੇ ਸਫੇਈ ਦੇ ਫੰਕਸ਼ਨ ਮੁਲਾਇਮ ਯਾਦਵ ਦੇ ਹੋਣ। ਇੱਕ ਉਹ ਸੀਗੀ। ਦੂਜਾ ਸੀਗਾ ਲਸਟ ਫਾਰ ਮਨੀ, ਪੈਸੇ ਦੀ ਭੁੱਖ, ਭੁੱਖ ਨਹੀਂ ਹਲਕਾ। ਉਹਦੇ 'ਚ ਪੰਜਾਬ 'ਚੋਂ ਬਾਦਲਾਂ ਤੋਂ ਲੈ ਕੇ, ਚਟਾਲਿਆਂ ਤੋਂ ਲੈ ਕੇ, ਲਾਲੂਆਂ ਤੋਂ ਲੈ ਕੇ, ਮੁਲਾਇਮ ਤੋਂ ਲੈ ਕੇ, ਜੈ ਲਲਿਤਾ ਤੋਂ ਲੈ ਕੇ, ਸਾਰੀ ਫਰਿਸਤ ਲੰਬੀ ਚੌੜੀ ਹੈ। ਇਸ ਪਿਛਲੇ 60ਵਿਆਂ ਤੋਂ ਲੈ ਕੇ 90ਵਿਆਂ ਤੱਕ ਸਾਰੀਆਂ ਖੇਤਰੀ ਪਾਰਟੀਆਂ ਸੈਂਟਰ ਨੇ ਜਾਂ ਨਾਲੇ ਤਾਂ ਕਾਪਟ ਕਰ ਲਈਆਂ, ਆਤਮਸਾਤ ਕਰ ਲਈਆਂ, ਨਾਲੇ ਕਰਪਟ ਕਰਤੀਆਂ। ਜਿਹੜੇ ਅੱਜ ਹੁਣ ਭੁਗਤਦੇ ਪਏ ਨਾ, ਇਹ ਸਾਰਾ ਉਹ ਨਤੀਜਾ ਜੋ ਕਾਪਸ਼ਨ ਤੇ ਕਰਪਸ਼ਨ ਦੇ ਖਿਲਾਫ ਜਿਹੜਾ ਹੁਣ ਮੋਦੀ ਜਿਹਨੇ ਝੰਡਾ ਚੁੱਕਿਆ ਹੈ, ਝੂਠਾ ਝੰਡਾ, ਹਾਲਾਂਕਿ ਆ ਵੱਡਾ ਕਰਪਟ ਹੈਗਾ, ਪਰ ਜੋ ਝੰਡਾ ਚੱਕਿਆ ਝੂਠਾ, ਇਹ ਉਸ ਪੀਰੀਅਡ ਦੀ ਦੇਣ। ਵੈਸੇ ਅਖੀਰਲਾ ਸਵਾਲ ਤੁਹਾਨੂੰ ਕਿ ਅੱਗੇ
ਭਵਿੱਖ ਦੇ ਵਿੱਚ ਹੁਣ ਕੀ ਕਦਮ ਚੁੱਕਣ ਦੀ ਕੋਸ਼ਿਸ਼ ਦੇਖੋ ਹੈਗੀ? ਮੈਂ ਆਈ ਐਮ ਵਿਦ ਲੜਨੀ ਚੋਣ ਲੜਨੀ ਨਾ, ਹੈਗੀ ਮੈਂ ਹੈ? ਚੋਣ ਬਿਲਕੁਲ ਨਹੀਂ ਲੜਨੀ, ਮੈਂ ਵੈਰੀ ਕਲੀਅਰ, ਨਾ ਸਿਰਫ ਚੋਣ ਨਹੀਂ ਲੜਨੀ ਬਲਕਿ ਮੈਂ ਰਾਜ ਸਭਾ ਮੈਂਬਰ ਵੀ ਮੈਨੂੰ ਕੋਈ ਬਣਾਵੇ ਤਾਂ ਵੀ ਨਹੀਂ ਬਣਨਾ ਮੈਂ, ਮੈਨੂੰ ਕਾਂਗਰਸ ਕੋ ਪ੍ਰਧਾਨਗੀ ਨਹੀਂ ਚਾਹੀਦੀ। ਪਰ ਮੁਲਕ ਦੇ ਜਿਹੜਾ ਟੋਟਲ ਸੀਨ ਹੈਗਾ, ਜੋ ਟੋਟਲ ਦ੍ਰਿਸ਼ ਹੈਗਾ ਮੁਲਕ ਦੇ ਸਾਹਮਣੇ, ਜਿੰਨਾ ਡਰਾਉਣਾ ਹੈਗਾ ਹੈ, ਜੋ ਹਿੰਦੂ ਰਾਸ਼ਟਰ ਦਾ ਜਿਹੜਾ ਇੱਕ ਡਰਨਾ ਸਾਡੇ ਮੱਥੇ ਤੇ ਗੱਡਿਆ ਜਾ ਰਿਹਾ ਹੈਗਾ, ਉਹਦਾ ਖਿਲਾਫ ਮੈਂ ਕਾਂਗਰਸ ਦਾ ਸਾਥ ਦੇਣਾ, ਚਾਹੇ ਮੈਂ ਜੇਲ੍ਹ ਜਾਵਾਂ, ਚਾਹੇ ਮੈਨੂੰ ਗੋਲੀ ਮਾਰ ਦੇਣ, ਚਾਹੇ ਮੈਨੂੰ ਮੇਰਾ ਸਭ ਕੁਝ ਬੰਦ ਕਰ ਦੇਣ, ਚਾਹੇ ਮੈਨੂੰ ਕਿੰਨਾ ਵੀ ਮਰਨਾ ਪਵੇ ਇਹਦੇ ਵਾਸਤੇ। ਔਰ ਇਸ ਉਮਰ 'ਚ ਮੈਂ ਜੀ ਕੇ ਲੈਣਾ ਵੀ ਕੀ ਹੈ ਜੇ ਮੇਰੇ ਤੇ ਹਿੰਦੂ ਰਾਸ਼ਟਰ ਠੋਸ ਤਾਂ। ਮੈਂ ਇੱਕ ਡੈਮੋਕ੍ਰੈਟ ਹੈਗਾ, ਮੈਂ ਸੈਕੂਲਰ ਬੰਦਾ ਹੈਗਾ, ਮੈਂ ਇੱਕ ਵਿਗਿਆਨੀ ਹੈਗਾ। ਮੈਨੂੰ ਉਹ ਪੰਜਾਬ ਚਾਹੀਦਾ, ਉਹ ਦੇਸ਼ ਚਾਹੀਦਾ ਜਿੱਥੇ ਈਦਾਂ ਵੀ ਹੋਣ, ਜਿੱਥੇ ਮੁਹੱਰਮ ਵੀ ਹੋਵੇ, ਜਿੱਥੇ ਦੀਵਾਲੀ ਵੀ ਹੋਵੇ, ਜਿੱਥੇ ਗੁਰਪੁਰਬ ਵੀ ਹੋਣ, ਜਿੱਥੇ ਮਤਲਬ ਜਿਹੜੀ ਕ੍ਰਿਸਮਸ ਵੀ ਹੋਵੇ। ਮੈਨੂੰ ਸਾਂਝਾ ਹਿੰਦੁਸਤਾਨ ਚਾਹੀਦਾ, ਸੁਨੱਖਾ ਹਿੰਦੁਸਤਾਨ ਚਾਹੀਦਾ, ਜੀਉਣ ਜੋਗਾ ਹਿੰਦੁਸਤਾਨ ਚਾਹੀਦਾ। ਮੈਨੂੰ ਹਿੰਦੂਆਂ ਦਾ ਹਿੰਦੁਸਤਾਨ ਨਹੀਂ ਚਾਹੀਦਾ, ਮੈਨੂੰ ਸਿੱਖਾਂ ਦਾ ਖਾਲਿਸਤਾਨ ਨਹੀਂ ਚਾਹੀਦਾ, ਮੈਨੂੰ ਪੰਜਾਬ ਚਾਹੀਦਾ ਪੰਜਾਬੀਆਂ ਦਾ, ਮੈਨੂੰ ਹਿੰਦੁਸਤਾਨੀਆਂ ਦਾ, ਭਾਰਤੀਆਂ ਦਾ ਭਾਰਤ ਚਾਹੀਦਾ ਹੈਗਾ, ਮੈਨੂੰ ਕੋਈ ਹਿੰਦੂ ਭਾਰਤ ਨਹੀਂ ਚਾਹੀਦਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ, ਧੰਨਵਾਦ ਤੁਹਾਡਾ। ਸੋ ਸਨ ਡਾਕਟਰ ਧਰਮਵੀਰ ਗਾਂਧੀ, ਗੱਲਬਾਤ ਕਰਕੇ ਅੱਜ ਇਹਨਾਂ ਦੇ ਜੀਵਨ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੇ ਗਰਾਊਂਡ ਜ਼ੀਰੋ ਤੋਂ ਉੱਠ ਕੇ ਕਿਸ ਤਰੀਕੇ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ। ਫਾਦਰ ਦੀ ਜਿਹੜੀ ਫਿਗਰ ਹੁੰਦੀ ਹੈ, ਕਹਿੰਦੇ ਪਿਤਾ ਬਹੁਤ ਕੁਝ ਸਿਖਾਉਂਦਾ ਹੈਗਾ, ਤਾਂ ਇਹਨਾਂ ਦੇ ਜੀਵਨ ਦਾ ਆਧਾਰ ਵੀ ਉੱਥੋਂ ਹੀ ਸ਼ੁਰੂ ਹੋਇਆ। ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਫਾਦਰ ਸਾਹਿਬ ਤੋਂ ਹੀ ਗ੍ਰਹਿਣ ਕੀਤੀਆਂ, ਪਰ ਨਾਲ ਦੀ ਨਾਲ ਅਸੀਂ ਜੇ ਅਹਿਮ ਚੀਜ਼ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਇੱਕ ਵਿਦਿਆਰਥੀ ਜੀਵਨ ਹੁੰਦਾ ਉਹਦੇ ਵਿੱਚੋਂ ਵੀ ਬਹੁਤ ਸਾਰੀਆਂ ਸੇਧਾਂ ਮਿਲੀਆਂ, ਅਤੇ ਇਸੇ ਕਰਕੇ ਆਪਣੇ ਜੀਵਨ ਦੇ ਵਿੱਚ ਇੱਥੇ ਤੱਕ ਪਹੁੰਚੇ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਉਤਾਰ ਚੜ੍ਹਾਅ ਜਿਹੜੇ ਨੇ ਅੱਜ ਉਹਨਾਂ ਨੇ ਸਾਂਝੇ ਕੀਤੇ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਅੱਜ ਪਹਿਲੀ ਵਾਰ ਤੁਸੀਂ ਉਹਨਾਂ ਬਾਰੇ ਸੁਣੀਆਂ ਹੋਣੀਆਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਹੋਣੀਆਂ। ਫਿਲਹਾਲ ਇੱਥੇ ਤੁਹਾਡੇ ਤੋਂ ਅਗਰ ਨਹੀਂ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਡਾਕਟਰ ਸਾਹਿਬ ਦੀ ਸ਼ਖਸੀਅਤ ਬਾਰੇ ਤੁਹਾਡੇ ਕੀ ਵਿਚਾਰ ਹੈਗੇ? ਤੁਸੀਂ ਆਪਣੀਆਂ ਟਿੱਪਣੀਆਂ, ਆਪਣੇ ਕਮੈਂਟਸ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸ ਤੁਹਾਡੇ ਤੋਂ ਅਗਰ ਲਵਾਂਗੇ। ਬਹੁਤ ਬਹੁਤ ਧੰਨਵਾਦ।